ਸਤਿ ਸ਼੍ਰੀ ਅਕਾਲ ਜੀ, ਆਦਾਬ, ਸਲਾਮ, ਨਮਸਕਾਰ। ਰੇਡੀਓ ਹਾਂਜੀ 1674 ਐਮ ਤੇ ਮੈਂ ਗੌਤਮ ਕਪਿਲ ਜੀ ਆਇਆਂ ਨੂੰ ਆਖਦਾ ਜੀ ਤੁਹਾਡਾ ਇਸ ਖਾਸ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਂ ਹੈ ਜੀ ਇਮੀ ਟਾਕ ਔਰ ਬਾਂਸਲ ਇਮੀਗ੍ਰੇਸ਼ਨ ਤੋਂ ਅਜੇ ਬਾਂਸਲ ਜੀ ਔਰ ਅਰੁਣ ਬਾਂਸਲ ਜੀ ਇਸ ਵੀਰਵਾਰ ਦੇ ਦਿਨ ਹੁੰਦੇ ਨੇ ਔਰ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ, ਪਰ ਨਾਲ ਇੱਕ ਵਿਸ਼ਾ ਵੀ ਆਪਾਂ ਲੈ ਕੇ ਆਈਦਾ ਜੀ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਟੂਡੈਂਟ ਵੀਜ਼ਾ ਐਕਸਟੈਂਸ਼ਨ। ਸੋ ਅਰੁਣ ਬਾਂਸਲ ਜੀ ਸਾਡੇ ਨਾਲ ਹੋਣਗੇ ਬੜੀ ਜਲਦੀ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਜੇ ਤੁਸੀਂ ਇਸ ਲਾਈਵ ਸ਼ੋਅ ਦੇ ਵਿੱਚ ਆਪਣੇ ਸਵਾਲ ਜਵਾਬ ਕਰਨੇ ਚਾਹੁੰਦੇ ਹੋ 0472 641674 ਜਾਂ ਫਿਰ facebook.com/ਹਾਂਜੀ ਸਿਡਨੀ ਵਾਲੇ ਪੇਜ ਦੇ ਉੱਤੇ ਤੁਸੀਂ ਮੈਸੇਜ ਭੇਜ ਸਕਦੇ ਹੋ ਅਲੱਗ ਤੋਂ, ਨਹੀਂ ਤਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਵੀ ਪੁੱਛ ਸਕਦੇ ਹੋ, ਉੱਥੋਂ ਵੀ ਸੌਖਾ ਰਹਿੰਦਾ। ਆਓ ਅਰੁਣ ਬਾਂਸਲ ਜੀ ਨੂੰ ਕਰਦੇ ਹਾਂ ਜੀ ਔਨ 에ਅਰ, ਔਰ ਨਾਲ ਹੀ ਜਿਹੜਾ ਸਾਡਾ ਇਸ ਫੇਸਬੁੱਕ ਲਾਈਵ ਹੈ ਇਹਦੇ ਵਿੱਚ ਵੀ ਅਰੁਣ ਜੀ ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ, ਗੁੱਡ ਇਵਨਿੰਗ। ਸਤਿ ਸ਼੍ਰੀ ਅਕਾਲ ਗੌਤਮ ਜੀ, ਹੋ ਠੀਕ ਹੋ ਜੀ? ਔਰ ਤੁਹਾਡੇ ਆਉਣ ਤੋਂ ਪਹਿਲਾਂ ਥੋੜੀ ਜਿਹੀ ਇੰਟਰੋਡਕਸ਼ਨ ਮੈਂ ਦੇ ਹੀ ਦਿੱਤੀ ਵੈਸੇ ਮੋਟੀ ਜੀ। ਜੀ ਬਾਂਸਲ ਇਮੀਗ੍ਰੇਸ਼ਨ ਦਾ ਨਾਮ ਹੁਣ ਵਰਲਡ ਫੇਮਸ ਹੋ ਚੁੱਕਿਆ ਦੁਨੀਆ ਭਰ ਦੇ ਵਿੱਚ। ਨਹੀਂ ਮਾਲਕ ਪਰ ਦੀ ਕਿਰਪਾ ਸਮੱਸਿਆ ਇਹ ਆ ਰਹੀ ਹੈ ਸਟੂਡੈਂਟਸ ਦੇ ਨਾਲ ਕਿ ਜੀ ਜਿਹੜੇ ਸਟੂਡੈਂਟ ਵੀਜ਼ਾ ਦੀ ਐਕਸਟੈਂਸ਼ਨ ਹੈ ਉਹਨੂੰ ਲੈ ਕੇ ਹਰ ਵਾਰ ਵੈਸੇ ਤੁਸੀਂ ਥੋੜਾ ਬਹੁਤ ਜਾਣਕਾਰੀ ਦਿੰਦੇ ਹੀ ਰਹਿੰਦੇ ਹੋ। ਜੀ ਅਸੀਂ ਗਾਹੇ ਬਗਾਹੇ ਜਿੰਨੇ ਥੋੜੇ ਸਵਾਲ ਹੁੰਦੇ ਨੇ ਸਰੋਤਿਆਂ ਦੇ, ਉਹਨਾਂ ਦੇ ਵੀ ਆਪਾਂ ਆਨਸਰਸ ਦੇ ਦਿੰਦੇ ਹੁੰਦੇ, ਪਰ ਅੱਜ ਥੋੜਾ ਜਿਹਾ ਉਹਨੂੰ ਬ੍ਰੌਡਲੀ ਥੋੜਾ ਡਿਟੇਲ ਦੇ ਵਿੱਚ ਆਪਾਂ ਸਮਝ ਲਈਏ। ਸੋ ਸਭ ਤੋਂ ਪਹਿਲਾਂ ਤਾਂ ਇਹੀ ਸਵਾਲਾਂ ਦਾ ਦੌਰ ਸ਼ੁਰੂ ਕਰਦੇ ਹਾਂ ਅਰੁਣ ਜੀ। ਕਿਹੜੇ ਸਟੂਡੈਂਟ ਨੇ ਜਿਹੜੇ ਸਟੂਡੈਂਟ ਵੀਜ਼ਾ ਦੀ, ਜਾਂ ਕਿਹੜੇ ਐਪਲੀਕੈਂਟਸ ਨੇ ਜਿਹੜੇ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਸਟੂਡੈਂਟ ਵੀਜ਼ਾ ਦੀ ਐਕਸਟੈਂਸ਼ਨ ਜਿਹੜੀ ਹੈ ਉਹ ਫਾਈਲ ਕਰ ਸਕਦੇ ਨੇ? ਇਹ ਗੌਤਮ ਜੀ ਸਭ ਤੋਂ ਪਹਿਲੀ ਚੀਜ਼ ਇਹ ਆ, ਸਟੂਡੈਂਟ ਵੀਜ਼ਾ ਐਕਸਟੈਂਸ਼ਨ ਹੁੰਦੀ ਕੀ ਆ, ਇਸ਼ੂ ਕੀ ਆਂਦਾ। ਇਹ ਜਿਹੜੇ ਕਾਫੀ ਜਿਨ੍ਹਾਂ ਦੀ ਸਟੱਡੀ ਪੂਰੀ ਹੋ ਰਹੀ ਸੀਗੀ ਤੇ ਉਹ ਕਿਸੇ ਚੀਜ਼ ਦੇ ਵਿੱਚ ਫੇਲ ਹੋ ਗਏ, ਜਾਂ ਕਿਸੇ ਕਾਰਨ ਕਰਕੇ ਸਟੱਡੀ ਪੂਰੀ ਨਹੀਂ ਕਰ ਸਕੇ ਜਦੋਂ ਵੀਜ਼ਾ ਗ੍ਰਾਂਟ ਹੋਇਆ ਸੀ ਉਹਦੇ ਵਿੱਚ, ਜਾਂ ਉਹਨਾਂ ਨੇ ਕਈਆਂ ਨੇ ਕੋਰਸ ਆਪਾਂ ਨੂੰ ਵੀਜ਼ਾ ਲੱਗਿਆ ਸੀ MBA ਦੇ ਵਿੱਚ, ਤੇ ਉਰੇ ਜਦੋਂ ਆਸਟ੍ਰੇਲੀਆ ਪਹੁੰਚੇ ਤਾਂ ਉਹਨਾਂ ਨੇ 6 ਮੰਥ ਬਾਅਦ ਆਪਣਾ ਕੋਰਸ ਚੇਂਜ ਕਰ ਲਿਆ, ਜਾਂ ਕਦੋਂ ਵੀ, ਤੇ ਦੂਜਾ ਕੋਰਸ ਦਾ ਡਿਊਰੇਸ਼ਨ 2 ਇਅਰਸ ਸੀਗੀ। ਤਾਂ ਉਹਨੂੰ ਇਹਨਾਂ ਚੀਜ਼ਾਂ ਦੇ ਵਿੱਚ ਕੀ ਹੁੰਦਾ, ਉਹਨੂੰ ਆਪਾਂ ਸਟੂਡੈਂਟ ਵੀਜ਼ਾ ਐਕਸਟੈਂਡ ਕਰਾਉਣਾ ਪੈਂਦਾ ਤਾਂ ਕਿ ਉਹ ਆਪਣੀ ਜਿਹੜੀ ਹੁਣ ਕਰੰਟ ਸਟੱਡੀ ਜਿਹੜੀ ਕਰ ਰਹੇ ਨੇ ਉਹ ਪੂਰੀ ਕਰ ਸਕਣ ਵੀਜ਼ਾ ਲੈ ਕੇ। ਠੀਕ ਹੈ। ਹੁਣ ਜਿਹੜਾ ਹੁੰਦਾ ਸਰ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਕੁਝ ਨਹੀਂ ਹੁੰਦਾ, ਨਵਾਂ ਵੀਜ਼ਾ ਹੀ ਫਾਈਲ ਕਰਨਾ ਹੁੰਦਾ। ਇਹ ਕੋਈ ਡਿਫਰੈਂਟ ਚੀਜ਼ ਨਹੀਂ ਹੈਗੀ, ਇਹ ਨਵਾਂ ਵੀਜ਼ਾ ਨਵਾਂ ਹੀ ਫਾਈਲ ਕਰਨਾ ਹੁੰਦਾ ਆਪਣਾ ਸਟੂਡੈਂਟ ਵੀਜ਼ਾ। ਬਸ ਇਹਨਾਂ ਕਹਿੰਦੇ ਕਿ ਥੋੜਾ ਜਿਹਾ ਸਟੂਡੈਂਟ ਵੀਜ਼ਾ ਪੁਰਾਣਾ ਚੱਲ ਰਿਹਾ, ਜਿਹੜੀ ਸਟੱਡੀ ਤੁਸੀਂ ਕਰ ਰਹੇ ਹੋ ਉਹਨੂੰ ਐਕਸਟੈਂਡ ਕਰਾਉਣ ਵਾਸਤੇ, ਤਾਂ ਇੱਕ ਸਿੰਪਲ ਭਾਸ਼ਾ ਕਹਿੰਦੇ ਸਟੂਡੈਂਟ ਵੀਜ਼ਾ ਐਕਸਟੈਂਸ਼ਨ। ਸਟੂਡੈਂਟ ਵੀਜ਼ਾ ਐਕਸਟੈਂਸ਼ਨ। ਸੋ ਕੀ ਗਰਾਊਂਡਸ ਨੇ ਜਿਹੜੇ ਜਦੋਂ ਫਾਈਲਿੰਗ ਕਰਦੇ ਆ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੀ, ਵਾਟ ਆਰ ਦੀ ਗਰਾਊਂਡਸ? ਜੀ ਇਹ ਹੁਣ ਇਹਦੇ ਹੁੰਦਾ ਕੀ ਆ, ਇਹ ਸਭ ਤੋਂ ਮੇਨ ਚੀਜ਼ ਹੈ ਕਿ ਆਪਣੀ ਸਟੱਡੀ ਦੇਖਿਓ ਕਿ ਕਿੰਨੀ ਸਟੱਡੀ ਆਪਣੀ ਪੈਂਡਿੰਗ ਪਈ ਆ, ਤੇ ਕਿੰਨੀ ਕੁ ਆਪਾਂ ਨੇ ਇਹ ਸਟੱਡੀ ਆਪਣੀ ਰਹਿ ਗਈ, ਤੇ ਕਿਸ ਕਾਰਨ ਕਰਕੇ ਆਪਾਂ ਸਟੱਡੀ ਪੂਰੀ ਨਹੀਂ ਕਰ ਸਕੇ। ਓਕੇ, ਇਹ ਆਪਾਂ ਨੇ ਇਹਦੇ ਨਾਲ ਜੋ ਸਟੂਡੈਂਟ ਵੀਜ਼ਾ ਆਪਾਂ ਲਾਂਚ ਕਰਦੇ ਆ ਤਾਂ ਆਪਾਂ ਨੂੰ ਪੂਰੇ ਤਰੀਕੇ ਨਾਲ ਇਹਦੇ ਵਿੱਚ ਕਰਨਾ ਪੈਂਦਾ ਕਿ ਵੀ ਸਰ ਸਾਡੀ ਆਪਾਂ ਡਿਪਾਰਟਮੈਂਟ ਦੱਸਾਂਗੇ GT ਨਾਲ ਅਟੈਚ ਕਰਕੇ ਕਿ ਮੈਂ ਪਹਿਲਾਂ ਇਸ ਵੀਜ਼ੇ ਉੱਤੇ ਆਇਆ ਸੀ ਤੇ ਮੈਂ ਆਹ ਸਟੱਡੀ ਮੈंने ਪੂਰੀ ਕੀਤੀ, ਤੇ ਇਸ ਤੋਂ ਬਾਅਦ ਮੇਰੀ ਇਸ ਚੀਜ਼ ਕਰਕੇ ਮੇਰੀ ਸਟੱਡੀ ਪੂਰੀ ਨਹੀਂ ਹੋਈ ਤੇ ਮੈਂ ਪੂਰੀ ਕਰਨਾ ਚਾਹੁੰਦਾ ਤੇ ਮੈਨੂੰ ਵੀਜ਼ਾ ਗ੍ਰਾਂਟ ਕੀਤਾ ਜਾਵੇ। ਤਾਂ ਇਹ ਕੁਝ ਕੁ ਗਰਾਊਂਡ ਨੇ। ਓਕੇ, ਮੰਨ ਲਓ ਜੇ ਕੋਈ ਸਟੂਡੈਂਟ ਆਲਰੇਡੀ ਪੜ੍ਹਦਾ ਹੋਇਆ 2 ਸਾਲ ਹੋ ਜਾਂਦੇ ਨੇ, ਕਿਹਾ ਜਾਂਦਾ ਹੈ ਕਿ PT IELTS 2 ਸਾਲ ਲਈ ਜਾਂ 3 ਸਾਲ ਲਈ ਵੈਲਿਡ ਹੁੰਦਾ ਹੈ ਨਾ, ਪਰ ਕਿਸੇ ਚੱਕਰ ਕਰਕੇ ਉਹ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾ ਦਿੰਦਾ ਹੈ ਇੱਕ ਵਾਰ 2 ਵਾਰ। ਇੱਕ ਵਾਰ ਜਦੋਂ PT ਜਾਂ IELTS ਦਾ ਜਿਹੜੀ ਟੈਨਿਓਰ ਹੈਗੀ ਉਹ ਜਦੋਂ ਐਕਸਪਾਇਰ ਹੋ ਜਾਂਦੀ ਹੈ, ਕਿ ਕੀ ਔਨਸ਼ੋਰ ਸਟੂਡੈਂਟ ਨੂੰ ਇੱਕ ਵਾਰ ਫਿਰ ਤੋਂ PT ਜਾਂ IELTS ਦੀ ਇਸ ਰਿਕੁਆਇਰਮੈਂਟ ਨੂੰ ਪੂਰਾ ਕਰਨਾ ਪੈਂਦਾ, ਜਾਂ ਫਿਰ ਇਨ ਅਦਰ ਕੇਸਿਸ ਜਿਨ੍ਹਾਂ ਦੀ ਨਹੀਂ ਵੀ 2 ਸਾਲ ਹੋਏ, ਜਿਨ੍ਹਾਂ ਦੀ ਹਲੇ ਕਰੰਟ ਸਟੱਡੀ ਚੱਲਦੀ ਹੈ, ਸਾਲ 1.5 ਸਾਲ ਵੀ ਹੋਇਆ, ਕਿ ਉਹਨਾਂ ਨੂੰ ਵੀ ਜਦੋਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾਉਂਦੇ ਆ ਤਾਂ PT IELTS ਜਾਂ ਇੰਗਲਿਸ਼ ਟੈਸਟ ਇਸ ਤਰ੍ਹਾਂ ਦੇ ਦੇਣੇ ਪੈਂਦੇ ਨੇ ਦੁਬਾਰਾ ਤੋਂ? ਹਾਂ ਗੌਤਮ ਜੀ, ਇਹਦੇ ਵਿੱਚ ਹੁੰਦਾ ਕੀ ਆ, ਇਹ ਜਿਹੜੇ ਸਟੂਡੈਂਟ ਨੇ ਸਪੋਜ਼ ਇਹਦੇ ਵਾਸਤੇ ਹੁਣ ਕਿੰਨਾ ਲੈਵਲਸ ਹੁੰਦੇ ਨੇ ਕੰਟਰੀਜ਼ ਦੇ ਤੇ ਕਾਲਜ ਦੇ, ਮੈਂ ਪਹਿਲੇ ਵੀ ਕਾਫੀ ਦੱਸਿਆ, ਮੈਂ ਤਾਂ ਥੋੜਾ ਐਕਸਪਲੇਨ ਕਰ ਦਿੰਦਾ ਜਿਹੜੇ ਸਾਡੇ ਨਵੇਂ ਵਿਊਜ਼ ਹੋਣਗੇ, ਜਿਹੜੇ ਨਵੇਂ ਲਿਸਨਰਸ ਹੋਣਗੇ। ਜਦੋਂ ਵੀ ਤੁਸੀਂ ਕਿਸੇ ਲੈਵਲ 3 ਕੰਟਰੀ ਜਾਂ 2 ਤੋਂ ਲੈਵਲ 1 ਕਾਲਜ ਦੇ ਵਿੱਚ ਅਪਲਾਈ ਕਰੋਗੇ ਤਾਂ ਡਿਪਾਰਟਮੈਂਟ ਤੁਹਾਡੇ ਤੋਂ IELTS ਫੰਡ ਮੰਗਦਾ ਨਹੀਂ ਐਟ ਦ ਟਾਈਮ ਆਫ ਲੌਜਮੈਂਟ, ਠੀਕ ਹੈ। ਹੁਣ ਜੇ ਤੁਸੀਂ ਇਹ ਸਪੋਜ਼ ਜੇ ਮਾਸਟਰ ਦੇ ਬੱਚੇ ਨੇ, ਹੁਣ ਮੈਂ ਇੱਕ ਐਗਜ਼ਾਮਪਲ ਲੈਣਾ, ਹੋਮ ਇੰਸਟੀਚਿਊਟ ਹੈ, ਠੀਕ ਹੈ, ਲੈਵਲ 1 ਦੇ ਵਿੱਚ ਆਉਂਦਾ ਜੀ, ਕਪਲਾਨ ਹੋ ਗਿਆ, ਉਹ ਲੈਵਲ 1 ਹੈ। ਜਿਹੜੇ ਬੱਚੇ ਉੱਥੇ ਪੜ੍ਹ ਰਹੇ ਨੇ, ਚਾਹੇ ਉਹ ਕਿਸੇ ਵੀ ਕੰਟਰੀ, ਚਾਹੇ ਇੰਡੀਆ ਤੋਂ ਨੇ, ਪਾਕਿਸਤਾਨ ਤੋਂ ਨੇ, ਨੇਪਾਲ ਤੋਂ ਨੇ, ਬੰਗਲਾਦੇਸ਼, ਕਿਸੇ ਵੀ ਕੰਟਰੀ ਤੋਂ ਨੇ, ਤਾਂ ਡਿਪਾਰਟਮੈਂਟ ਉਹਨਾਂ ਨੂੰ ਬਿਨਾਂ IELTS ਬਿਨਾਂ ਫੰਡ ਤੋਂ ਵੀਜ਼ਾ ਗ੍ਰਾਂਟ ਕਰ ਸਕਦਾ। ਓਕੇ, ਠੀਕ ਹੈ, ਤਾਂ ਉਹਨਾਂ ਨੂੰ IELTS ਦੀ ਲੋੜ ਨਹੀਂ ਪਏਗੀ ਨਵੀਂ ਦੁਬਾਰਾ ਅਟੈਂਪਟ ਕਰਨ ਦੀ। ਇਸ ਦੇ ਨਾਲ ਹੁਣ ਇਹ ਤਾਂ ਹੋ ਗਈ ਇੱਕੋ ਬੱਚੇ ਜਿਹੜੇ ਇਹਦੇ ਵਿੱਚ ਪੜ੍ਹ ਰਹੇ ਨੇ ਲੈਵਲ 1 ਦੇ ਵਿੱਚ।
ਹੁਣ ਜਿਹੜੇ ਕਰ ਰਹੇ ਨੇ ਲੈਵਲ 2 ਜਾਂ ਲੈਵਲ 3 ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ, ਹੁਣ ਹੁੰਦਾ ਕੀ ਆ, ਸਪੋਜ਼ ਕਿਸੇ ਬੱਚੇ ਨੇ ਇਹ ਮਾਸਟਰ ਕੋਰਸ ਕਰ ਰਿਹਾ ਲੈਵਲ 2 ਕਾਲਜ, ਠੀਕ ਹੈ ਜੀ, ਤੇ ਉਦੋਂ ਬਾਅਦ ਚ ਉਹ ਜਿਹੜਾ ਸਟੂਡੈਂਟ ਆ ਉਹ ਹੈਗਾ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਇਹ ਦੋਨੇ ਲੈਵਲ 3 ਦੇ ਵਿੱਚ ਆਉਂਦੇ ਨੇ, ਤਾਂ ਉਹਨਾਂ ਦਾ ਕੁਐਸਚਨ ਇਹ ਹੁੰਦਾ ਕਿ ਸਰ ਮੈਨੇ ਆਪਣੀ 50% ਸਟੱਡੀ ਪੂਰੀ ਕਰ ਚੁੱਕੀ, ਯਾਨੀ ਕਿ ਆਪਣੇ ਇਹ ਹਾਫ ਸਬਜੈਕਟ ਮੈਂ ਪੂਰੇ ਕਰ ਚੁੱਕਿਆ, ਪਰ ਮੇਰੇ ਕੋਲ ਆਇਲ ਜਿਹੜਾ ਸੀਗਾ ਜਾਂ ਪੀਟੀਸੀਓ ਮੇਰਾ ਐਕਸਪਾਇਰ ਹੋ ਚੁੱਕਿਆ, ਕਿਉਂਕਿ 2 ਸਾਲ ਵੈਲਿਡ ਹੁੰਦਾ ਐਜੂਕੇਸ਼ਨ ਪਰਪਸ ਲਈ, ਇੰਗਲਿਸ਼ ਇਹ ਵਾਲਾ ਟੈਸਟ, ਠੀਕ ਹੈ ਜੀ। ਤੇ ਇਹਦੇ ਵਿੱਚ ਕੀ ਹੋਊਗਾ, ਤਾਂ ਉਸ ਕੇਸ ਦੇ ਵਿੱਚ ਜਿਹੜੇ ਬੱਚੇ ਸਰਟੀਫਿਕੇਟ 4 ਤੋਂ ਲੈ ਕੇ ਹਾਇਰ ਸਟੱਡੀ ਜਿੰਨੀ ਵੀ ਹੈਗੀ ਆ, ਜੇ 50% ਤੋਂ ਜ਼ਿਆਦਾ ਪਾਸ ਕੀਤੀ ਹੋਈ ਆ, ਤਾਂ ਡਿਪਾਰਟਮੈਂਟ ਐਗਜ਼ੈਂਪਟ ਕਰ ਸਕਦਾ ਉਹਨਾਂ ਦੀ ਇੰਗਲਿਸ਼ ਤੇ ਪੀਟੀ ਦਾ ਸਕੋਰ ਵਾਸਤੇ, ਤਾਂ ਉਹਨਾਂ ਨੂੰ ਆਇਲ ਦੀ ਲੋੜ ਨਹੀਂ ਪਏਗੀ ਉਹਨਾਂ ਨੂੰ। ਲੈਵਲ 3 ਲੈਵਲ 2 ਦੇ ਲਈ ਲੱਗਦੇ ਹੱਥ ਤੁਸੀਂ ਫੰਡਸ ਦੀ ਵੀ ਗੱਲ ਦੱਸ ਹੀ ਦਿਓ ਕਿ ਜਿਹੜੇ ਲੈਵਲ 2 ਦੇ ਲਈ ਹੁੰਦੇ ਨੇ ਉਹਨਾਂ ਨੂੰ ਫੰਡਸ ਜਾਂ 3 ਜਾਂ 4 ਦੇ ਲਈ ਉਹਨਾਂ ਨੂੰ ਵੀ ਰਿਕੁਆਇਰਮੈਂਟ ਹੁੰਦੀ ਹੈ ਔਨ ਸ਼ੋਰ ਰਹਿੰਦੇ ਜੀ। ਤੇ ਇੱਕ ਚੀਜ਼ ਮੇਰੇ ਹੋਰ ਚੀਜ਼ ਮੇਰੇ ਧਿਆਨ ਚ ਆ ਗਈ ਜੀ, ਮੈਨੂੰ ਨਾ ਇਹ 3-4 ਦਿਨ ਪਹਿਲਾਂ ਕਿਸੇ ਨੇ ਕੁਐਸਚਨ ਪੁੱਟ ਕੀਤਾ ਸੀਗਾ, ਉਹ ਸਟੂਡੈਂਟ ਦਾ ਕੀ ਹੋਇਆ, ਅਸੀਂ ਉਹਦਾ ਸਟੂਡੈਂਟ ਵੀਜ਼ਾ ਐਕਸਟੈਂਡ ਕਰਵਾਉਣ ਲੱਗੇ ਸੀ, ਉਹ ਜਿਹੜਾ ਉਹਦਾ ਆਇਲ ਸੀਗਾ ਉਹਦੇ 50% ਸਟੱਡੀ ਪੂਰੀ ਨਹੀਂ ਹੋਈ ਸੀ ਮਾਸਟਰ ਦੇ ਵਿੱਚ, ਓਕੇ 50% ਉਹ ਬੱਚਾ ਐਮਬੀਏ ਕਰ ਰਿਹਾ ਸੀਗਾ, ਉਹਦੇ ਸਿਰਫ ਤਾਂ ਉਹਨੇ ਇੱਕ ਸਮੈਸਟਰ ਪਾਸ ਕੀਤਾ ਸਿਰਫ ਉਹਨੇ, ਬਟ ਉਹਦੇ ਕੀ ਹੋਇਆ, ਉਹਦੇ ਸੀਗੇ 6.5 ਸਕੋਰ ਆਇਲ ਦੇ ਵਿੱਚੋਂ 6.5 ਸੀਗੇ, ਬਟ ਜਿਹੜੀ ਐਕਸਪਾਇਰੀ ਡੇਟ ਸੀਗੀ ਉਹ ਹੈਗੀ ਅੱਗੇ 25 ਅਕਤੂਬਰ ਦੀ, ਹਲੇ ਪਈ ਸੀਗੀ, ਤਾਂ ਯਾਨੀ 3-4 ਦਿਨ ਆਪਣੇ ਪਏ ਸੀ ਅਜੇ, ਠੀਕ ਹੈ ਜੀ। ਤਾਂ ਉਸਨੂੰ ਇਹ ਸੀਗਾ ਕਿ ਸਰ ਜਦੋਂ ਮੇਰਾ ਵੀਜ਼ਾ ਗ੍ਰਾਂਟ ਹੋਣਾ ਨਹੀਂ, ਉਦੋਂ ਤੱਕ ਮੈਨੂੰ ਦੁਬਾਰਾ ਪੇਪਰ ਦੇਣਾ ਪਊ, ਤਾਂ ਮੈਂ ਉਹਨਾਂ ਨੇ ਇਹ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਕੇਸ ਇਹੋ ਜਿਹੇ ਹੈਗੇ ਨੇ, ਤਾਂ ਜਦੋਂ ਤੁਸੀਂ ਫਾਈਲ ਲੌਂਚ ਕਰਨੀ ਆ, ਚਾਹੇ ਲਾਸਟ ਡੇ ਹੀ ਪਿਆ ਹੋਵੇ, ਸਪੋਜ਼ ਤੁਹਾਡਾ ਰਾਤ ਨੂੰ 12 ਵਜੇ ਤੁਹਾਡੇ 2 ਸਾਲ ਪੂਰੇ ਹੋ ਰਹੇ ਨੇ, ਤੁਸੀਂ 11 ਵਜੇ ਫਾਈਲ ਲੌਂਚ ਕਰ ਦਿੰਦੇ ਹੋ, ਤਾਂ ਤੁਸੀਂ ਸੇਫ ਹੋ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਹਾਨੂੰ ਦੁਬਾਰਾ ਟੈਸਟ ਅਟੈਂਪਟ ਕਰਨ ਦੀ ਲੋੜ ਨਹੀਂ ਹੈਗੀ। ਯਾਨੀ ਕਿ ਇਹ ਜਦੋਂ ਲੌਂਚਮੈਂਟ ਵੇਲੇ ਚੈੱਕ ਕਰਦੇ ਕਿ ਤੁਹਾਨੂੰ ਆਇਲ ਸੀਗਾ ਕਿ ਨਹੀਂ ਸੀਗਾ, ਲੌਂਚਮੈਂਟ ਵੇਲੇ ਤੁਹਾਡਾ ਕੀ ਸਟੇਟਸ ਸੀਗਾ, ਠੀਕ ਹੈ, ਇਹ ਕਾਫੀ ਇੰਪੋਰਟੈਂਟ ਚੀਜ਼ ਹੈ। ਫੰਡਸ ਦੀ ਵੀ ਨਾਲ ਲੱਗਦੇ ਦੱਸ ਦਿੰਦੇ ਅਰੁਣ ਜੀ ਕਿ ਫੰਡਸ ਦੀ ਫਿਰ ਰਿਕੁਆਇਰਮੈਂਟ ਹੁੰਦੀ ਹੈ ਕਿ ਨਹੀਂ ਹੁੰਦੀ ਲੈਵਲ 3 ਜਾਂ 4 ਦੇ ਲਈ, ਜਾਂ ਈਵਨ ਬਿਲੋ। ਹੁਣ ਗੌਤਮ ਇਹਦੇ ਵਿੱਚ ਕੀ ਹੁੰਦਾ, ਹੁਣ ਜਿਹੜਾ ਫੰਡ ਦਾ ਕ੍ਰਾਈਟੇਰੀਆ ਇੱਕ ਬੜਾ ਸਿੰਪਲ ਤਰੀਕਾ ਰੱਖਿਆ ਉਹਨਾਂ ਨੇ ਕਿ ਸਾਨੂੰ ਜੈਨੂਅਨ ਫੰਡ ਚਾਹੀਦੇ ਨੇ, ਉਹਦੇ ਵਾਸਤੇ ਕੀ ਹੈ, ਜੇ ਤੁਸੀਂ ਲੈਵਲ 1 ਕੋਰਸ ਦੇ ਵਿੱਚ ਅਪਲਾਈ ਕਰ ਰਹੇ ਹੋ, ਕਾਲਜ ਯੂਨੀਵਰਸਿਟੀ ਜਾਂ ਕੋਈ ਵੀ ਹੈਗਾ, ਤਾਂ ਉਹ ਤੁਹਾਨੂੰ ਫੰਡਸ ਤੇ ਆਇਲਸ ਦੀ ਰਿਕੁਆਇਰਮੈਂਟ ਨਹੀਂ ਹੋਏਗੀ, ਐਸ ਪਰ ਡਿਪਾਰਟਮੈਂਟ ਉਹਨਾਂ ਕੋਲ ਆਪਸ਼ਨ ਹੀ ਸ਼ੋ ਹੁੰਦੀ। ਸੈਕਿੰਡ ਚੀਜ਼, ਜੇ ਤੁਸੀਂ ਲੈਵਲ 2 ਜਾਂ 3 ਦੇ ਵਿੱਚ ਕਰ ਰਹੇ ਹੋ, ਤਾਂ ਤੁਹਾਨੂੰ ਫੰਡ ਦਿਖਾਣੇ ਪੈਣਗੇ। ਹੁਣ ਅਗਲਾ ਕੁਐਸਚਨ ਕੀ ਆਉਂਦਾ ਕਿ ਸਰ ਕਿੰਨੇ ਫੰਡ ਤੇ ਕੌਣ ਦਿਖਾ ਸਕਦਾ। ਹੁਣ ਇੱਕ ਰਫਲੀ ਇੱਕ ਆਈਡੀਆ ਮੈਂ ਦਿੰਦਾ, ਜੇ ਤੁਸੀਂ ਤੁਹਾਡੀ ਇੱਕ ਕੈਲਕੂਲੇਸ਼ਨ ਕਰਨ ਦਾ, ਤੁਹਾਡੀ 1 ਸਾਲ ਦੀ ਫੀਸ, ਸਪੋਜ਼ ਤੁਸੀਂ ਡਿਪਲੋਮਾ ਕੋਈ ਕੋਰਸ ਕਰ ਰਹੇ ਹੋ ਤੇ ਉਹਦੀ ਫੀਸ ਹੈਗੀ ਹੈ $9,000 ਸਾਲ ਦੀ, ਠੀਕ ਹੈ, ਤਾਂ ਤੁਹਾਨੂੰ $9,000 ਪਲੱਸ 21,050 ਸਮਥਿੰਗ ਤੁਹਾਨੂੰ ਰਹਿਣ ਦਾ ਲਿਵਿੰਗ ਐਕਸਪੈਂਸ 1 ਸਾਲ ਦਾ ਆਸਟ੍ਰੇਲੀਆ ਦੇ ਵਿੱਚ, ਪਲੱਸ 1,000 ਰਿਟਰਨ ਟਿਕਟ, ਓਕੇ, ਤਾਂ ਰਫਲੀ ਤੁਹਾਨੂੰ ਚਾਹੀਦਾ ਹੋਏਗਾ ਇਹਦੇ ਵਿੱਚ ਇਹ $31,000 ਦੇ ਕਰੀਬ ਸਿੰਗਲ ਬੰਦੇ ਵਾਸਤੇ, ਜੇ ਉਹਦੀ 1 ਸਾਲ ਦੀ ਫੀਸ 9,000 ਆ, ਠੀਕ ਹੈ। ਜੇ ਇਹੀ ਫੀਸ ਮਾਸਟਰ ਵਾਲੇ ਬੱਚੇ ਦੀ ਇਹ 17,000 ਆ, ਤਾਂ 17,000 ਪਲੱਸ 21,000 ਪਲੱਸ 1,000 ਇੰਨੇ ਫੰਡ ਸ਼ੋ ਕਰਨੇ ਪੈਣਗੇ ਉਹਨੂੰ, ਓਕੇ। ਔਨ ਦੀ ਅਦਰ ਜੇ ਹੁਣ ਬੱਚਾ ਨਹੀਂ ਹੈਗਾ ਸਪਾਊਸ ਹੈ, ਹੁਣ ਜੇ ਹੈਗਾ ਸਪਾਊਸ, ਤਾਂ ਉਹਨਾਂ ਨੂੰ ਕੀ $7,000 ਉਹਨਾਂ ਦੇ ਪਾਰਟਨਰ ਦੇ ਐਡ ਕਰਨੇ ਪੈਣਗੇ ਸਪਾਊਸ ਦੇ, ਓਕੇ, ਉਹੀ 31,000 ਦੇ ਵਿੱਚ ਲਿਵਿੰਗ ਐਕਸਪੈਂਸ ਆ, 7 ਹੋਰ ਪਾ ਲਓ, 38,000 ਹੋ ਗਿਆ ਜੀ। ਹੁਣ ਇਹ ਤੋਂ ਬਾਅਦ ਤੀਜਾ ਕੁਐਸਚਨ ਸ਼ਾਇਦ ਪੁੱਟ ਕਰਾਂ, ਜੇ ਬੱਚੇ ਬਾਲ ਬੱਚੇ ਵਾਲਾ ਹੋ ਗਿਆ ਬੰਦਾ ਜੀ ਨਾ, ਕਰ ਦੋ, ਚਲੋ ਦੱਸ ਹੀ ਦੋ, ਉਹਦੇ ਨਾਲ ਆਪਾਂ ਇਹ $5,000 ਹੋਰ ਮੈਕਸਿਮਮ ਸ਼ੋ ਕਰ ਲਓ। ਅੱਛਾ, ਇਹ ਪਰ ਕਿ ਜਿੰਨੇ ਬੱਚੇ ਨੇ ਉਹਨਾਂ ਵਧੀ ਜਾਊਗਾ, ਭਾਜੀ, ਕਿਉਂਕਿ ਭਾਈ ਉਹਨਾਂ ਲਿਵਿੰਗ ਐਕਸਪੈਂਸ $5,000 ਇਹ ਗਵਰਨਮੈਂਟ ਨੇ ਰਫਲੀ ਕੀਤਾ ਹੋਇਆ ਕਿ $5,000 ਸਾਲ ਦਾ ਖਰਚਾ ਹੋਏਗਾ ਤੁਹਾਡਾ ਬੱਚੇ ਦਾ, ਤਾਂ ਤੁਸੀਂ ਉਹ ਤੁਹਾਨੂੰ ਫੰਡ ਸ਼ੋ ਕਰਨੇ ਪੈਣਗੇ। ਬਟ ਜੇ ਲੈਵਲ 1 ਚ ਅਪਲਾਈ ਕਰ ਰਹੇ ਹੋ ਤਾਂ ਕੋਈ ਝੋਲ ਚਾਲ ਨਹੀਂ। ਅੱਛਾ, ਓਕੇ, ਉਹ ਕਲੀਅਰ ਹੈ, ਠੀਕ ਹੈ। ਇਹ ਤਾਂ ਜਿਹੜੀ ਖਰਚਿਆਂ ਦੀ ਗੱਲ ਹੈ, ਅੱਜ ਕੱਲ੍ਹ ਦਾ ਸਟੂਡੈਂਟ ਇਹ ਪੁੱਛਦਾ ਹੈ ਜੀ ਕਿ ਖਰਚੇ ਛੱਡੋ, ਤੁਸੀਂ ਇਹ ਦੱਸੋ ਬਚਾ ਕੇ ਕਿੰਨੇ ਦਓਗੇ। ਸੋ ਆਹ ਕੋਵਿਡ ਕਰਕੇ ਬੜੇ ਕਾਲਜਾਂ ਨੇ, ਯੂਨੀਵਰਸਿਟੀਜ਼ ਨੇ ਫੀਸ ਫੂਸ ਦੇ ਵਿੱਚੋਂ ਉਹ ਦੇ ਰਹੇ ਸੀ, ਐਗਜ਼ੈਂਪਸ਼ਨ ਦੇ ਰਹੇ ਸੀਗੇ, ਵੇਵ ਆਫ ਕਰ ਰਹੇ ਸੀਗੇ ਫੀਸਾਂ ਨੂੰ, ਉਹ ਹਲੇ ਵੀ ਚੱਲ ਰਿਹਾ ਹੈ ਤਾਮਝਾਮ, ਮਿਲੂਗਾ ਥੋੜਾ ਬਹੁਤ, ਕੋਈ ਰਿਆਇਤ ਮਿਲ ਸਕਦੀ ਹੈ ਬੱਚਿਆਂ ਨੂੰ ਜੇ ਫੀਸ ਐਕਸਟੈਂਸ਼ਨ ਪਾਉਂਦੇ ਨੇ ਹੁਣ ਦੇ ਦੌਰ ਦੇ ਵਿੱਚ।
ਗੌਤਮ ਜੀ ਹੋਇਆ ਕੀ, ਕੋਵਿਡ ਕਰਕੇ ਇਹ ਆਈ ਨੋ ਸਾਰੇ ਕਿਤੇ ਇਕਨੋਮਿਕ ਕ੍ਰਾਈਸਿਸ ਆਏ, ਲੋਕ ਦੀ ਜੋਬਸ ਕਾਫੀ ਜ਼ਿਆਦਾ ਚਲੀ ਗਈਆਂ, ਬਟ ਕਿਤੇ ਨਾ ਕਿਤੇ ਇਹ ਕਾਲਜ ਯੂਨੀਵਰਸਿਟੀਆਂ ਨੇ ਚਾਹਿਆ ਕਿ ਉਹਨਾਂ ਸਟੂਡੈਂਟਾਂ ਨੂੰ ਇਹ ਆਪਾਂ ਕਿਵੇਂ ਹੈਲਪ ਕਰੀਏ। ਤਾਂ ਡਿਪਾਰਟਮੈਂਟ ਨੇ ਕੀ ਕੀਤਾ ਇਸ ਵਾਰੀ, ਜਿਹੜੇ ਬੱਚਿਆਂ ਦੇ ਸਪੋਜ਼ ਇਹ ਤੁਸੀਂ ਤੁਹਾਡੀ ਮਾਸਟਰ ਫਿਨਿਸ਼ ਹੋਣੀ ਸੀਗੀ ਅਕਤੂਬਰ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਇਸ ਸਾਲ, ਠੀਕ ਹੈ ਜੀ, ਤੇ ਕੋਵਿਡ ਕਰਕੇ ਤੁਹਾਡੀ ਕਲਾਸਾਂ ਨਹੀਂ ਲੱਗੀਆਂ ਜਾਂ ਡੈਫਰ ਕਰਨਾ ਪੈ ਗਿਆ ਸਮੈਸਟਰ, ਜਾਂ ਤੁਹਾਡੇ ਪ੍ਰੈਕਟੀਕਲ ਕਲਾਸਿਸ ਨਹੀਂ ਆਈਆਂ, ਸਪੋਜ਼ ਕੁਕਰੀ ਵਗੈਰਾ ਵਾਲੇ ਬੱਚੇ ਸੀਗੇ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਸੀ ਤੇ ਉਹਨਾਂ ਦੇ ਪ੍ਰੈਕਟੀਕਲ ਕਲਾਸਾਂ ਲੱਗੀਆਂ ਨਹੀਂ, ਤਾਂ ਸਾਰਾ ਡੈਫਰ ਕਰਨਾ ਪਿਆ। ਤਾਂ ਉਹਨਾਂ ਵਾਸਤੇ ਕੀ ਕੀਤਾ ਡਿਪਾਰਟਮੈਂਟ, ਕਹਿੰਦੇ ਤੁਸੀਂ ਸਾਨੂੰ ਕੋਲੋਂ ਤੋਂ ਲਿਖਾ ਕੇ ਦੇ ਦਿਓ ਕਿ ਤੁਹਾਡਾ ਕੋਵਿਡ ਕਰਕੇ ਤੁਹਾਡਾ ਕੋਰਸ ਇਫੈਕਟ ਹੋਇਆ, ਤਾਂ ਉਹ ਫੀਸ ਐਗਜ਼ੈਂਪਟ ਕਰ ਸਕਦੇ ਨੇ। ਇਹਦਾ ਬਹੁਤ ਇੱਕ ਧਿਆਨ ਨਾਲ ਕਰਨ ਵਾਲਾ, ਜਦੋਂ ਫਾਈਲ ਲਾਂਚ ਕਰਦੇ ਤਾਂ ਧਿਆਨ ਨਾਲ ਕਰਨੀ ਹੁੰਦੀ ਆ ਕਿ ਕਿਹੜੀ ਚੀਜ਼ ਟਿਕ ਲਗਾਣੀ ਕਿਹੜੀ ਨਹੀਂ ਲਗਾਣੀ, ਕਿਉਂਕਿ ਸਾਡੇ ਕੋਲ ਕੁਝ ਸਟੂਡੈਂਟ ਆਏ ਸੀਗੇ ਜਿਨ੍ਹਾਂ ਦੀ ਐਪਲੀਕੇਸ਼ਨ ਇਨਵੈਲਿਡ ਹੋ ਗਈਆਂ ਸੀਗੀਆਂ ਕਿਉਂਕਿ ਉਹਨਾਂ ਏਜੰਟ ਨੇ ਸਹੀ ਤਰੀਕੇ ਨਾਲ ਫਾਈਲ ਨਹੀਂ ਲਗਾਈ ਸੀ ਤੇ ਐਪਲੀਕੇਸ਼ਨ ਇਨਵੈਲਿਡ ਹੋ ਗਈਆਂ। ਇੰਨਾ ਇੰਪੋਰਟੈਂਟ ਕੁਐਸਚਨ ਬਹੁਤ ਧਿਆਨ ਰੱਖਣ ਵਾਲੀ ਗੱਲ ਆ। ਹਾਂ ਬਹੁਤ ਜ਼ਿਆਦਾ, ਕਿਉਂਕਿ ਹਰੇਕ ਬੰਦਾ ਕਹਿੰਦਾ ਸਾਡੀ ਫੀਸ ਬਚ ਜਾਏਗੀ ਜੀ। ਹੁਣ ਇਹਦੇ ਵਿੱਚ ਕੀ ਹੋਇਆ ਜੀ, ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਇਹਦੇ ਐਡ ਕਰ ਦੇਣਾ, ਕਿਸੇ ਯਾਨੀ ਕਿ ਕਿਸੇ ਬੱਚੇ ਦਾ ਫੋਨ ਆਇਆ, ਉਹਨੇ ਕੀ ਕੀਤਾ, ਇਹ ਪਹਿਲਾਂ ਉਰੇ ਆਇਆ ਸੀਗਾ ਵਿਜ਼ਟਰ ਵੀਜ਼ੇ ਤੇ, ਉਹ ਤੋਂ ਬਾਅਦ ਸਟੂਡੈਂਟ ਵੀਜ਼ਾ ਉਹਨੇ ਆਪਣਾ ਇਹ ਐਡਮਿਸ਼ਨ ਲੈ ਲਈ ਤੇ ਸਟੂਡੈਂਟ ਵੀਜ਼ਾ ਪਾ ਲਿਆ ਉਹਨੇ, ਸਾਰੀ ਸਟੱਡੀ ਕਰਨ ਤੋਂ ਬਾਅਦ ਉਹਨੇ ਆਪਣਾ ਇੱਕ ਨਵਾਂ ਕੋਰਸ ਸਟਾਰਟ ਕਰ ਲਿਆ ਜੀ। ਹੁਣ ਉਹ ਕਹਿੰਦਾ ਕਿ ਵੀ ਮੈਨੂੰ ਵੀ ਵੇਵਰ ਮਿਲਣਾ ਚਾਹੀਦਾ, ਪਰ ਇਹ ਉਹਨੂੰ ਵੇਵਰ ਮਿਲ ਨਹੀਂ ਸਕਦਾ ਕਿਉਂਕਿ ਉਹ ਕੋਵਿਡ ਕਰਕੇ ਇਫੈਕਟ ਨਹੀਂ ਸੀਗਾ। ਉਹ ਕਹਿੰਦਾ ਸਰ ਕੋਵਿਡ ਕਰਕੇ ਮੇਰੀ ਜੋਬ ਚਲੀ ਗਈ ਜਾਂ ਮੈਨੇ ਆਪਣਾ ਕੀ ਕੋਰਸ ਚੇਂਜ ਕੀਤਾ, ਬਟ ਉਹ ਕੋਵਿਡ ਇਫੈਕਟ ਨਹੀਂ ਹੈਗਾ ਉਹ, ਤਾਂ ਉਹਨਾਂ ਕਿਸੇ ਵਿੱਚ ਉਹ ਆਪਣੀ ਫੀਸ ਐਗਜ਼ੈਂਪਟ ਬਿਨਾਂ ਕਿਸੇ ਮਗਰ ਲੱਗ ਕੇ ਫਾਈਲ ਨਾ ਅਪਲਾਈ ਕਰ ਲੈਣ ਕਿਉਂਕਿ ਇਨਵੈਲਿਡ ਹੋ ਜਾਂਦੀ ਆ ਉਹ, ਤੇ ਉਹਦੇ ਸਟੂਡੈਂਟ ਨੇ ਇਨਵੈਲਿਡ ਕਰਵਾ ਲਈ ਸੀ ਕਿਸੇ ਹੋਰ ਏਜੰਟ ਤੋਂ। ਤਾਂ ਹੀ ਮੈਂ ਦੱਸਣਾ ਇਹ ਚੀਜ਼ ਜੀ। ਠੀਕ ਹੈ, ਬਿਲਕੁਲ ਠੀਕ ਹੈ। ਅੱਛਾ, ਇੱਥੇ ਨਾਲ ਸਰੋਤਿਆਂ ਨੂੰ ਦੱਸ ਵੀ ਦਈਏ ਕਿ ਬਾਂਸਲ ਇਮੀਗ੍ਰੇਸ਼ਨ ਤੋਂ ਅਰੁਣ ਬਾਂਸਲ ਜੀ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ, ਅੱਗੇ ਚੱਲ ਕੇ ਅਜੇ ਬਾਂਸਲ ਜੀ ਵੀ ਹੋਣਗੇ, ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ। ਸੋ ਜਿਹੜੇ ਤੁਸੀਂ ਸਵਾਲ ਨੇ ਉਹ ਪੁੱਛ ਸਕਦੇ ਹੋ ਜ਼ਰੂਰ, ਡੈਫੀਨੇਟਲੀ, ਪਰ ਲਾਈਵ ਰਹੋ ਕਿਉਂਕਿ ਸੈਸ਼ਨ ਅਗਲੇ ਹੋਰ ਕੁਝ ਮਿੰਟਾਂ ਲਈ ਚੱਲੇਗਾ। ਸੋ ਫੇਸਬੁੱਕ ਦੇ ਵਿੱਚ ਵੀ ਕਮੈਂਟ ਸੈਕਸ਼ਨ 'ਚ ਜਾ ਕੇ ਵੀ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ, ਜਾਂ ਫਿਰ ਸਾਨੂੰ ਵੱਖਰਾ ਜੇ ਕਈ ਵਾਰ ਹੁੰਦੀ ਹੈ, ਕਈ ਵਾਰ ਕੋਈ ਓਲਾ ਰੱਖਣਾ ਹੁੰਦਾ, ਇਨਬਾਕਸ ਦੇ ਵਿੱਚ ਵੀ ਜਾ ਕੇ ਕਰ ਸਕਦੇ ਹੋ ਜੀ, ਰੇਡੀਓ ਹਾਂਜੀ ਦੇ ਫੇਸਬੁੱਕ ਪੇਜ ਦੇ ਉੱਤੇ। ਸੋ facebook.com/ਹਾਂਜੀ ਸਿਡਨੀ, ਜਾਂ ਫਿਰ ਇੱਕ ਫੋਨ ਨੰਬਰ ਵੀ ਦੇ ਰੱਖਿਆ 0472 64 16 74। ਇਹ ਨੰਬਰ ਦੇ ਉੱਤੇ ਫਿਲਹਾਲ ਜਿੰਨੀ ਦੇਰ ਲਾਈਵ ਚੱਲ ਰਿਹਾ ਉਨੀ ਦੇਰ ਤੁਸੀਂ ਆਪਣੇ ਮੈਸੇਜ ਕਰ ਸਕਦੇ ਹੋ। ਜਦੋਂ ਲਾਈਵ ਮੁੱਕ ਗਿਆ ਤਾਂ ਇਸ ਲਾਈਵ ਦੇ ਥੱਲੇ ਇੱਕ ਨੰਬਰ ਦਿੱਤਾ ਜਾ ਰਿਹਾ, ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦਿੱਤੀ ਜਾ ਰਹੀ ਹੈ, ਇਹਨਾਂ ਨਾਲ ਤੁਸੀਂ ਸਿੱਧਾ ਸੰਪਰਕ ਕਰ ਲਿਓ। ਸੋ ਅਰੁਣ ਜੀ, ਬੈਕ ਟੂ ਦੀਸ ਕੁਐਸਚਨਸ, ਸਟੂਡੈਂਟ ਵੀਜ਼ਾ ਐਕਸਟੈਂਸ਼ਨ ਹੈ, ਇੱਕ ਮੈਡੀਕਲ ਦੀ ਵੀ ਬੜੀ ਗੱਲ ਹੁੰਦੀ ਹੈ, ਮੇਰੇ ਉਹ ਵੀ ਜ਼ਹਿਨ 'ਚ ਆ ਰਿਹਾ ਕਿ ਮੈਡੀਕਲ ਵੀ ਮੰਗ ਲਿਆ ਜਾਂਦਾ। ਸੋ ਜਦੋਂ ਐਕਸਟੈਂਸ਼ਨ ਹੁੰਦਾ ਹੈ ਕਿ ਉਦੋਂ ਮੈਡੀਕਲ ਲਾਜ਼ਮੀ ਹੈ ਇੱਕ, ਤੇ ਦੂਸਰਾ ਸਵਾਲ ਇਹਦੇ ਨਾਲ ਲੱਗਦੇ ਇਹ ਵੀ ਦੇ ਦਿਓ ਕਿਉਂਕਿ ਅੱਜ ਕੱਲ ਕਹਿ ਰਹੇ ਸੀਗੇ ਕਿ ਕੋਵਿਡ ਦੇ ਕਰਕੇ ਬੜਾ ਡਿਲੇ ਚੱਲ ਰਿਹਾ, ਸੋ ਇਨ ਕੇਸ ਕਿਸੇ ਸਟੂਡੈਂਟ ਦਾ ਮੈਡੀਕਲ ਨੂੰ ਬੜਾ ਟਾਈਮ ਦੇ ਦਿੰਦੇ ਨੇ, ਉਧਰੋਂ ਉਹਦਾ ਸਮੈਸਟਰ ਸ਼ੁਰੂ ਹੋਣ ਵਾਲਾ ਹੈ, ਤੇ ਫਿਰ ਉਹ ਕਿਸ ਤਰ੍ਹਾਂ ਐਡਜਸਟ ਕਰ ਸਕਦਾ ਹੈ ਜੀ? ਹਾਂਜੀ, ਹੁੰਦਾ ਕੀ ਆ ਇਹ ਗੌਤਮ ਜੀ, ਇਹਦੇ ਵਾਸਤੇ ਇਹ ਪਹਿਲਾਂ ਯਾਨੀ ਕਿ ਹੁਣ ਤੋਂ ਪਹਿਲਾਂ ਪਿਛਲੇ ਮਹੀਨੇ ਤੱਕ ਮੈਡੀਕਲ ਐਗਜ਼ਾਮੀਨੇਸ਼ਨ ਵਿਕਟੋਰੀਆ ਦੇ ਵਿੱਚ ਹੋ ਨਹੀਂ ਰਹੇ ਸੀ ਕਿਉਂਕਿ ਕੋਵਿਡ ਕਰਕੇ ਸਾਰੇ ਸੈਂਟਰ ਕਲੋਜ਼ ਸੀਗੇ। ਤਾਂ ਜਿਹੜੇ ਸਟੂਡੈਂਟ ਨੇ ਜਿਹੜੇ ਆਪਣੇ ਮਾਸਟਰ ਦਾ ਵਿੱਚ ਜਾਂ ਕਿਸੇ ਵੀ ਕੋਰਸ ਦੇ ਵਿੱਚ ਕਰਕੇ ਆਪਣਾ ਸਟੂਡੈਂਟ ਵੀਜ਼ਾ ਨਵਾਂ ਪਾਇਆ ਸੀ, ਤਾਂ ਡਿਪਾਰਟਮੈਂਟ ਉਹਨਾਂ ਤੋਂ ਮੈਡੀਕਲ ਹੈਲਥ ਐਗਜ਼ਾਮੀਨੇਸ਼ਨ ਮੰਗ ਲੈਂਦਾ ਸੀ। ਠੀਕ ਹੈ, ਬਟ ਉਹਨੂੰ ਉਹ ਜਿਹੜੀ ਸਟੱਡੀ ਉਹਦੀ ਹੈਗੀ ਉਹ ਕਰੀ ਜਾਵੇ, ਕਿਉਂਕਿ ਜਦੋਂ ਆਪਾਂ ਸਟੂਡੈਂਟ ਵੀਜ਼ਾ ਪਾਉਂਦੇ ਹਾਂ ਜੀ ਤਾਂ ਆਪਾਂ ਨੂੰ ਬ੍ਰੀਜ਼ਿੰਗ ਵੀਜ਼ਾ ਗ੍ਰਾਂਟ ਕਰਦਾ ਡਿਪਾਰਟਮੈਂਟ, ਜੇ ਔਨਸ਼ੋਰ ਬੱਚਾ, ਠੀਕ ਹੈ, ਜਿਹੜੇ ਔਨਸ਼ੋਰ ਹੈਗੇ ਨੇ ਆਸਟ੍ਰੇਲੀਆ ਵਿੱਚ ਹੈਗੇ ਨੇ ਪਹਿਲਾਂ ਹੀ, ਠੀਕ ਹੈ ਜੀ, ਉਹਨੂੰ ਔਨਸ਼ੋਰ ਬ੍ਰੀਜ਼ਿੰਗ ਵੀਜ਼ਾ ਮਿਲ ਗਿਆ, ਉਹ ਬ੍ਰੀਜ਼ਿੰਗ ਵੀਜ਼ੇ ਉੱਤੇ ਪੜ ਸਕਦਾ। ਤਾਂ ਜਦੋਂ ਡਿਪਾਰਟਮੈਂਟ ਨੇ ਉਹਨੂੰ ਮੇਲ ਕਰਤੀ ਕਿ ਸਾਡਾ ਹੈਲਥ ਐਗਜ਼ਾਮੀਨੇਸ਼ਨ ਕਰਾਓ, ਚਾਹੇ ਉਹਨੂੰ ਡੇਟ ਮਿਲੇ ਨਵੰਬਰ ਦੀ, ਚਾਹੇ ਦਸੰਬਰ ਦੀ, ਚਾਹੇ ਜਨਵਰੀ ਦੀ, ਜੋ ਅੱਜ ਦੇ ਹਾਲਾਤ ਦੇ ਮੁਤਾਬਿਕ ਉਹਨੂੰ ਮਿਲ ਰਹੀ ਆ, ਕਾਫੀ ਜ਼ਿਆਦਾ ਬੁਕਿੰਗ ਹੋਣ ਲੱਗੀ। ਹਾਂ, ਤਾਂ ਆਪਣਾ ਕੰਟੀਨਿਊ ਕਰੀ ਚੱਲਿਓ। ਜਦੋਂ ਮੈਡੀਕਲ ਹੋ ਗਿਆ, ਕੋਈ ਡਿਪਾਰਟਮੈਂਟ ਉਦੋਂ ਤੱਕ ਵੀਜ਼ਾ ਇਹ ਗ੍ਰਾਂਟ ਨਹੀਂ ਕਰਦਾ ਜਦੋਂ ਤੱਕ ਉਹਦੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀਆਂ, ਚਾਹੇ ਮੈਡੀਕਲ ਚਾਹੇ ਹੈਲਥ ਕੇਅਰ ਕੁਝ ਵੀ ਹੈਗਾ। ਤਾਂ ਮੈਡੀਕਲ ਤੁਸੀਂ ਆਪਣੀ ਡੇਟ ਬੁੱਕ ਕਰਵਾਓ, ਡਿਪਾਰਟਮੈਂਟ ਨੂੰ ਅਪਲੋਡ ਕਰ ਦਿਓ, ਉਸ ਤੋਂ ਬਾਅਦ ਦੇ ਵਿੱਚ ਨਾਲ ਤੁਸੀਂ ਆਪਣੀ ਸਟੱਡੀ ਕੰਟੀਨਿਊ ਰੱਖੋ, ਤਾਂ ਕਿ ਜਦੋਂ ਤੁਹਾਡਾ ਮੈਡੀਕਲ ਹੋਇਆ ਡਿਪਾਰਟਮੈਂਟ ਤੁਹਾਨੂੰ ਵੀਜ਼ਾ ਆਟੋਮੈਟਿਕ ਗ੍ਰਾਂਟ ਕਰ ਦੇਗਾ, ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ। ਸੋ ਮੈਡੀਕਲ ਇੱਕ ਸ਼ਰਤ ਹੈਗੀ ਹੈ, ਪਰ ਮੈਡੀਕਲ ਦੇ ਨਾਲ ਇੰਸ਼ੋਰੈਂਸ ਵੀ ਇੱਕ ਸ਼ਰਤ ਹੁੰਦੀ ਹੈ ਇੱਥੇ, OSHC ਜਿਹਨੂੰ ਕਹਿ ਲਿਆ ਜਾਂਦਾ, ਓਵਰਸੀਜ਼ ਸਟੂਡੈਂਟ ਹੈਲਥ ਕਵਰ, ਕੀ ਉਹ ਵੀ ਐਕਸਟੈਂਡ ਕਰਵਾਉਣਾ ਪਊਗਾ ਸਟੂਡੈਂਟ ਨੂੰ ਜਦੋਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾਣੀ ਹੈ? ਜੀ, ਇਹ ਹੁਣ ਇਹਦੇ ਵਿੱਚ ਕੀ ਹੁੰਦਾ ਜੀ, ਇਹ ਇੱਕ ਹੁੰਦਾ ਓਵਰਸੀਜ਼ ਹੈਲਥ ਕਵਰ OSHC, ਇੱਕ ਹੁੰਦਾ OVSC, ਓਵਰਸੀਜ਼ ਵਿਜ਼ਟਰ ਹੈਲਥ ਕਵਰ, ਇਹ ਡੋਮੈਸਟਿਕ ਵਾਲੇ ਵਾਸਤੇ ਹੁੰਦੇ ਨੇ। ਇਹ ਦੋ ਤਰ੍ਹਾਂ ਹੁੰਦੇ ਨੇ। ਹੁਣ ਸਾਨੂੰ ਇਹ ਵੀ ਵਿੱਚ ਮੇਰੇ ਕੁਐਸਚਨ ਧਿਆਨ ਚ ਆ ਗਿਆ, ਜਿਹੜੇ ਬੱਚੇ ਸਟੂਡੈਂਟ ਵੀਜ਼ੇ ਉੱਤੇ ਜਾਂ ਸਟੂਡੈਂਟ ਵੀਜ਼ਾ ਪਾਉਣ ਲੱਗੇ ਨੇ ਜਾਂ ਸਟੂਡੈਂਟ ਵੀਜ਼ੇ ਉੱਤੇ ਹੈਗੇ ਨੇ,
ਉਹਨਾਂ ਨੂੰ ਓਵਰਸੀ ਹੈਲਥ ਕਵਰ ਮੇਨਟੇਨ ਕਰਨਾ ਪਊਗਾ, ਮੈਂਡੇਟਰੀ ਆ ਜਦੋਂ ਤੱਕ ਉਹ ਉਸ ਵੀਜ਼ੇ ਤੇ ਹੈਗੇ ਨੇ। ਓਕੇ, ਇਹ ਕੋਈ ਜੇ ਸ਼ਰਤ ਹੀ ਬੱਚਾ ਨਹੀਂ ਹੈਗੀ ਇਹਦੇ 'ਚ ਸਪੋਜ਼ ਰੱਖਣਾ ਹੀ ਹਾਂ ਪੈਣਾ। ਹੈਲਥ ਕਵਰ ਮੇਨਟੇਨ ਕਰਨਾ ਪਊਗਾ, ਕਿਉਂਕਿ ਉਰੇ ਇਹ ਜਿਹੜਾ ਹੈਲਥ ਇਹ ਵੀ ਇੱਕ ਬੱਚੇ ਸੇਫਟੀ ਵਾਸਤੇ ਆ। ਸਪੋਜ਼ ਬੱਚਾ ਕੋਈ ਬਿਮਾਰ ਠਮਾਰ ਹੋ ਗਿਆ ਜਾਂ ਕੋਈ ਵੀ ਉਹਨੂੰ ਇਸ਼ੂ ਹੋ ਗਿਆ ਤਾਂ ਬੱਚੇ ਨੂੰ ਮੈਡੀਕਲ ਐਕਸਪੈਂਸ ਬਹੁਤ ਜ਼ਿਆਦਾ ਮਹਿੰਗਾ ਉਰੇ, ਤਾਂ ਬੱਚੇ ਨੂੰ ਇੰਸ਼ੋਰੈਂਸ ਕੰਪਨੀ ਕਵਰ ਕਰ ਦੇਗੀ। ਇਨਡਾਇਰੈਕਟਲੀ ਸਰਕਾਰ ਨੇ ਸਾਰੀ ਇਹ ਕੀਤੀ ਆ ਬੱਚੇ ਦੇ ਹੈਲਪ ਵਾਸਤੇ, ਤਾਂ ਕਿ ਬੱਚੇ ਨੂੰ ਉੱਤੇ ਬਰਡਨ ਨਾ ਪਵੇ ਆਪਣੀ ਹੈਲਥ ਐਗਜ਼ਾਮੀਨੇਸ਼ਨ ਜਾਂ ਕੋਈ ਮੈਡੀਕਲ ਚੈੱਕਅਪ ਕਰਾਉਣ ਤੇ ਕਿਸੇ ਵੀ ਚੀਜ਼ ਦੇ ਉੱਤੇ। ਤਾਂ ਬੱਚੇ ਨੂੰ ਹੈਲਥ ਕਵਰ ਕਰਵਾਉਣਾ ਚਾਹੀਦਾ ਜਦੋਂ ਉਹਨੇ ਆਪਣਾ ਸਟੂਡੈਂਟ ਵੀਜ਼ਾ ਪਾਣਾ। ਉਸ ਤੋਂ ਬਿਨਾਂ ਵੀਜ਼ਾ ਗ੍ਰਾਂਟ ਨਹੀਂ ਕਰਦਾ ਡਿਪਾਰਟਮੈਂਟ। ਓਕੇ, ਹੁਣ ਜਿਵੇਂ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦਿੰਦਾ, ਸਪੋਜ਼ ਤੁਹਾਡਾ ਸਟੱਡੀ ਸੀਗੀ 2 ਸਾਲ ਦੀ, ਤੁਸੀਂ ਐਟ ਏ ਟਾਈਮ ਅਲੋਜਮੈਂਟ ਕੀ ਕੀਤਾ, ਤੁਹਾਨੇ 6 ਮਹੀਨੇ ਦੀ ਹੈਲਥ ਕਵਰ ਕਰਵਾ ਲਿਆ, ਓਵਰਸੀ ਹੈਲਥ ਕਵਰ ਤੁਹਾਨੇ ਫਾਈਲ ਲੌਂਚ ਕਰਤੀ, ਤਾਂ ਡਿਪਾਰਟਮੈਂਟ ਤੁਹਾਡੇ ਤੋਂ ਹੈਲਥ ਕਵਰ ਵਾਸਤੇ ਇੱਕ ਚੈੱਕਲਿਸਟ ਭੇਜ ਦੇਗਾ ਕਿ ਸਰ ਆਪਣਾ ਤੁਹਾਡਾ 6 ਮਹੀਨਾ ਕਰਾਇਆ ਸੀ, ਇਹਨੂੰ 1.5 ਸਾਲ ਦਾ ਹੋਰ ਕਰਵਾ ਕੇ ਸਾਨੂੰ ਭੇਜੋ ਤਾਂ ਕਿ ਤੁਹਾਡਾ ਸਟੂਡੈਂਟ ਵੀਜ਼ਾ ਅਸੀਂ ਜਨਰੇਟ ਕਰੀਏ। ਉਹਦਾ ਡਿਪਾਰਟਮੈਂਟ ਪ੍ਰੋਸੈਸ ਨਹੀਂ ਕਰਦਾ ਐਪਲੀਕੇਸ਼ਨ। ਓਕੇ, ਤਾਂ ਹੈਲਥ ਕਵਰ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਜ਼ਰੂਰੀ ਹੈਗਾ। ਇਹ ਤਾਂ ਫਿਰ ਸਟੂਡੈਂਟ ਲਈ ਹੋ ਗਿਆ। ਹੁਣ ਸਟੂਡੈਂਟ ਮੰਨ ਲਓ ਜੇ ਪ੍ਰਾਇਮਰੀ ਐਪਲੀਕੈਂਟ ਹੈ, ਮੰਨ ਲਓ XYZ ਇਜ਼ ਅ ਸਟੂਡੈਂਟ ਐਂਡ ਹੀ ਔਰ ਸ਼ੀ ਇਜ਼ ਪ੍ਰਾਇਮਰੀ ਐਪਲੀਕੈਂਟ। ਉਹਦੇ ਨਾਲ ਜਿਹੜਾ ਸਪਾਊਸ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਪ੍ਰਾਈਵੇਟ ਇੰਸ਼ੋਰੈਂਸਾਂ ਮਹਿੰਗੀਆਂ ਬਹੁਤ ਹੁੰਦੀਆਂ ਨੇ, ਸੋ ਸਪਾਊਸ ਹੈ ਜਾਂ ਬੱਚੇ ਹੈ, ਜ਼ਰੂਰੀ ਤਾਂ ਨਹੀਂ ਹੈਗਾ ਵੀ ਉਹਦੇ ਲਈ ਵੀ OSHC ਉਹ ਐਕਸਟੈਂਡ ਕਰਵਾਵੇ ਕਿ ਕਰਵਾਉਣਾ ਪੈਣਾ, ਉਹਨਾਂ ਦਾ ਵੀ ਕਰਵਾਉਣਾ ਪੈਣਾ ਹੈ ਜਿਹੜੇ ਸੈਕੰਡਰੀ ਐਪਲੀਕੈਂਟ ਉਹਦੀ ਐਪਲੀਕੇਸ਼ਨਸ ਨੇ, ਕਿਉਂਕਿ ਪੜ੍ਹ ਤਾਂ ਸਟੂਡੈਂਟ ਰਿਹਾ ਨਾ, ਉਹ ਨਹੀਂ ਪੜ੍ਹ ਰਹੇ ਹੈਗੇ। ਜੀ ਗੌਤਮ ਜੀ, ਇਹਦੇ ਹੁੰਦਾ ਕੀ ਹੈ, ਜਿਹੜਾ ਵੀ ਇਹ ਕੋਈ ਬੱਚਾ ਹੈ, ਸਿੰਗਲ ਆ ਚਾਹੇ ਕਪਲ ਆ ਚਾਹੇ ਫੈਮਿਲੀ ਆ, ਸਾਰਿਆਂ ਦਾ ਹੀ ਤੁਹਾਨੂੰ ਹੈਲਥ ਕਵਰ ਨਾਲ ਕਰਵਾਉਣਾ ਹੀ ਪਏਗਾ, ਮੈਂਡੇਟਰੀ ਆ। ਤੁਸੀਂ ਇਸ ਚੀਜ਼ ਤੋਂ ਬਚ ਨਹੀਂ ਸਕਦੇ ਤੇ ਨਾ ਹੀ ਬਚੋ, ਕਿਉਂਕਿ ਇੱਕ ਵਾਰ ਜੇ ਤੁਸੀਂ ਬਿਮਾਰ ਹੋ ਗਏ ਨਾ, ਹੁਣ ਜੇ ਆਪਾਂ ਸਿੰਗਲ ਦਾ ਲਾਈਏ, ਸਿੰਗਲ ਦਾ $1000-1200 ਲੱਗਦਾ 2 ਸਾਲ ਦਾ ਚੰਗੇ ਪ੍ਰੋਵਾਈਡਰ ਤੋਂ, ਠੀਕ ਹੈ। ਤੇ ਉਹਦੇ ਵਿੱਚ ਜੇ ਤੁਸੀਂ ਇੱਕ ਵਾਰੀ ਬਿਮਾਰ ਹੋ ਗਏ, ਤੁਹਾਡਾ $200-250 ਤੁਹਾਡਾ ਖਰਚਾ ਕਿਤੇ ਵੀ ਨਹੀਂ ਗਿਆ ਘੱਟੋ ਘੱਟ। ਜਿਹੜੇ ਇਹ ਆਪਣੇ GP ਵਗੈਰਾ ਲੈ ਲੈਂਦੇ ਨੇ ਨਾ, ਤੇ ਬਾਕੀ ਤੁਹਾਡੀ ਮੈਡੀਸਿਨ ਦਾ ਖਰਚਾ ਹੋ ਗਿਆ। ਤਾਂ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖੋ ਕਿ ਵੀ ਤੁਹਾਨੂੰ ਇਸ ਸਾਰੀ ਚੀਜ਼ਾਂ, ਇਹ ਹੈਲਥ ਕਵਰ ਤੁਹਾਨੂੰ ਕਰਵਾਉਣਾ ਹੀ ਚਾਹੀਦਾ, ਚਾਹੇ ਸਿੰਗਲ ਹੋ ਚਾਹੇ ਫੈਮਿਲੀ ਚਾਹੇ ਬੱਚੇ ਨੇ। ਜੀ, ਸੋ ਐਪਲੀਕੇਸ਼ਨ ਦੇ ਵਿੱਚ ਜਿੰਨੇ ਬੰਦੇ ਹੈਗੇ ਨੇ ਉਹਨਾਂ ਦਾ OSHC ਲੈਣਾ ਚਾਹੀਦਾ, ਇਹ ਹੈਗਾ ਮਸਟ ਹੈ। ਸੋ ਜਿਹੜੀ ਉਸ ਤੋਂ ਬਿਨਾਂ ਵੀਜ਼ਾ ਗ੍ਰਾਂਟ ਨਹੀਂ ਕਰਨਾ ਉਹਨਾਂ ਨੇ, ਵੀਜ਼ਾ ਹੀ ਨਹੀਂ ਗ੍ਰਾਂਟ ਹੋਣਾ, ਠੀਕ ਹੈ। ਫਿਰ ਜਿਹੜੇ ਤੁਹਾਡੇ ਨਾਲ ਦੇ ਹੈਗੇ ਨੇ, ਫਿਰ ਉਹਨਾਂ ਦਾ ਨਹੀਂ ਵੀਜ਼ਾ ਐਕਸਟੈਂਡ ਹੋਣਾ ਹੈਗਾ, ਤੁਹਾਡਾ ਹੋ ਜਾਊਗਾ। ਅੱਛਾ, ਜਿਹੜੇ ਸਟੂਡੈਂਟ ਹੋਰ ਆਪਣੇ ਨਾਲ ਐਪਲੀਕੈਂਟ, ਇਹਨਾਂ ਦਾ ਵੀ ਨਹੀਂ ਹੋਣਾ। ਓਕੇ, ਹੋਣਾ ਹੀ ਨਹੀਂ, ਪ੍ਰੋਸੈਸ ਹੀ ਨਹੀਂ ਕਰਨਾ ਇਹਨਾਂ ਨੇ। ਓਕੇ, ਸੋ ਇਹ ਜ਼ਰੂਰੀ ਹੈਗਾ ਜੀ, ਇਹ ਮਸਟ ਹੈਗਾ। ਹਾਂ ਗੌਤਮ ਜੀ, ਸਿਰਫ ਉਹ ਬੰਦੇ ਬਚਣਗੇ ਜੇ ਤੁਸੀਂ ਔਨਸ਼ੋਰ ਹੈਗੇ ਹੋ, ਤੁਹਾਡਾ ਹੈਲਥ ਕਵਰ ਹੋਣਾ ਮਸਟ ਹੈ। ਜੇ ਤੁਸੀਂ ਆਫਸ਼ੋਰ ਹੈਗੇ ਹੋ ਤਾਂ ਐਗਜ਼ੈਂਪਸ਼ਨ ਹੈਗੀ ਆ ਕਿ ਜਦੋਂ ਇਹਨਾਂ ਨੇ ਪ੍ਰੋਸੈਸ ਕਰਤਾ, ਜਦੋਂ ਆਸਟ੍ਰੇਲੀਆ ਤੁਸੀਂ ਪਹੁੰਚਣ ਤੋਂ ਪਹਿਲਾਂ ਹੈਲਥ ਕਵਰ ਸਟਾਰਟ ਕਰ ਲਓ। ਵੈਸੇ ਰਿਸਕ ਲਵੋ ਨਾ ਕਿ ਪਹਿਲਾਂ ਹੀ ਕਰਵਾ ਲਓ, ਬਟ ਜੇ ਤੁਸੀਂ ਕਰਨਾ, ਜਦੋਂ ਗ੍ਰਾਂਟ ਕਰਤਾ ਤਾਂ ਉਦੋਂ ਹੈਲਥ ਕਵਰ ਲੈ ਕੇ ਆਸਟ੍ਰੇਲੀਆ ਆਓ, ਨਹੀਂ ਇਹ ਤੁਹਾਨੂੰ ਉਹਦੀ ਤੁਹਾਡਾ ਵੀਜ਼ਾ ਕੈਂਸਲ ਕਰ ਸਕਦੇ ਨੇ ਜਦੋਂ ਆਸਟ੍ਰੇਲੀਆ ਪਹੁੰਚਣ ਦੇ ਉੱਤੇ। ਸੋ ਜਿਹੜੇ ਅੱਜ ਕੱਲ੍ਹ ਸਟੂਡੈਂਟ ਪਾ ਰਹੇ ਨੇ, ਇੰਡੀਆ ਤੋਂ ਪਾ ਰਹੇ ਨੇ, ਪਾਕਿਸਤਾਨ ਤੋਂ ਪਾ ਰਹੇ ਨੇ, ਜਿਹੜੇ ਅੱਜ ਕੱਲ੍ਹ ਓਵਰਸੀਜ਼ ਬੈਠੇ ਵੀਜ਼ਾ ਅਪਲਾਈ ਕਰ ਰਹੇ ਨੇ, ਉਹ ਉੱਥੇ ਨੇ ਹਲੇ, ਕਿਉਂਕਿ ਸਾਨੂੰ ਪਤਾ ਹੈ ਕਿ ਸਟੂਡੈਂਟਸ ਹਲੇ ਆਉਣ ਨਹੀਂ ਲੱਗੇ ਹੈਗੇ, ਪਰ ਉਹਨਾਂ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੇ ਸਮੈਸਟਰ ਸ਼ੁਰੂ ਹੋ ਜਾਂਦੇ ਨੇ। ਸੋ ਕੀ ਉਹ ਫਿਲਹਾਲ ਹਲੇ OSHC ਨੂੰ ਰੱਦ ਨਹੀਂ, ਇਨ ਦੀ ਸੈਂਸ ਕਿ ਉਹ ਹਲੇ ਨਾ ਲੈਣ, ਜਦੋਂ ਆਸਟ੍ਰੇਲੀਅਨ ਉਦੋਂ ਲੈਣਾ ਪਏਗਾ ਕਿ ਹੁਣ ਹੀ ਲੈਣਾ ਪੈਣਾ ਉਹਨਾਂ ਨੂੰ? ਨਹੀਂ ਸਰ, ਜਦੋਂ ਫਾਈਲ ਆਈ ਹੈ ਉਦੋਂ ਹੀ ਲੈ ਕੇ ਕਰਨਾ, ਲੈਣਾ ਹੀ ਪਏਗਾ। ਜਿਹੜੀ ਮੈਂ ਆਪਸ਼ਨ ਦੱਸੀ ਹੈ ਕਿ ਉਹ ਸਿਰਫ ਡਿਪੈਂਡੈਂਟ ਵਾਸਤੇ ਆ, ਕਿ ਆਪਾਂ ਜੇ ਬਚਾਉਣਾ, ਵੈਸੇ ਬਚਾਓ ਨਾ ਉਹ ਚੀਜ਼, ਕਿਉਂਕਿ ਆਪਣੇ ਇਹ ਵੀਜ਼ਾ ਨੂੰ ਰਿਸਕ ਨਾ ਲਵੋ $100, $200, $500 ਵਾਸਤੇ। ਠੀਕ ਹੋ ਗਿਆ ਜੀ। ਅੱਛਾ, ਇੱਕ ਜਦੋਂ ਆਪਾਂ ਐਪਲੀਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਕੀ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਵਿੱਚ ਬਾਕੀ ਐਪਲੀਕੈਂਟ ਜਿਹੜੇ ਹੋਰ ਕੋਈ ਨਵਾਂ ਐਪਲੀਕੈਂਟ ਆ ਉਹਨੂੰ ਐਡ ਕਰ ਸਕਦਾ ਹੈ, ਪ੍ਰਾਇਮਰੀ ਐਪਲੀਕੈਂਟ? ਹਾਂਜੀ, ਹੁਣ ਗੌਤਮ ਹੁੰਦਾ ਕੀ ਆ, ਸਪੋਜ਼ ਕਰੋ ਇਹ ਇੱਕ ਬੰਦਾ ਆਸਟ੍ਰੇਲੀਆ ਦੇ ਵਿੱਚ ਆਈ, ਕੋਈ ਲੜਕਾ ਲੜਕੀ ਆਏ ਪੜ੍ਹਨ ਵਾਸਤੇ, ਚਲੋ ਉਰੇ ਆ ਕੇ ਉਸਨੂੰ ਪੜ੍ਹਦੇ ਕਿਸੇ ਨਾਲ ਇਹ ਚਲੋ ਲਵ ਅਫੇਅਰ ਉਹਦਾ ਹੋਇਆ ਨਾ, ਜਾਂ ਕੋਈ ਪਸੰਦ ਆ ਗਿਆ ਤੇ ਉਹਨੇ ਇਸ ਬੰਦੇ ਨਾਲ ਵਿਆਹ ਕਰਾ ਲਿਆ। ਹੁਣ ਜੇ ਲੜਕੀ ਸੀ, ਜਿਹੜਾ ਮੁੰਡਾ ਵੀ ਸਟੂਡੈਂਟ ਹੋ ਗਿਆ ਤੇ ਕੁੜੀ ਵੀ ਸਟੂਡੈਂਟ ਸੀ, ਤਾਂ ਬਾਅਦ ਚ ਲੜਕਿਆਂ ਦੀ, ਸਰ ਮੈਨੇ ਆਪਣਾ ਇਹ ਸਟੂਡੈਂਟ ਵੀਜ਼ਾ ਐਕਸਟੈਂਡ ਕਰਨਾ, ਤਾਂ ਆਪਾਂ ਕੀ ਕਰਨਾ, ਆਪਾਂ ਸਟੂਡੈਂਟ ਵੀਜ਼ਾ ਐਪਲੀਕੈਂਟ ਪਾ ਕੇ ਉਹਦੇ ਨਾਲ ਡਿਪੈਂਡੈਂਟ ਐਡ ਕਰ ਸਕਦੇ ਹਾਂ। ਜਾਂ ਬੱਚੇ ਦਾ ਪਹਿਲਾਂ ਕਪਲ ਸੀਗੇ, ਬਾਅਦ ਚ ਉਰੇ ਆ ਕੇ ਬੇਬੀ ਇਹ ਹੋ ਗਿਆ, ਤਾਂ ਫੈਮਿਲੀ ਦਾ ਵੀਜ਼ਾ ਅਪਲਾਈ ਕਰ ਸਕਦਾ, ਤਾਂ ਕੋਈ ਦਿੱਕਤ ਨਹੀਂ ਹੈਗੀ ਉਹਨਾਂ ਨੂੰ। ਤਾਂ ਇਹ ਤੇ ਕੋਈ ਰੋਕ ਨਹੀਂ ਹੈਗੀ ਕਿ ਇਹ ਸਿੰਗਲ ਤੇ ਤੁਹਾਨੂੰ ਲੱਗਿਆ ਸੀ ਕਿ ਸਿੰਗਲ ਹੀ ਤੁਹਾਨੂੰ ਅੱਗੇ ਅਪਲਾਈ ਕਰਨਾ। ਸੋ ਰੋਕ ਨਹੀਂ ਹੈਗੀ, ਕਰ ਸਕਦੇ ਹੋ ਐਜ਼ ਮੈਨੀ ਐਜ਼ ਐਪਲੀਕੈਂਟ ਯੂ ਆਰ। ਬਸ ਉਹੀ ਹੈ ਵੀ ਉਹਨਾਂ ਦਾ ਖਰਚਾ ਚੱਲ ਲਓ, ਫਿਰ ਸ਼ੋ ਮਨੀ ਕਰ ਦੋ ਨਾ। ਹਾਂ, ਖਰਚਾ ਚੱਲੋਗੇ ਬਿਲਕੁਲ। ਇੱਕ ਨਾ ਇਹਦੇ ਵਿੱਚ ਹੋਰ ਇੱਕ ਚੀਜ਼ ਹੋਰ ਹੁੰਦੀ ਹੈ ਗੁਰੂ ਜੀ, ਮੇਰੇ ਧਿਆਨ ਚ ਆ ਗਈ,
ਇਹ ਸਪੋਜ਼ ਕਰੋ ਹੁਣ ਤੁਹਾਡਾ ਇਹ ਤੁਸੀਂ ਸਿੰਗਲ ਸੀਗੇ, ਤੁਸੀਂ ਬਾਅਦ ਚੋਂ ਤੁਸੀਂ ਜਦੋਂ ਗ੍ਰਾਂਟ ਹੋ ਗਿਆ ਤੇ ਤੁਹਾਡਾ ਮੈਰਿਜ ਹੋ ਗਈ, ਇੱਕ ਫਾਰਮ ਹੁੰਦਾ ਚੇਂਜ ਆਫ ਸਰਕਮਸਟੈਂਸ ਦਾ, ਆਪਾਂ ਡਿਪਾਰਟਮੈਂਟ ਨੂੰ ਅਪਡੇਟ ਕਰਨਾ ਚਾਹੀਦਾ ਆਪਾਂ ਨੂੰ। ਓਕੇ ਠੀਕ ਹੈ। ਇਹ ਜੇ ਤੁਹਾਡੇ ਕੋਈ ਇਹ ਬੇਬੀ ਹੋ ਗਿਆ, ਤੁਹਾਨੂੰ ਮੈਂ ਇੱਕ ਦੱਸਦਾ, ਸਾਡੇ ਕੋਲ ਇੱਕ ਕੇਸ ਆਇਆ ਸੀ, ਉਹਦੇ ਵਿੱਚ ਕੀ ਹੋਇਆ, ਇੱਕ ਇਹ ਕਪਲ ਸਟੂਡੈਂਟ ਵੀਜ਼ਾ ਗ੍ਰਾਂਟ ਹੋ ਗਿਆ ਕਪਲ ਨੂੰ, ਉਦੋਂ ਬਾਅਦ ਕੀ ਹੋਇਆ, ਉਹਨਾਂ ਦਾ ਬੇਬੀ ਹੋ ਗਿਆ, ਉਹਨਾਂ ਨੇ ਡਿਪਾਰਟਮੈਂਟ ਨੂੰ ਅਪਡੇਟ ਹੀ ਨਹੀਂ ਕੀਤਾ 1 ਸਾਲ ਪੂਰਾ। ਐਂਡ ਲਾਸਟ ਡੇ ਉੱਤੇ ਜਿਵੇਂ 11 ਅਕਤੂਬਰ ਨੂੰ ਵੀਜ਼ਾ ਮੁੱਕਣਾ ਸੀਗਾ, ਠੀਕ ਹੈ ਜੀ, ਤੇ ਉਹਨਾਂ ਨੇ 9 ਅਕਤੂਬਰ ਨੂੰ ਸਾਨੂੰ ਅਪਰੋਚ ਕੀਤਾ ਕਿ ਸਰ ਸਾਡਾ ਸਟੂਡੈਂਟ ਵੀਜ਼ਾ ਪਾ ਦਿਓ, ਕਿਸੇ ਹੋਰ ਦੇ ਇਹ ਸੀਗਾ, ਠੀਕ ਹੈ ਜੀ। ਅਸੀਂ ਉਹਨੂੰ ਪੁੱਛਿਆ ਕਿ ਵੀ ਤੁਹਾਡੇ ਇਹ ਕੀ ਹੈਗਾ ਤੁਹਾਡੇ ਕੋਲ, ਯਾਨੀ ਕਿ ਉਹ ਕਹਿੰਦਾ ਸਾਡਾ ਬੇਬੀ ਆ, ਬੇਬੀ ਕੋਲ ਪਾਸਪੋਰਟ ਵੀ ਨਹੀਂ ਸੀਗਾ, ਤੇ ਉਹਨਾਂ ਨੇ ਅਪਡੇਟ ਹੀ ਨਹੀਂ ਕੀਤਾ, ਡਿਪਾਰਟਮੈਂਟ ਕੋਲ ਐਡ ਹੀ ਨਹੀਂ ਕਰਾਇਆ ਬੱਚੇ ਨੂੰ ਅੱਜ ਤੱਕ। 11 ਨੂੰ ਵੀਜ਼ਾ ਮੁੱਕਿਆ ਸੀ ਹਸਬੈਂਡ ਵਾਈਫ ਦਾ। ਫਿਰ ਉਹਨਾਂ ਨੂੰ ਦੱਸਿਆ ਕਿ ਸਾਨੂੰ ਇੱਕ ਐਪਲੀਕੇਸ਼ਨ ਫਾਰਮ ਭੇਜਣਾ ਚਾਹੀਦਾ ਡਿਪਾਰਟਮੈਂਟ ਨੂੰ, ਤਾਂ ਕਿ ਦੱਸਣਾ ਚਾਹੀਦਾ ਕਿ ਆਹ ਸਾਡੇ ਚੇਂਜ ਆਫ ਸਰਕਮਸਟੈਂਸ ਹੋ ਗਏ, ਸਾਡੇ ਫੈਮਿਲੀ ਵਿੱਚ ਬੇਬੀ ਇੰਕਲੂਡ ਹੋ ਗਿਆ, ਤਾਂ ਕਿ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਐਡ ਹੋ ਜਾਏ। ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਤੇ ਬੱਚਾ ਤੁਹਾਨੂੰ ਐਡ ਨਹੀਂ ਕੀਤਾ, ਤੁਹਾਡਾ ਬੱਚਾ ਇਲੀਗਲ ਹੋ ਜਾਊਗਾ। ਰਾਈਟ ਜਿਹਦਾ ਕਦੇ ਐਡ ਹੀ ਨਹੀਂ ਹੋਣਾ, ਡਿਪਾਰਟਮੈਂਟ ਤੁਹਾਡੇ ਤੋਂ ਬੱਚਾ ਵਾਪਸ ਲੈ ਕੇ ਜਾ ਸਕਦਾ, ਬਿਕੋਜ਼ ਤੁਸੀਂ ਇਰਰਿਸਪੌਂਸਿਬਲ ਪੇਰੈਂਟਸ ਦਾ ਤੁਹਾਨੂੰ ਮੰਗੋ ਕੀਤਾ। ਸਭ ਤੋਂ ਜ਼ਰੂਰੀ ਚੀਜ਼ ਆ ਜਿਹੜੀ ਵੀ ਫੈਮਿਲੀ ਦੇ ਵਿੱਚ ਸਰ ਕੁਝ ਵੀ, ਹਾਂ, ਜੋ ਵੀ ਤੁਸੀਂ ਸਿੰਗਲ ਤੋਂ ਕਪਲ ਹੋਏ ਹੋ, ਬੱਚਾ ਹੋਇਆ ਜਾਂ ਕੋਈ ਵੀ ਤੁਹਾਡੇ ਮੇਜਰ ਕੋਈ ਚੇਂਜ ਹੋਇਆ, ਤਾਂ ਡਿਪਾਰਟਮੈਂਟ ਨੂੰ ਅਪਡੇਟ ਜ਼ਰੂਰ ਕਰੋ, ਕਿਉਂਕਿ ਡਿਪਾਰਟਮੈਂਟ ਅਪਡੇਟ ਕਰੋਗੇ ਤਾਂ ਥੋੜੀ ਦਿਖਾਉਂਦਾ ਕਿ ਤੁਸੀਂ ਜੈਨੂਇਨ ਸਟੂਡੈਂਟ ਹੈਗੇ ਹੋ। ਕੱਲ ਨੂੰ ਜੈਨੂਇਨਟੀ ਬਣਦੀ ਇਸ ਚੀਜ਼ ਦੀ ਡਿਪਾਰਟਮੈਂਟ ਦੇ ਵਿੱਚ। ਰਾਈਟ ਅਰੁਣ ਜੀ, ਇੱਕ ਥੋੜਾ ਜਿਹਾ ਕੰਪਲਿਕੇਟਿਡ ਕੁਐਸਚਨ ਹੈਗਾ, ਉਹ ਇਹ ਹੈ ਕਿ ਮੰਨ ਲਓ ਕੋਈ ਸਟੂਡੈਂਟ MBA ਕਰ ਰਿਹਾ ਤੇ ਉਹਨੇ ਆਪਣੀ ਐਕਸਟੈਂਸ਼ਨ ਪਾਣੀ ਹੈ, ਉਹ ਆਖਰੀ ਸਮੈਸਟਰ ਨੂੰ ਐਕਸਟੈਂਡ ਕਰਵਾਉਣ ਦੀ ਬਜਾਏ ਉਹ ਕੀ ਨਵਾਂ ਕੋਰਸ ਹੀ ਲੈ ਸਕਦਾ, ਮੰਨ ਲਓ ਕੋਈ ਸੋਸ਼ਲ ਸਾਇੰਸਿਸ ਜਾਂ ਕੁਝ ਹੋਰ ਲੈ ਕੇ, ਤਾਂ ਕਿ ਉਹ ਇਹ ਸੋਚੇ ਕਿ ਕਿੱਥੇ ਮੈਨੂੰ ਇੱਕ ਐਕਸਟੈਂਸ਼ਨ ਤਾਂ ਮੈਂ ਪਾਣੀ ਹੋਇਆ, ਕਿੱਥੇ 6 ਮਹੀਨਿਆਂ ਦੀ ਜਾਂ 4 ਮਹੀਨਿਆਂ ਦੀ ਮਿਲਣੀ ਹੈ, ਕਿਤੇ ਮੈਂ ਪੂਰੀ ਡਿਗਰੀ ਉਹ ਲੈ ਲਵਾਂ, ਇੱਕ ਜਿਹੜਾ ਲੌਂਗ ਟਰਮ ਪੀਰੀਅਡ ਹੈ ਉਹੀ ਐਕਸਟੈਂਡ ਕਰਵਾ ਲਵਾਂ। ਸੋ ਕਿੰਨਾ ਕੁ ਸਹੀ, ਕਿੰਨਾ ਕੁ ਵਾਜਿਬ ਰਹੂਗਾ ਉਹ ਕਦਮ? ਗੌਤਮ ਜੀ, ਜਿਹੜੀ ਇਹ ਚੀਜ਼ ਆ ਨਾ, ਇਹ ਮਾਸਟਰ ਵਾਲੇ ਜਿਹੜੇ ਸਪੋਜ਼ ਹੁਣ ਇਹ ਕਿਸੇ ਬੱਚੇ ਦਾ ਮਾਸਟਰ ਇਸ ਮਹੀਨੇ ਵੀਜ਼ਾ ਮੁੱਕ ਰਿਹਾ, ਤੇ ਉਹਨਾਂ ਦੀ ਜਿਹੜੀ ਸਮੈਸਟਰ ਆ ਉਹ ਨੈਕਸਟ ਮੰਥ ਪੂਰਾ ਹੋ ਜਾਏਗਾ, ਤੇ ਉਹ ਚਾਹੇ ਸਰ ਮੈਂ 2 ਸਾਲ ਦਾ ਮੈਂ TR ਨਹੀਂ ਪਾਣੀ, ਮੈਂ 2 ਈਅਰ ਦਾ ਵੀਜ਼ਾ ਹੋ ਲੈਣਾ, ਤਾਂ ਆਪਣੀ ਨਵੀਂ ਕਾਲਜ 'ਚ ਐਡਮਿਸ਼ਨ ਲੈਣ, ਚਾਹੇ ਮਾਸਟਰ, ਚਾਹੇ ਜਿਹਦੇ 'ਚ ਮਰਜ਼ੀ, ਚਾਹੇ ਡਿਪਲੋਮਾ, ਐਡਵਾਂਸ ਡਿਪਲੋਮਾ, ਜਿਹਦੇ 'ਚ ਮਰਜ਼ੀ ਲੈ ਸਕਦੇ ਨੇ, ਤੇ ਆਪਣਾ ਵੀਜ਼ਾ ਫਾਈਲ ਕਰ ਸਕਦੇ ਨੇ। ਇਹਦੇ ਉੱਤੇ ਕੋਈ ਰੋਕ ਨਹੀਂ ਹੈਗੀ। ਐਟ ਦੀ ਐਂਡ ਤੁਸੀਂ GT ਕ੍ਰਾਈਟੇਰੀਆ ਮੀਟ ਕਰੋ। ਕੋਈ ਥੋੜਾ ਏਜੰਟ, ਥੋੜਾ ਸਿਆਣਾ ਜੀ ਤੁਹਾਨੂੰ ਦੱਸ ਸਕਦਾ ਕਿ GT ਕਿਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਮੇਨਟੇਨ ਕਰ ਸਕਦਾ ਤੇ ਕਿਵੇਂ ਬਣਦੀ ਆ। ਰਾਈਟ ਤੇ ਉਹ ਲੇਟਰ ਔਨ ਜਾ ਕੇ ਫਿਰ ਆਪਣਾ ਟੈਂਪਰੇਰੀ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਆ ਬਾਅਦ ਦੇ ਵਿੱਚ ਲੈ ਸਕਦੇ, ਇੱਕ ਸਟੱਡੀ ਤੋਂ ਬਾਅਦ ਦੂਸਰੀ ਸਟੱਡੀ ਖਤਮ ਹੋਣ ਤੋਂ ਬਾਅਦ? ਹਾਂਜੀ, ਜੇ ਤੁਹਾਡੀ ਜੇ ਨੈਕਸਟ ਈਅਰ ਤੁਹਾਨੂੰ ਲਈ ਆ, ਤੁਸੀਂ ਉਹਦੇ ਥੋੜਾ ਇਹ ਜੇ TR ਪੈਂਦੀ ਆ, ਜੇ ਡਿਪਲੋਮੇ ਵਿੱਚ ਆ ਤਾਂ ਉਹ ਚੈੱਕ ਕਰਨਾ ਕਿ ਕਿਹੜੀ ਲਿਸਟ ਦੇ ਵਿੱਚ ਹੈਗੀ ਆ। ਜੇ ਬੈਚਲਰ ਜਾਂ ਮਾਸਟਰ ਕੀਤੀ ਹੋਈ ਹੈ ਬੱਚੇ ਨੇ ਤਾਂ ਅਪਲਾਈ ਕਰ ਹੀ ਸਕਦਾ, ਫਿਰ ਕੋਈ ਦਿੱਕਤ ਨਹੀਂ ਹੈਗੀ ਉਸਨੂੰ, ਤਾਂ ਨੋਟ ਅ ਵੈਰੀ ਬਿਗ ਡੀਲ। ਬਟ ਥੋੜਾ GT ਕ੍ਰਾਈਟੇਰੀਆ ਮੀਟ ਹੋਣਾ ਚਾਹੀਦਾ ਤਾਂ ਕਿ ਸਟੂਡੈਂਟ ਵੀਜ਼ਾ ਐਕਸਟੈਂਡ ਹੋ ਜਾਏ ਤੇ ਤਰੀਕੇ ਨਾਲ ਹੋ ਜਾਏ। ਰਾਈਟ। ਅੱਛਾ, ਇੱਕ ਕੁਐਸਚਨ ਹੋਰ ਹੈਗਾ ਜੀ ਕਿ what if the student is not granted by the DOHA, Department of Home Affairs, and the student has finished the studies, what options are available for the student? ਹੁਣ ਇਹਦੇ ਗੌਤਮ ਜੀ ਹੁੰਦਾ ਕੀ ਆ, ਸਪੋਜ਼ ਕਰੋ ਇਹ ਕਿਸੇ ਬੱਚੇ ਦਾ 2 ਮਹੀਨੇ ਦੇ ਵਿੱਚ ਕੋਰਸ ਪੂਰਾ ਹੋ ਰਿਹਾ ਸੀਗਾ, ਤੇ ਉਹਦਾ ਜਿਹੜਾ ਵੀਜ਼ਾ ਖਤਮ ਹੋ ਰਿਹਾ 30 ਅਕਤੂਬਰ ਨੂੰ, ਆਪਾਂ ਜੇ ਅੱਜ ਵੀਜ਼ਾ ਫਾਈਲ ਕਰ ਦਿੰਦੇ ਆ, ਤੇ ਜੇ 2.5 ਸਾਲ ਦੇ ਵਿੱਚ, ਜੇ 2.5 ਮਹੀਨੇ ਦੇ ਵਿੱਚ ਜਿਹਦਾ ਵੀਜ਼ਾ ਗ੍ਰਾਂਟ ਨਹੀਂ ਹੁੰਦਾ, ਤਾਂ ਬੱਚਾ ਆਪਣੀ ਸਟੱਡੀ ਪੂਰੀ ਕਰਕੇ ਜੇ ਉਹ TR ਐਲੀਜੀਬਲ ਹੈਗਾ ਤਾਂ TR ਅਪਲਾਈ ਕਰ ਸਕਦਾ ਬਿਜ਼ੀ ਵੀਜ਼ੇ ਦੇ ਉੱਤੇ। ਯਾਨੀ ਕਿ ਚਾਹੇ ਸਟੂਡੈਂਟ ਦਾ ਗ੍ਰਾਂਟ ਨਹੀਂ ਹੋਇਆ, ਉਹ ਬਿਜ਼ੀ ਵੀਜ਼ਾ ਸੀਗਾ, ਤਾਂ TR ਅਪਲਾਈ ਕਰ ਸਕਦਾ ਆਪਣੀ। ਠੀਕ ਹੈ। ਜੇ ਵੀਜ਼ਾ ਰਿਫਿਊਜ਼ ਹੋ ਗਿਆ ਫਿਰ AT ਪਾਣੀ ਜੀ। ਫਿਰ AT ਪਾਣੀ ਪਏਗੀ। ਠੀਕ ਹੈ। ਜਿਹੜਾ ਤੁਸੀਂ ਬ੍ਰਿਜਿੰਗ ਵੀਜ਼ੇ ਦੀ ਗੱਲ ਕਰ ਰਹੇ ਹੋ, ਇਹ ਵੀ ਇੱਕ ਬੜਾ ਸਵਾਲ ਹੋ ਜਾਂਦਾ ਨਾ ਕਿ ਸਟੂਡੈਂਟ ਜਿਹੜੇ ਔਨਸ਼ੋਰ ਇੱਥੇ ਪੜ੍ਹਦੇ ਨੇ, ਜਿਹੜੇ ਇੱਥੇ ਆ ਕੇ, ਚਲੋ ਆ ਕੋਵਿਡ ਕਰਕੇ ਥੋੜਾ ਜਿਹਾ 2 ਅਲੱਗ-ਅਲੱਗ ਤਰ੍ਹਾਂ ਦੇ ਸਟੂਡੈਂਟ ਹੋ ਗਏ, ਇੱਕ ਆਫਸ਼ੋਰ ਬੈਠੇ ਵੀ ਪੜ੍ਹ ਰਹੇ ਨੇ ਵਿਚਾਰੇ, ਜਿਹੜੇ ਇੱਥੇ ਹੈਗੇ ਨੇ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ, ਉਹਨਾਂ ਨੇ ਸਟੂਡੈਂਟ ਵੀਜ਼ਾ ਐਕਸਟੈਂਡ ਕਰਨ ਲਈ ਪਾਇਆ। ਤੁਸੀਂ ਦੱਸਿਆ ਕਿ ਉਨੀ ਦੇਰ ਦੇ ਲਈ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਹੈ, ਜਿੰਨੀ ਦੇਰ ਤੱਕ ਨਵਾਂ ਸਟੂਡੈਂਟ ਵੀਜ਼ਾ ਗ੍ਰਾਂਟ ਨਹੀਂ ਹੁੰਦਾ ਹੈਗਾ। ਸੋ ਜਿੰਨੀ ਦੇਰ ਤੱਕ ਉਹ ਬ੍ਰਿਜਿੰਗ ਵੀਜ਼ਾ ਮਿਲਿਆ ਹੋਇਆ ਹੈ, ਔਰ ਸਟੂਡੈਂਟ ਦੇ ਕੋਲ ਜਿਹੜੇ ਵਰਕਿੰਗ ਰਾਈਟਸ ਦੀ ਆਪਾਂ ਗੱਲ ਕਰਦੇ ਹਾਂ ਕਿ 40 ਆਵਰਸ ਆ ਫੋਰਟਨਾਈਟ, ਬ੍ਰਿਜਿੰਗ ਵੀਜ਼ਾ ਦੇ ਵਿੱਚ ਵੀ ਸੇਮ ਕੰਡੀਸ਼ਨ ਰਹਿੰਦੀ ਹੈ ਵਰਕਿੰਗ ਆਵਰਸ ਦੀ?
ਇਹ ਹੁਣ ਇਹਦੇ ਵਾਸਤੇ ਗੌਤਮ ਜੀ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਲਾਂਚ ਕਰਦੇ ਹੋ, ਇਹ ਕਈ ਦੇ ਵਿੱਚ ਤਾਂ ਸੇਮ ਟੂ ਸੇਮ ਉਵੇਂ ਐਜ਼ ਇਟ ਇਜ਼ ਹੀ ਚੱਲਦਾ ਰਹਿੰਦਾ। ਠੀਕ ਹੈ ਉਹ ਜੀ। ਤੁਸੀਂ ਮਾਸਟਰ ਵਾਈਜ਼ ਸਟੂਡੈਂਟ ਸੀਗੇ, ਤੁਹਾਡੇ ਕੋਲੇ ਇਹ 3 ਮਹੀਨੇ 4 ਮਹੀਨੇ ਤੁਹਾਡੀ ਸਟੱਡੀ ਪੂਰੀ ਹੋ ਚੁੱਕੀ, ਤੁਸੀਂ ਨੈਕਸਟ ਸਟੱਡੀ ਤੁਹਾਡੀ ਸਟਾਰਟ ਹੋਣੀ ਮਾਰਚ ਦੇ ਵਿੱਚ। ਹਾਂਜੀ। ਤਾਂ ਕਈ ਵਾਰ ਬਿਜ਼ੀ ਵੇ ਫੁੱਲ ਟਾਈਮ ਐਜ਼ ਇਟ ਇਜ਼ ਦੇ ਦਿੰਦੇ ਨੇ, ਤੁਹਾਡਾ ਫੁੱਲ ਟਾਈਮ ਵਰਕ ਰਹਿੰਦਾ। ਕਈਆਂ ਜੇ ਡਿਪਲੋਮੇ ਵਾਲੇ ਬੱਚੇ ਨੇ, ਕਈਆਂ ਨੂੰ 20 ਘੰਟੇ ਅਲਾਉਡ ਸੀਗੇ ਉਹਨਾਂ ਨੂੰ ਹਮੇਸ਼ਾ ਨਾ ਇਹ ਥਰੂ ਆਊਟ ਦੀ ਟਾਈਮ, ਤੇ ਉਹਨੇ ਜਦੋਂ ਸਟੂਡੈਂਟ ਵੀਜ਼ਾ ਐਕਸਟੈਂਡ ਕੀਤਾ, ਜਿਹੜੀ ਸਟੱਡੀ ਆ ਉਹਨਾਂ ਦੀ 3 ਮਹੀਨੇ ਬਾਅਦ ਸਟਾਰਟ ਹੋ ਰਹੀ ਹੈ ਜਾਂ 4 ਮਹੀਨੇ ਸਟਾਰਟ ਹੋ ਰਹੀ ਆ, ਤਾਂ ਡਿਪਾਰਟਮੈਂਟ ਕਈ ਵਾਰ ਉੱਤੇ ਕਲੋਜ਼ ਲਗਾ ਦਿੰਦਾ ਕਿ ਜਦੋਂ ਤੱਕ ਤੁਹਾਡੀ ਸਟੱਡੀ ਸਟਾਰਟ ਨਹੀਂ ਹੁੰਦੀ ਤੁਹਾਡੇ ਕੋਲ ਉੱਤੇ ਕੋਈ ਰਾਈਟਸ ਨਹੀਂ ਹੈਗੇ। ਤਾਂ ਇਹ ਥੋੜਾ ਧਿਆਨ ਦੇਣ ਵਾਲੀ ਗੱਲ ਹੈ ਕਿ ਬਿਜ਼ੀ ਵੀ ਚੈੱਕ ਕਰ ਲਓ ਕਿ ਵੀ ਤੁਹਾਡੇ ਕੋਲ ਵਰਕਿੰਗ ਰਾਈਟਸ ਹੈਗੇ ਨੇ ਕਿ ਨਹੀਂ ਹੈਗੇ। ਮੋਸਟਲੀ ਕੇਸਾਂ 'ਚ ਦੇ ਦਿੰਦੇ ਨੇ, ਬਿਜ਼ੀ ਵੀਜ਼ਾ ਉਹੀ ਚੱਲੇਗਾ ਜਿਹੜਾ ਪੁਰਾਣਾ ਚੱਲ ਰਿਹਾ ਹੈ ਤੁਹਾਡਾ ਸਟੂਡੈਂਟ ਵੀਜ਼ਾ ਕਨਵਰਟ ਹੋ ਕੇ। ਤਾਂ ਫਿਰ ਵੀ ਕੋਈ ਚੈੱਕ ਕਰ ਲਓ, ਚੈੱਕ ਕਰ ਲੈਣਾ ਕਿ ਗਲਤੀ ਨਾ ਕਿਤੇ ਕਰ ਲਓ ਇਸ ਚੀਜ਼ ਦੇ ਵਿੱਚ ਤੁਸੀਂ ਜੀ। ਠੀਕ। ਅੱਛਾ ਅਰੁਣ ਜੀ, ਇੱਕ ਵਾਰ ਫਿਰ ਬਹੁਤ ਸਾਰੇ ਸਰੋਤਿਆਂ ਦੇ ਸਵਾਲ ਆ ਰਹੇ ਨੇ ਜੀ, ਦਰਸ਼ਕਾਂ ਦੇ ਸਵਾਲ ਆ ਰਹੇ ਨੇ ਜਿਹੜੇ ਫੇਸਬੁੱਕ ਦੇ ਉੱਤੇ ਪੁੱਛ ਰਹੇ ਨੇ। ਤੁਸੀਂ ਪਲੀਜ਼ ਥੋੜੀ ਜਿਹੀ ਵੇਟ ਕਰ ਲਿਓ ਕਿਉਂਕਿ ਅੱਗੇ ਚੱਲ ਕੇ ਫਿਰ ਸਵਾਲਾਂ ਦੇ ਜਵਾਬ ਹੀ ਦੇਣੇ ਨੇ। ਤੁਸੀਂ ਕੁਐਸਚਨ ਜ਼ਰੂਰ ਪੁੱਛਦੇ ਰਹੋ ਜੇ ਪੁੱਛਣਾ ਕੋਈ ਸਵਾਲ ਜੇ ਤੁਹਾਨੂੰ ਲੱਗਦਾ, ਕਿਉਂਕਿ ਫਿਰ ਸਮਾਂ ਬਹੁਤ ਲਿਮਿਟਡ ਹੁੰਦਾ ਤੇ ਇੰਨੀ ਦੇਰ ਦੇ ਵਿੱਚ ਤੁਹਾਡਾ ਕੁਐਸਚਨ ਆਉਣ ਲੱਗਦਾ ਤੇ ਉਨੀ ਦੇਰ ਦੇ ਵਿੱਚ ਅਰੁਣ ਜੀ ਦਾ ਟਾਈਮ ਥੋੜਾ ਹੁੰਦਾ ਤੇ ਫਿਰ ਉਨੀ ਦੇਰ 'ਚ ਉਹ ਚਲੇ ਜਾਂਦੇ ਨੇ। ਇੱਕ ਹੋਰ ਸਵਾਲ ਹੈ ਕਿ ਜੇ ਸਟੂਡੈਂਟ ਬੈਚਲਰ ਡਿਗਰੀ ਦੇ ਉੱਤੇ ਇੱਥੇ ਆਉਂਦਾ ਤੇ ਬਾਅਦ ਦੇ ਵਿੱਚ ਟ੍ਰੇਡ ਕੋਰਸ ਕਰਨ ਲੱਗ ਜਾਂਦਾ, ਪਰ ਉਹਦੇ ਕੋਲ ਫਿਊਚਰ ਦੀ ਜਿਹੜੀ ਬੈਚਲਰ ਡਿਗਰੀ ਉਹਦੀ ਸੀਓਈ ਹੈਗੀ ਹੈ, ਸੋ ਹੁਣ ਉਹ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਜਿਹੜਾ ਹੈਗਾ ਉਹ ਆਪਣੇ ਟ੍ਰੇਡ ਕੋਰਸ ਦੇ ਬੇਸ ਤੇ ਫਾਈਲ ਕਰੇਗਾ। ਠੀਕ ਹੈ, ਹੁਣ ਇਹ ਹੁੰਦਾ ਕੀ ਹੈ ਜੀ, ਇਹ ਅੱਜ ਕੱਲ੍ਹ ਸਭ ਤੋਂ ਇਹ ਕਾਫੀ ਜ਼ਿਆਦਾ ਇਹ ਸਟੂਡੈਂਟਸ ਇਹ ਵੀਜ਼ੇ ਫਾਈਲ ਕਰ ਰਹੇ ਨੇ। ਜੇ ਸਪੋਜ਼ ਤੁਹਾਨੂੰ ਹੁਣ ਤੁਸੀਂ ਆਏ ਸੀ 2 ਸਾਲ ਪਹਿਲਾਂ ਬੈਚਲਰ ਕੋਰਸ ਵਾਸਤੇ ਆਏ, ਤੁਸੀਂ ਕੀ ਕੀਤਾ, ਤੁਸੀਂ ਆ ਕੇ ਆਪਣਾ ਕੋਰਸ ਚੇਂਜ ਕਰ ਲਿਆ, ਡਿਪਲੋਮਾ ਕੁਕਰੀ ਦੇ ਵਿੱਚ, ਆਟੋਮੋਟਿਵ ਪੇਂਟਿੰਗ ਜਾਂ ਕਿਸੇ ਪਲੰਬਿੰਗ ਵਗੈਰਾ ਕਿਸੇ ਵਿੱਚ ਵੀ। ਉਦੋਂ ਬਾਅਦ ਤੁਹਾਨੂੰ ਕੀਤਾ, ਤੁਸੀਂ ਆਪਣੀ ਸਟੱਡੀ ਤੁਹਾਨੂੰ ਪੂਰੀ ਕਰ ਲਈ, ਜਾਂ ਤੁਹਾਡਾ ਹੁਣ ਪ੍ਰੈਕਟੀਕਲ ਹੋ ਨਹੀਂ ਰਹੇ ਤੇ ਤੁਹਾਡੀ ਸੀਓ ਡੈਫਰ ਹੋ ਗਈ ਡਿਪਲੋਮੇ ਦੀ ਜਾਂ ਸਰਟੀਫਿਕੇਟ ਦੀ ਕਿਸੇ ਦੀ ਵੀ ਹੈ ਨਾ, ਪਰ ਤੁਹਾਡੇ ਫਿਊਚਰ ਸੀਗੀ। ਹੁਣ ਤੁਹਾਡੇ ਦੋ ਰਸਤੇ ਨੇ, ਜਾਂ ਤਾਂ ਤੁਸੀਂ ਬੈਚਲਰ ਦੇ ਬੇਸ ਦੇ ਨਾਲ ਆਪਣਾ 3 ਸਾਲ ਦਾ ਵੀਜ਼ਾ ਅਪਲਾਈ ਕਰ ਲਓ ਅਗਲਾ, ਜਾਂ ਫਿਰ ਬੈਚਲਰ ਸੀ ਕੈਂਸਲ ਕਰਵਾਓ ਤੇ ਆਪਣਾ ਡਿਪਲੋਮਾ ਜਿਹੜਾ ਤੁਹਾਡਾ ਹੈਗਾ, ਜੇ 6 ਮਹੀਨੇ ਸਟੱਡੀ ਰਹਿ ਗਈ ਜਾਂ 3 ਮਹੀਨੇ ਰਹਿ ਗਈ, ਉਹਦੇ ਬੇਸ ਤੇ ਸਟੂਡੈਂਟ ਵੀਜ਼ਾ ਪਾ ਲਓ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਜੇ ਤੁਹਾਡੀ 2 ਮਹੀਨੇ ਸਟੱਡੀ ਰਹਿ ਗਈ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਬੈਚਲਰ ਦੇ ਸੀਓ ਦੇ ਨਾਲ ਲਾ ਕੇ ਵੀਜ਼ਾ ਨਹੀਂ ਫਾਈਲ ਕਰਨਾ ਚਾਹੀਦਾ, ਕਿਉਂਕਿ ਡਿਪਾਰਟਮੈਂਟ ਤੁਸੀਂ ਹੁਣ ਇਹ ਤੁਸੀਂ 3 ਸਾਲ ਪਹਿਲਾਂ ਤੁਸੀਂ ਪੜ੍ਹੀ ਗਏ, 3 ਸਾਲ ਅੱਗੇ ਤੁਸੀਂ ਪੜ੍ਹੀ ਜਾਓਗੇ, ਉਦੋਂ ਫਿਰ 2 ਸਾਲ TR, ਤੁਸੀਂ ਤਾਂ 8 ਸਾਲ ਪੜ੍ਹਨ ਦੇ ਵਿੱਚ ਲਾਤੇ, PR ਕਦੋਂ ਹੋਣਗੇ? ਠੀਕ ਹੈ ਜੀ। ਠੀਕ ਹੈ। ਸੈਕਿੰਡ ਚੀਜ਼, ਡਿਪਾਰਟਮੈਂਟ ਤੁਹਾਨੂੰ ਕਹੂਗਾ ਕਿ ਤੁਸੀਂ ਪਹਿਲਾਂ ਬੈਚਲਰ ਦੇ ਵਿੱਚ ਆਏ, ਤੁਸੀਂ ਦੁਬਾਰਾ ਬੈਚਲਰ ਕੀਤੀ ਨਹੀਂ, ਉਦੋਂ ਬਾਅਦ ਤੁਹਾਡੇ ਕੋਲ 2 ਮਹੀਨੇ ਤੁਹਾਡੀ ਸਟੱਡੀ ਰਹਿੰਦੀ ਸੀਗੀ, ਤੁਸੀਂ ਫਿਰ 3 ਸਾਲ ਦਾ ਵੀਜ਼ਾ ਮੰਗ ਰਹੇ ਹੋ, ਤਾਂ ਵੀਜ਼ਾ ਦੇ ਚਾਂਸ ਤੇ ਜੈਨੂਇਨ ਜਿਹੜਾ GT ਹੋਏਗਾ ਉਹ ਥੋੜੀ ਜਿਹੀ ਸਟਰੋਂਗ ਬਣਾਉਣੀ ਔਖੀ ਹੋ ਜਾਂਦੀ ਆ। ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਡਿਪਾਰਟਮੈਂਟ ਵੀਜ਼ਾ ਗ੍ਰਾਂਟ ਨਹੀਂ ਕਰਦਾ। ਅਸੀਂ ਫਾਈਲ ਕੀਤਾ ਸੀਗਾ ਇਹ ਲਾਸਟ ਮੰਥ VIT ਕਾਲਜ ਦੇ ਵਿੱਚ ਬੈਚਲਰ ਆਫ IT, ਬੱਚਾ ਪਹਿਲਾਂ IT ਕਰਨ ਵਾਸਤੇ ਉਰੇ ਆਇਆ ਸੀਗਾ, ਉਹਨੇ ਛੱਡ ਕੇ ਆਟੋਮੋਟਿਵ ਕਰ ਲਈ ਤੇ ਬਾਅਦ ਦੇ ਵਿੱਚ ਉਹਦਾ ਅਸੀਂ ਬੈਚਲਰ ਦੇ ਵਿੱਚ ਅਸੀਂ ਐਡਮਿਸ਼ਨ VIT ਕਾਲਜ ਕਰਵਾਤੀ ਤੇ ਡਿਪਾਰਟਮੈਂਟ ਉਹਦਾ ਮੈਡੀਕਲ ਮੰਗ ਲਿਆ। ਤਾਂ ਮੈਡੀਕਲ ਮੰਗਾ ਚੈੱਕ ਦਾ ਮਤਲਬ ਇਹ ਆ ਕਿ ਡਿਪਾਰਟਮੈਂਟ ਇਹ ਵੀਜ਼ਾ ਦੇਣ ਨੂੰ ਇੱਛੁਕ ਹੈਗਾ ਉਹਨੂੰ, ਤਾਂ 3 ਸਾਲ ਦਾ ਵੀਜ਼ਾ ਉਹਦਾ ਗ੍ਰਾਂਟ ਹੋ ਸਕਦਾ। ਓਕੇ, ਠੀਕ ਹੈ। ਤਾਂ ਅੱਛਾ, ਇੱਕ ਤਾਂ ਯਾਨੀ ਕਿ ਜੀ ਧਿਆਨ ਰੱਖੋ ਕਿ ਤੁਹਾਡਾ ਏਜੰਟ ਦੱਸੂਗਾ। ਜੀ ਇੱਕ ਬੜੀ ਟ੍ਰਿਕੀ ਸਿਚੁਏਸ਼ਨ ਬਣ ਰਹੀ ਅੱਜ ਕੱਲ ਜਿਹੜਾ COVID-19 ਦੇ ਦਿਨਾਂ 'ਚ ਨਾ ਅਰੁਣ ਜੀ, ਉਹ ਇਹ ਹੈਗੀ ਹੈ ਕਿ ਮੰਨ ਲਓ ਸਟੂਡੈਂਟ ਓਵਰਸੀਜ਼ ਚਲਾ ਜਾਂਦਾ, ਇੰਡੀਆ, ਪਾਕਿਸਤਾਨ, ਬਾਂਗਲਾਦੇਸ਼, ਜਿੱਥੇ ਵੀ ਉਹ ਰਹਿਣ ਵਾਲਾ ਹੈਗਾ, ਸਟੂਡੈਂਟ ਵੀਜ਼ਾ ਉਹਦਾ ਐਕਸਪਾਇਰ ਹੋ ਜਾਂਦਾ ਮੀਨਵਾਈਲ, ਪਰ ਉਹਦੀ ਸਟੱਡੀ ਹਲੇ ਪੈਂਡਿੰਗ ਪਈ ਹੈ। ਠੀਕ ਹੈ ਜੀ, ਉਹ ਮੰਨ ਲਓ ਇੱਥੇ ਸਮੈਸਟਰ ਨਹੀਂ ਕਰਕੇ ਗਏ, ਉਹਦੀ COE ਦੇ ਅਕੋਰਡਿੰਗ ਉਹਦਾ ਵੀਜ਼ਾ ਹੋ ਜਾਂਦਾ ਐਕਸਪਾਇਰ। ਹੁਣ ਕੀ ਉਹ ਜਿਹੜੀ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਹੈ, ਉਹ ਕੀ ਸਟੂਡੈਂਟ ਐਕਸਪਾਇਰ ਹੋਣ ਤੱਕ ਦੀ ਵੇਟ ਕਰੇ ਜਾਂ ਫਿਰ ਉਹਨੂੰ ਪਹਿਲਾਂ ਪਾ ਦੇਣਾ ਚਾਹੀਦਾ? ਕਿਉਂਕਿ ਇੱਥੇ ਅਕਸਰ ਇਹ ਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਕਿ 11 ਨੂੰ ਖਤਮ ਹੋ ਰਿਹਾ ਸੀ ਉਹਨਾਂ ਦਾ, ਉਹਨਾਂ ਨੇ 9 ਨੂੰ ਪਾਤਾ। ਸੋ ਓਵਰਸੀਜ਼ ਜਿਹੜੇ ਸਟੂਡੈਂਟ ਨੇ ਉਹ ਕੀ ਕਰਨ? ਸਰ ਦੇਖੋ, ਜਿਹੜੇ ਓਵਰਸੀਜ਼ ਸਟੂਡੈਂਟ ਬੈਠੇ ਨੇ ਇਸ ਟਾਈਮ, ਜਿਹੜੇ ਸਟਕ ਹੋਏ ਨੇ, ਤਾਂ ਉਹ ਜਦੋਂ ਮਰਜ਼ੀ ਵੀਜ਼ਾ ਆਪਣਾ ਫਾਈਲ ਕਰ ਸਕਦੇ, ਕਿਉਂਕਿ ਉਹਨਾਂ ਨੂੰ ਵੀਜ਼ਾ ਦਾ ਗ੍ਰਾਂਟ ਹੋਣਾ ਨਹੀਂਗਾ, ਬਿਕੋਜ਼ ਓਵਰਸੀਜ਼ ਬੈਠੇ ਨੇ। ਤੇ ਉਹਦਾ ਫਾਇਦਾ ਇਹ ਆ ਕਿ ਜਿੰਨੀ ਸਟੱਡੀ ਪੂਰੀ ਕਰ ਲੈਣਗੇ, ਤੇ ਜਦੋਂ ਤੁਹਾਡਾ ਵੀਜ਼ਾ ਖਤਮ ਹੋਣ ਵਾਲਾ, ਉਦੋਂ ਹਫ਼ਤੇ ਪਹਿਲਾਂ ਅਪਲਾਈ ਕਰ ਲਓ, ਤਾਂ ਕੋਈ ਫਰਕ ਨਹੀਂਗਾ, ਕਿਉਂਕਿ ਉਹਨਾਂ ਜਿੰਨਾ ਘੱਟ ਵੀਜ਼ਾ ਅਪਲਾਈ ਕਰੋਗੇ ਉਹਨਾਂ ਜ਼ਿਆਦਾ ਚਾਂਸ ਕਈ ਵਾਰ ਵੱਧ ਜਾਂਦਾ, ਕਿਉਂਕਿ ਤੁਹਾਡੀ ਸਟੱਡੀ ਥੋੜੀ ਪੂਰੀ ਹੋ ਜਾਏਗੀ। ਠੀਕ ਹੈ। ਸਪੋਜ਼ ਕਰੋ ਅੱਜ ਬੱਚੇ ਨੇ 50% ਸਟੱਡੀ ਪੂਰੀ ਕੀਤੀ ਆ ਤੇ ਉਹਦਾ ਵੀਜ਼ਾ ਪਿਆ 6 ਮਹੀਨੇ ਦਾ,
6 ਮਹੀਨੇ ਜਾ ਕੇ 75% ਸਟੱਡੀ ਪੂਰੀ ਕਰ ਲੇਗਾ ਤਾਂ ਕੱਲ ਨੂੰ ਡਿਪਾਰਟਮੈਂਟ 25% ਵਾਸਤੇ ਵੀਜ਼ਾ ਦੇਣ ਲੱਗੇ, ਗੁਰੇਜ਼ ਨਹੀਂ ਕਰਦਾ। ਜੇ ਉਹੀ ਚੀਜ਼ ਆਪਾਂ ਅੱਜ ਵੀਜ਼ਾ ਫਾਈਲ ਕਰਦੇ ਹਾਂ ਤਾਂ 50% ਵਾਸਤੇ ਡਿਪਾਰਟਮੈਂਟ ਦੇਖੂਗਾ ਕਿ ਬੱਚਾ ਪੜੂਗਾ ਕਿ ਨਹੀਂ ਪੜੂਗਾ। ਕਿਉਂਕਿ ਕਈ ਵਾਰ ਤੁਹਾਡਾ ਕੋਈ ਡੈਫਰ ਹੋ ਗਿਆ ਸਟੱਡੀ ਜਾਂ ਤੁਹਾਡੇ ਕੋਈ ਸਬਜੈਕਟ ਫੇਲ ਹੋ ਗਏ ਤਾਂ ਮੇਰੇ ਹਿਸਾਬ ਨਾਲ ਇਹ 1 ਮਹੀਨਾ ਜਾਂ 2 ਮਹੀਨੇ ਪਹਿਲਾਂ ਅਪਲਾਈ ਕਰ ਲਓ, ਉਹ ਫਾਈਨ ਆ ਤੁਹਾਨੂੰ, ਯਾਨੀ ਕਿ ਵਧੀਆ ਰਹੋਗੇ। ਜ਼ਿਆਦਾ ਪਹਿਲੀ ਕਰਨ ਨਾਲੋਂ ਤਾਂ 2 ਮਹੀਨੇ ਦੇ ਵਿੱਚ ਕਰ ਲਓ ਤਾਂ ਕੋਈ ਦਿੱਕਤ ਨਹੀਂ ਹੈਗੀ। ਬਾਕੀ ਜਦੋਂ ਮਰਜ਼ੀ ਫਾਈਲ ਕਰ ਸਕਦੇ ਹੋ ਤਾਂ ਕੋਈ ਦਿੱਕਤ ਨਹੀਂ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ। ਯੂਜੂਅਲੀ ਕਿੰਨਾ ਟਾਈਮ ਹੁੰਦਾ, ਪ੍ਰੋਸੈਸਿੰਗ ਟਾਈਮ ਕਿੰਨਾ ਹੁੰਦਾ ਜਦੋਂ ਇੱਕ ਵਾਰ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਤੁਸੀਂ ਪਾ ਦਿੰਦੇ ਹੋ? ਸਰ ਦੇਖੋ, ਇਹ ਡਿਪੈਂਡ ਕਰਦਾ ਕਿ ਵੀ ਜੇ ਲੈਵਲ 1 ਚ ਪਾਏ ਹੁੰਦੇ ਨੇ ਤਾਂ ਸਾਡੇ ਕੀ ਸੇਮ ਡੇ ਵੀ ਸਾਡੇ ਵੀਜ਼ੇ ਆਏ ਹੋਏ ਨੇ, ਤਾਂ ਅੱਜ ਕੱਲ੍ਹ ਟਾਈਮ 1 ਮਹੀਨਾ ਕੁ ਲੱਗ ਰਿਹਾ, 1 ਮੰਥ। ਜੇ ਤੁਹਾਡਾ ਮੈਡੀਕਲ ਵਗੈਰਾ ਸਭ ਕੁਝ ਡਨ ਹੋਇਆ ਹੋਇਆ, ਜੇ ਮੈਡੀਕਲ ਨਹੀਂ ਹੋਇਆ ਤਾਂ ਡਿਪਾਰਟਮੈਂਟ ਚੈੱਕ ਭੇਜਦਾ, ਤੁਸੀਂ ਫਿਰ ਮੈਡੀਕਲ ਬੁੱਕ ਕਰਾਓਗੇ। ਜਦੋਂ ਮੈਡੀਕਲ ਹੋਇਆ ਤਾਂ ਉਦੋਂ ਬਾਅਦ ਫਿਰ ਵੀਜ਼ਾ ਗ੍ਰਾਂਟ ਕਰਦੇ ਨੇ, ਪ੍ਰੋਸੈਸ ਕਰਦੇ ਨੇ। ਠੀਕ ਹੈ। ਇੱਕ ਦੋ ਸਵਾਲ ਅਰੁਣ ਜੀ ਤੁਹਾਡੇ ਤੋਂ ਅਸੀਂ ਲਵਾਂਗੇ ਔਰ ਉਸ ਤੋਂ ਬਾਅਦ ਜਿਹੜੇ ਫਿਰ ਅਜੇ ਬਾਂਸਲ ਜੀ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸਟੂਡੈਂਟ ਵੀਜ਼ਾ ਤੋਂ ਬਾਅਦ ਦੀਆਂ ਜਿਹੜੀਆਂ ਕੰਪਲਿਕੇਸ਼ਨਸ ਸ਼ੁਰੂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਆ ਰਹੇ ਨੇ ਸਾਡੇ ਤੱਕ। ਸੋ ਇੱਕ ਸਵਾਲ ਪਹਿਲਾਂ ਜਾਂਦੇ ਹੋਏ ਦੱਸ ਦਿਓ ਕਿ ਅਮਨਦੀਪ ਰੋਮਾਣਾ ਜੀ ਪੁੱਛ ਰਹੇ ਨੇ, ਕਹਿੰਦੇ ਹੈਲੋ ਸਰ ਕਿ ਮੇਰੀ ਸਟੱਡੀ COE ਦੇ ਅਕੋਰਡਿੰਗ 21 ਸਤੰਬਰ ਨੂੰ ਖਤਮ ਹੋ ਗਈ, ਬਟ ਕਰੋਨਾ ਵਾਇਰਸ ਕਰਕੇ ਕਾਲਜ ਓਪਨ ਨਹੀਂ, ਕੰਪਲੀਸ਼ਨ ਨਹੀਂ ਮਿਲ ਰਹੀ, ਵੀਜ਼ਾ 21 ਨਵੰਬਰ ਨੂੰ ਖਤਮ ਹੋਣਾ ਹੈ, ਕੀ ਕਰਨਾ ਚਾਹੀਦਾ ਹੈ ਮੈਨੂੰ? ਠੀਕ ਹੈ, ਇਹਨਾਂ ਨੂੰ ਮੈਂ ਚਾਹੁੰਦਾ ਆਪਣੇ ਕਾਲਜ ਨੂੰ ਈਮੇਲ ਕਰਨ ਤਾਂ ਕਿ ਉਹ ਕੰਪਲੀਸ਼ਨ ਲੈਟਰ ਇਸ਼ੂ ਕਰ ਦੇਣ। ਜਿਹਨਾਂ ਦਾ TR ਲਿਸਟ ਦੇ ਵਿੱਚ ਆਂਦਾ ਜੇ ਕੋਰਸ ਕੋਈ ਵੀ ਹੈਗਾ ਤਾਂ ਆਪਣੀ TR ਅਪਲਾਈ ਕਰ ਸਕਦੇ ਨੇ, ਨਹੀਂ ਤਾਂ ਫਿਰ ਨਵੀਂ COE ਲੈ ਲੈਣ, ਕਿਸੇ ਵੀ ਕਾਲਜ ਦੀ ਲੈਵਲ 1 ਦੀ ਲੈ ਲੈਣ ਤੇ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਦੇਣ। ਜੇ 20 ਨਵੰਬਰ ਤੱਕ ਵੇਟ ਕਰ ਲੈਣ, ਯਾਨੀ ਕਿ 15 ਨਵੰਬਰ ਤੱਕ ਵੇਟ ਕਰ ਲੈਣ। ਜੇ ਨਹੀਂ ਕੰਪਲੀਸ਼ਨ ਲੈਟਰ ਮਿਲਿਆ ਤਾਂ ਫਿਰ ਆਪਣੀ ਨਵਾਂ ਲੈਵਲ 1 ਦੀ ਲੈ ਕੇ ਸਟੂਡੈਂਟ ਵੀਜ਼ਾ ਪਾ ਦੇਣ। ਜਦੋਂ ਕੋਵਿਡ ਤੋਂ ਬਾਅਦ ਉਹਨਾਂ ਕੰਪਲੀਸ਼ਨ ਲੈਟਰ ਮਿਲ ਗਿਆ ਤਾਂ ਫਿਰ TR ਪਾ ਲੈਣ ਡਿਊਰਿੰਗ ਦੀ ਵੀਜ਼ਾ ਦੇ ਵਿੱਚ, ਤਾਂ ਕੋਈ ਦਿੱਕਤ ਨਹੀਂ ਆਣੀ ਇਹਨਾਂ ਨੂੰ ਜੀ। ਓਕੇ। ਹਰਮਨ ਸੰਧੂ ਜੀ ਕਹਿ ਰਹੇ ਨੇ, ਕਹਿੰਦੇ ਮੇਰਾ ਮਾਸਟਰ ਵੀਜ਼ਾ ਐਕਸਪਾਇਰ ਹੋ ਰਿਹਾ ਮਾਰਚ 2021 ਚ, ਵੈਨ ਸ਼ੈਲ ਆਈ ਅਪਲਾਈ ਫॉर ਐਕਸਟੈਂਸ਼ਨ? ਕਿਹੜਾ ਸਹੀ ਟਾਈਮ ਰਹੂਗਾ ਵੀ ਸਟੂਡੈਂਟ ਵੀਜ਼ਾ ਦੀ ਐਕਸਟੈਂਸ਼ਨ ਪਾ ਸਕਣ ਇਹ? ਹਰਮਨ ਸਿੰਘ ਮੈਨੂੰ ਇੱਕ ਚੀਜ਼ ਦੱਸੋ, ਤੁਹਾਡਾ ਇਹ ਕਿੰਨੇ ਤੁਹਾਡੇ ਸਮੈਸਟਰ ਰਹਿ ਗਏ ਤੇ ਤੁਹਾਡੀ ਯੂਨੀਵਰਸਿਟੀ ਕਿਹੜੀ ਹੈਗੀ ਆ? ਜੇ ਮਾਰਚ 2021 ਤਾਂ ਕਿੰਨੇ, ਜੇ ਇੱਕ ਸਮੈਸਟਰ ਰਹਿ ਗਿਆ, 2 ਰਹਿ ਗਏ ਜਾਂ ਪੂਰਾ 1.5 ਸਾਲ ਪਿਆ, ਕਿੰਨਾ ਪਿਆ ਨਾ, ਕਦੋਂ ਤੁਹਾਨੇ ਕੋਰਸ ਚੇਂਜ ਕੀਤਾ ਸੀਗਾ? ਸੈਕਿੰਡ ਜੀ, ਜੇ ਤੁਹਾਡਾ ਲੈਵਲ 1 ਦਾ ਇਹ ਜੇ ਤੁਹਾਡਾ ਕਾਲਜ ਹੈਗਾ ਕਪਲਾਨ ਹੋਮਸ ਵਗੈਰਾ ਟੋਰੈਂਸ ਵਗੈਰਾ ਹੈਗੇ ਨੇ ਤਾਂ ਹੁਣ ਵੀ ਪਾ ਸਕਦੇ ਹੋ, ਜਾਂ ਤੁਸੀਂ ਫੈਬਰੀ ਦੇ ਵਿੱਚ ਪਾ ਲਓ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ। ਵੀਜ਼ਾ ਈਜ਼ੀਲੀ ਐਕਸਟੈਂਡ ਹੁਣ ਹੋ ਰਹੇ ਨੇ ਕਿਉਂਕਿ ਅਸੀਂ ਖੁਦ ਵੀ 100% ਸਕਸੈਸ ਰੇਟ ਚੱਲ ਰਿਹਾ ਜਨਵਰੀ ਤੋਂ ਲੈ ਕੇ ਹੁਣ ਤੱਕ ਸਟੂਡੈਂਟ ਵੀਜ਼ਾ ਦੇ ਵਿੱਚ ਹੀ। ਠੀਕ ਹੈ ਜੀ। ਜਿਹੜੀ ਆਪਾਂ ਜਿਹੜੀ ਐਕਸਟੈਂਸ਼ਨ ਦੀ ਗੱਲ ਕਰ ਰਹੇ ਸੀਗੇ ਜੀ, ਸਟੂਡੈਂਟ ਵੀਜ਼ਾ ਐਕਸਟੈਂਸ਼ਨ ਤੇ ਆਫਸ਼ੋਰ ਬੱਚਿਆਂ ਦੇ ਲਈ ਗੱਲ ਕਰ ਰਹੇ ਸੀਗੇ ਅਰੁਣ ਜੀ, ਆਖਰੀ 2 ਸਵਾਲ ਨੇ, ਉਹਨਾਂ ਦੇ ਵੀ ਜਵਾਬ ਦੇ ਦਿਓ ਪਲੀਜ਼। ਉਹ ਇਹ ਪੁੱਛ ਰਹੇ ਨੇ, ਕਹਿੰਦੇ ਕਿ what would be the processing time for visa extension for offshore stuck student? ਜਿਹੜੇ ਆਫਸ਼ੋਰ ਨੇ ਉਹਨਾਂ ਨੇ ਜੇ ਐਕਸਟੈਂਸ਼ਨ ਪਾਣੀ ਹੋਵੇ 1 ਮਹੀਨਾ ਤਾਂ ਇੱਥੇ ਵਾਲਿਆਂ ਨੂੰ ਲੱਗੇਗਾ, ਉੱਥੇ ਵਾਲਿਆਂ ਨੂੰ ਕਿੰਨਾ ਲੱਗੇਗਾ? ਜੀ ਜੀ ਜੀ, ਹੁਣ ਮੈਂ ਇਹਦੇ ਵਾਸਤੇ ਨਾ ਡਿਫਰੈਂਟ ਚੀਜ਼ਾਂ, ਹੁਣ ਅਸੀਂ ਇੱਕ ਪਾਏ ਸੀਗਾ, ਇਹ ਇੱਕ ਆਫਸ਼ੋਰ ਸਟੱਡੀ ਸਟੂਡੈਂਟ ਸੀਗੀ, ਸਟਕ ਹੋ ਗਈ ਇੰਡੀਆ ਦੇ ਵਿੱਚ। ਉਹ ਸਟੂਡੈਂਟ ਸੀਗੀ ਹੋਮਸ ਕਾਲਜ ਦੀ ਤੇ ਉਸਦਾ 1 ਸਮੈਸਟਰ ਰਹਿ ਗਿਆ ਸੀਗਾ ਤੇ ਉਹਨੇ ਡੈਫਰ ਕਰਵਾ ਲਿਆ ਸੀਗਾ। ਅਸੀਂ ਉਹਦਾ ਵੀਜ਼ਾ ਫਾਈਲ ਕੀਤਾ ਸ਼ੁੱਕਰਵਾਰ ਨੂੰ ਤੇ ਮੰਗਲਵਾਰ ਨੂੰ ਉਹਦਾ ਵੀਜ਼ਾ ਆ ਗਿਆ ਵਿਦਿਨ 3 ਡੇਜ਼। ਹੁਣ ਐਵੇਂ ਇੱਕ ਸਟੂਡੈਂਟ ਦਾ ਅਸੀਂ ਹੋਰ ਫਾਈਲ ਕੀਤਾ ਸੀਗਾ, ਉਹਦੀ ਸਟੱਡੀ ਫੀਸ ਸੀ 50% ਜੀ, ਉਸ ਨੂੰ ਲੱਗ ਗਿਆ ਸੀ 20 ਦਿਨ। ਅੱਛਾ ਜੀ। ਤਾਂ ਮੈਕਸਿਮਮ 1 ਮੰਥ ਦਾ ਟਾਈਮ ਤੁਸੀਂ ਲਗਾ ਸਕਦੇ ਹੋ ਐਸ ਪਰ ਸਾਡੇ ਜਿਹੜੇ ਪ੍ਰੋਸੈਸ ਸਾਡੀ ਐਪਲੀਕੇਸ਼ਨ ਹੋਈਆਂ ਨੇ, ਤਾਂ 1 ਮਹੀਨੇ ਦੇ ਵਿੱਚ ਸਾਰੇ ਰਿਜ਼ਲਟ ਆ ਹੀ ਜਾਂਦੇ ਨੇ। ਓਕੇ, ਠੀਕ ਹੈ। ਅਰੁਣ ਜੀ, ਉਹਨਾਂ ਨੇ ਜਵਾਬ ਦਿੱਤਾ ਹਰਮਨ ਜੀ ਨੇ, ਉਹ ਕਹਿੰਦੇ ਕਿ ਟੋਰੈਂਸ ਯੂਨੀਵਰਸਿਟੀ ਹੈ, ਪਾਸਡ 5 ਸਬਜੈਕਟਸ 5 ਸਬਜੈਕਟ। ਬਸ ਠੀਕ ਹੈ, ਤਾਂ ਫਿਰ ਕਾਫੀ ਪਿਆ ਹਜੇ। ਤੁਸੀਂ ਫਿਰ ਇੱਕ ਕੰਮ ਕਰਿਓ ਹਰਮਨ ਜੀ, ਤੁਸੀਂ ਫੈਬਰੀ ਦੇ ਵਿੱਚ ਵੀਜ਼ਾ ਅਪਲਾਈ ਕਰ ਲਿਓ ਕਿਉਂਕਿ ਟੋਰੈਂਸ ਉਦੋਂ ਤੱਕ ਲੈਵਲ 1 ਹੀ ਰਹੇਗੀ, ਕਿਉਂਕਿ 26 ਮਾਰਚ ਇਹ ਲਾਸਟ ਵੀਕ ਆਫ ਮਾਰਚ ਤੇ ਲਾਸਟ ਵੀਕ ਸਤੰਬਰ ਦੇ ਵਿੱਚ ਲੈਵਲ ਚੇਂਜ ਹੁੰਦੇ ਨੇ ਕੰਟਰੀ ਤੇ ਕਾਲਜ ਦੇ। ਠੀਕ ਹੈ, ਤਾਂ ਫੈਬ ਦੇ ਵਿੱਚ ਵੀਜ਼ਾ ਅਪਲਾਈ ਕਰ ਲਿਓ, ਤੁਹਾਡਾ ਵੀਜ਼ਾ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ। ਤਾਂ ਹਜੇ ਤੁਹਾਨੂੰ ਲੋੜ ਨਹੀਂ, ਕੋਈ ਪਲੈਂਟੀ ਆਫ ਟਾਈਮ ਪਿਆ ਹਜੇ, ਤਾਂ ਲੋੜ ਨਹੀਂ ਤੁਹਾਨੂੰ ਵੀਜ਼ਾ ਫਾਈਲ ਕਰਨ ਦੀ ਹਜੇ, ਈਜ਼ੀਲੀ ਵੀਜ਼ਾ ਗ੍ਰਾਂਟ ਤੁਹਾਨੂੰ ਹੋ ਸਕਦਾ। ਬਹੁਤ ਸ਼ੁਕਰੀਆ ਅਰੁਣ ਜੀ, ਥੈਂਕ ਯੂ ਸੋ ਮਚ। ਅਸੀਂ ਜੇ ਹੋ ਸਕੇ ਤਾਂ ਅਜੇ ਬਾਂਸਲ ਜੀ ਦੀਆਂ ਵੀ ਅੱਜ ਦੇ ਦਿਨ ਸੇਵਾਵਾਂ ਲਵਾਂਗੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਔਰ ਸਰੋਤਿਆਂ ਨੂੰ ਇਹ ਦੱਸ ਦਿੰਦੇ ਹਾਂ ਕਿ ਅਰੁਣ ਜੀ ਦੇ ਸਵਾਲਾਂ ਦੇ ਜਵਾਬ ਜਿਹੜੇ ਦੇ ਰਹੇ ਸੀਗੇ, ਇਹ ਹਾਲੇ ਸਿਲਸਿਲਾ ਇੱਥੇ ਖਤਮ ਨਹੀਂ ਹੋਇਆ। ਅਸੀਂ ਤੁਹਾਡੇ ਸਵਾਲ ਫੇਰ ਵੀ ਲੈ ਕੇ ਰੱਖਾਂਗੇ, ਅੱਗੇ ਵੀ ਚੱਲ ਕੇ ਸਵਾਲ ਤੁਹਾਡੇ ਚੱਲਦੇ ਰਹਿਣਗੇ। ਤੁਸੀਂ ਆਪਣੇ ਕੁਐਸਚਨਸ ਪੁੱਛ ਸਕਦੇ ਹੋ facebook.com/ਹਾਂਜੀ-sydney, ਜਾਂ ਫਿਰ ਇਹ ਜਿਹੜਾ ਲਾਈਵ ਤੁਸੀਂ ਸੁਣ ਰਹੇ ਹੋ ਇਹਦੇ ਥੱਲੇ ਵੀ ਪੁੱਛ ਸਕਦੇ ਹੋ। ਜਿਹੜੇ ਰੇਡੀਓ ਦੇ ਉੱਤੇ ਨੇ ਉਹ ਸਾਨੂੰ 0472 641674 ਦੇ ਉੱਤੇ
ਮੈਸੇਜ ਕਰਕੇ ਵੀ ਪੁੱਛ ਸਕਦੇ ਨੇ, ਕਾਲ ਵੀ ਕਰ ਸਕਦੇ ਹੋ। ਸੋ ਸਵਾਲਾਂ ਦੇ ਜਵਾਬ ਦੇਣ ਦੇ ਲਈ ਹੁਣ ਅਜੇ ਬਾਂਸਲ ਜੀ ਸਾਡੇ ਨਾਲ ਹੋਣਗੇ ਜੀ, ਔਰ ਜਿਹੜੇ ਤੁਹਾਡੇ ਬਾਕੀ ਦੇ ਰਹਿੰਦੇ ਸਵਾਲ ਹੈਗੇ ਨੇ ਪਲੱਸ ਕੁਝ ਹੋਰ ਮੁੱਦੇ ਹੈਗੇ ਨੇ ਉਹਨਾਂ ਦੇ ਵੀ ਜਵਾਬ ਦੇਣ ਦੇ ਲਈ ਅਜੇ ਬਾਂਸਲ ਜੀ ਇਸ ਵਕਤ ਸਾਡੇ ਨਾਲ ਔਨ 에ਅਰ ਹੈਗੇ ਨੇ। ਅਜੇ ਜੀ ਵੈਲਕਮ ਟੂ ਦਿਸ ਸ਼ੋ ਜੀ। ਵੈਲਕਮ ਜੀ, ਥੈਂਕ ਯੂ ਜੀ। ਅਜੇ ਜੀ ਜਿਹੜਾ ਅਸੀਂ ਅਰੁਣ ਬਾਂਸਲ ਜੀ ਦੇ ਨਾਲ ਅੱਜ ਦਾ ਵਿਸ਼ਾ ਜਿਹੜਾ ਕਰ ਰਹੇ ਸੀਗੇ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨੂੰ ਲੈ ਕੇ, ਉਹਦੇ 'ਚ ਇੱਕ ਹੋਰ ਰਹਿੰਦਾ ਸਵਾਲ ਹੈਗਾ, ਇੱਕ ਬੜਾ ਇੰਪੋਰਟੈਂਟ ਟੌਪਿਕ ਹੈਗਾ, ਉਹਦਾ ਆਪਾਂ ਜਵਾਬ ਲੈ ਲਈਏ ਤੇ ਫਿਰ ਜਿਹੜੇ ਲਿਸਨਰਸ ਹੈਗੇ ਨੇ, ਜਿਹੜੇ ਸਾਡੇ ਨਾਲ ਵਿਊਅਰਸ ਜੁੜੇ ਹੋਏ ਨੇ ਫੇਸਬੁੱਕ ਦੇ ਉੱਤੇ, ਫਿਰ ਉਹਨਾਂ ਦੇ ਵੀ ਆਪਾਂ ਕੁਐਸਚਨਸ ਲਵਾਂਗੇ। ਉਹ ਇਹ ਹੈਗਾ ਹੈ ਕਿ ਜੇ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾਉਂਦੇ ਨੇ ਜਿਹੜੇ ਸਟੂਡੈਂਟ, ਮੰਨ ਲਓ ਸਟੂਡੈਂਟ ਵੀਜ਼ਾ ਹੀ ਆਪਣੇ ਆਪ ਦੇ ਵਿੱਚ ਐਕਸਪਾਇਰ ਹੋ ਜਾਂਦਾ ਹੈ ਜਾਂ ਰਿਫਿਊਜ਼ ਹੋ ਜਾਂਦਾ ਹੈ ਜਾਂ ਐਕਸਟੈਂਸ਼ਨ ਰਿਫਿਊਜ਼ ਹੋ ਜਾਂਦੀ ਹੈ, ਤੇ ਫਿਰ AAT ਦੀ ਕੀ ਪ੍ਰੋਸੈਸਿੰਗ ਹੈਗੀ ਹੈ, ਉਹ ਥੋੜਾ ਜਿਹਾ ਕੰਪਲਿਕੇਸ਼ਨ ਆ ਜਾਂਦੀ ਹੈ, ਬਹੁਤ ਸਾਰੇ ਸਟੂਡੈਂਟ ਉੱਤੇ ਝਟਕਾ ਖਾ ਜਾਂਦੇ ਨੇ। ਸੋ ਉਹਦੇ ਬਾਰੇ ਥੋੜਾ ਜਿਹਾ ਕਲੀਅਰ ਕਰਿਓ ਕਿ ਉਹਨਾਂ ਦੀ ਫਿਰ ਕਿਸ ਤਰੀਕੇ ਦੇ ਨਾਲ ਉਹ ਆਪਣਾ AAT ਪ੍ਰੋਸੈਸ ਕਰਵਾ ਸਕਦੇ ਨੇ। ਠੀਕ ਹੈ ਸਰ ਗੌਤਮ ਜੀ, ਇਦੋਂ ਪਹਿਲਾਂ ਕਿ AAT ਤੋਂ ਪਹਿਲਾਂ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਜੀ, ਜਿਹੜੀ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਟਰਮ ਆ, ਐਕਚੁਅਲੀ ਇਹ ਟਰਮ ਹੀ ਗਲਤ ਹੈ ਜੀ। ਇਹ ਵਾਈਡਲੀ ਅਸੀਂ ਵੀ ਟੌਪਿਕ ਜਾਣਬੁੱਝ ਕੇ ਰੱਖਿਆ ਕਿਉਂਕਿ ਇਹ ਟਰਮ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਵਾਈਡਲੀ ਯੂਜ਼ ਕੀਤੀ ਜਾਂਦੀ ਹੈ, ਸਟੂਡੈਂਟਸ ਵੱਲੋਂ, ਏਜੰਟਸ ਵੱਲੋਂ, ਅਸੀਂ ਵੀ ਯੂਜ਼ ਕਰਦੇ ਹਾਂ। ਦੇਖੋ ਆਪਾਂ ਟੌਪਿਕ ਵੀ ਰੱਖਿਆ ਕਿਉਂਕਿ ਤਾਂ ਕਿ ਸਮਝ ਆ ਜਾਏ, ਪਰ ਐਕਚੁਅਲ ਦੇ ਵਿੱਚ ਆਸਟ੍ਰੇਲੀਅਨ ਵੀਜ਼ਾ ਐਕਸਟੈਂਡ ਨਹੀਂ ਹੁੰਦੇ ਜੀ। ਤੁਸੀਂ ਹਮੇਸ਼ਾ ਨਵਾਂ ਵੀਜ਼ਾ ਹੀ ਅਪਲਾਈ ਕਰਦੇ ਹੋ ਜੀ। ਤਾਂ ਬੇਸਿਕਲੀ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਨਹੀਂ ਹੈਗੀ ਜੀ, ਉਹ ਨਿਊ ਸਟੂਡੈਂਟ ਵੀਜ਼ਾ ਹੁੰਦਾ ਜੀ ਉਹ। ਤਾਂ ਇਹ ਸਰ ਮੈਂ ਤਾਂ ਦੱਸਿਆ ਤਾਂ ਕਿ ਆਪਾਂ ਥੋੜੇ ਫੈਕਚੁਅਲੀ ਸਹੀ ਰਹੀਏ। ਬਿਲਕੁਲ ਠੀਕ ਹੈ। ਤੇ ਹੁਣ ਉਸ ਤੋਂ ਬਾਅਦ ਜਦੋਂ ਆਪਾਂ ਨਵਾਂ ਵੀਜ਼ਾ ਅਪਲਾਈ ਕਰਦੇ ਹਾਂ, ਠੀਕ ਹੈ, ਨਵਾਂ ਵੀਜ਼ਾ ਬਿਲਕੁਲ ਜੀ, ਪਰ ਵਾਈਡਲੀ ਯੂਜ਼ ਹੁੰਦੀ ਆ, ਤਾਂ ਕਿਤੇ ਨਾ ਕਿਤੇ ਨੋਬਡੀ ਕੈਨ ਕਮੈਂਟ, ਹਨਾ। ਜਿਵੇਂ ਕਿਸੇ ਦਾ ਨਾਮ ਆ ਜੀ, ਅਜੇ ਵੀ ਹੈ, ਸੋਨੀ ਵੀ ਹੈ, ਸਾਰੇ ਇੱਕ ਬੰਦੇ ਦੇ ਕਈ ਨਾਮ ਹੋ ਸਕਦੇ ਨੇ, ਜਿਸ ਤਰ੍ਹਾਂ ਫਿਰ ਆਪਣੀ ਜਿਵੇਂ ਜਿਹਨੂੰ ਠੀਕ ਲੱਗਦਾ ਉਵੇਂ ਬੰਦਾ ਵਰਤ ਲੈਂਦਾ ਨਾ। ਤੇ ਹੁਣ ਰਹੀ ਦੂਜੀ ਗੱਲ ਜੀ ਆਪਣੀ AAT ਦੀ। ਜਦੋਂ ਆਪਣਾ ਵੀਜ਼ਾ ਰਿਫਿਊਜ਼ ਹੁੰਦਾ ਜੀ ਆਸਟ੍ਰੇਲੀਆ ਦੇ ਵਿੱਚ, ਠੀਕ ਹੈ ਜੀ, ਕੋਈ ਵੀ ਵੀਜ਼ਾ, ਮੋਸਟਲੀ ਜਿਹੜੇ ਵੀਜ਼ੇ ਰਿਫਿਊਜ਼ ਹੁੰਦੇ ਨੇ ਜੀ, ਤਾਂ ਤੁਸੀਂ ਉਹਨੂੰ ਅਪੀਲ ਕਰ ਸਕਦੇ ਹੋ ਜੀ ਐਡਮਿਨਿਸਟ੍ਰੇਟਿਵ ਅਪੀਲਸ ਟ੍ਰਾਈਬਿਊਨਲ ਦੇ ਵਿੱਚ, ਇਨ ਸ਼ਾਰਟ ਦੇ ਵਿੱਚ AAT ਦੇ ਵਿੱਚ। ਤੁਹਾਨੂੰ 21 ਦਿਨ ਦਿੱਤੇ ਜਾਂਦੇ ਨੇ ਜੀ ਅਪੀਲ ਕਰਨ ਲਈ। ਇਹ ਇੱਕ ਲੈਜਿਸਲੇਟਿਵ ਰਿਕੁਆਇਰਮੈਂਟ ਆ ਜੀ। ਬੇਸਿਕਲੀ 21 ਦਿਨ ਮਤਲਬ 21 ਦਿਨ ਜੀ। ਜੇ ਅਸੀਂ 22ਵੇਂ ਦਿਨ ਅਪਲਾਈ ਕਰਦੇ ਹੋ ਜੀ, ਤਾਂ ਤੁਹਾਡੀ ਫਾਈਲ ਐਕਸੈਪਟ ਨਹੀਂ ਕੀਤੀ ਜਾਂਦੀ। ਵੀਜ਼ਾ ਤੁਹਾਨੂੰ 35 ਦਿਨ ਦਾ ਮਿਲਿਆ ਜਾਂਦਾ। ਜਦੋਂ ਤੁਹਾਡਾ ਵੀਜ਼ਾ ਕੋਈ ਰਿਫਿਊਜ਼ ਹੁੰਦਾ ਜੀ, ਤਾਂ ਤੁਹਾਨੂੰ ਜਿਹੜਾ ਆਪਣਾ ਬ੍ਰਿਜਿੰਗ ਵੀਜ਼ਾ ਉਹ 35 ਦਿਨ ਤੱਕ ਦਾ ਮਿਲਦਾ, ਪਰ ਤੁਸੀਂ ਪਹਿਲੇ 21 ਦਿਨ ਦੇ ਵਿੱਚ ਹੀ AAT ਅਪਲਾਈ ਕਰਨੀ ਹੁੰਦੀ ਹੈ ਜੀ। ਰਾਈਟ, ਹਾਂਜੀ। AAT ਦਾ ਮਤਲਬ ਹੈ ਜਿਹੜਾ ਇਹ ਆਪਣਾ ਮੈਂਬਰ ਆ ਜੀ, ਜਾਂ ਉਹਨੂੰ ਮੈਂਬਰ ਕਹਿ ਰਹੇ ਹੁੰਦੇ ਜੀ, ਉਹ ਤੁਹਾਡਾ ਕੇਸ ਦੁਬਾਰਾ ਦੇਖੂਗਾ, ਠੀਕ ਹੈ ਜੀ। ਤਾਂ ਬੇਸਿਕਲੀ ਜਿਵੇਂ ਜੇ ਤੁਹਾਡਾ ਕਈ ਜਿਹੜੇ ਸਟੂਡੈਂਟ ਵੀਜ਼ੇ, ਆਪਾਂ ਜਿਵੇਂ ਅੱਜ ਦੇ ਟੌਪਿਕ 'ਚ ਗੱਲ ਕਰ ਰਹੇ ਹਾਂ, ਸਟੂਡੈਂਟ ਵੀਜ਼ੇ ਦੇ ਮੋਸਟਲੀ ਕ੍ਰਾਈਟੀਰੀਆ ਜੀ, ਆਲ ਕ੍ਰਾਈਟੀਰੀਆ ਟਾਈਮ ਆਫ ਡਿਸੀਜਨ ਕ੍ਰਾਈਟੀਰੀਆ ਨੇ ਜੀ। ਇਹ ਵੀ ਬਹੁਤ ਹੀ ਚੰਗੀ ਗੱਲ ਹੈ ਜੀ। ਗੌਤਮ ਜੀ, ਆਵਾਜ਼ ਠੀਕ ਆ ਰਹੀ ਹੈ ਜੀ ਤੁਹਾਨੂੰ ਮੇਰੀ? ਜੀ ਬਿਲਕੁਲ ਆ ਰਹੀ, ਬਿਲਕੁਲ ਠੀਕ ਹੈ। ਠੀਕ ਹੈ ਜੀ। ਤਾਂ ਜਿਹੜੇ ਸਟੂਡੈਂਟ ਵੀਜ਼ੇ ਦੇ ਕ੍ਰਾਈਟੀਰੀਆ ਨੇ ਜੀ, ਉਹ ਟਾਈਮ ਆਫ ਡਿਸੀਜਨ ਕ੍ਰਾਈਟੀਰੀਆ ਨੇ ਜੀ। ਤਾਂ ਬੇਸਿਕਲੀ ਤਾਂ ਜਦੋਂ ਸਪੋਜ਼ ਕਰੋ ਆਪਾਂ ਇੰਗਲਿਸ਼ ਨਹੀਂ ਦਿੱਤੀ ਜੀ, ਜਦ ਆਪਣਾ ਵੀਜ਼ਾ ਰਿਫਿਊਜ਼ ਹੋ ਗਿਆ, ਆਪਣੇ ਤੋਂ ਇੰਗਲਿਸ਼ ਮੰਗੀ, ਆਪਣੇ ਤੋਂ ਦਿੱਤੀ ਨਹੀਂ ਗਈ, ਫੰਡ ਮੰਗੇ, ਫੰਡ ਨਹੀਂ ਦਿੱਤੇ ਗਏ ਜੀ, ਤਾਂ ਆਪਾਂ AAT ਅਪਲਾਈ ਕਰ ਸਕਦੇ ਹਾਂ ਜੀ। ਉੱਥੇ ਜਦੋਂ ਮੈਂਬਰ ਮੰਗੂਗਾ ਤੇ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰ ਲਈਏ ਜੀ, ਤਾਂ ਬੇਸਿਕਲੀ ਤੁਸੀਂ ਟਾਈਮ ਆਫ ਡਿਸੀਜਨ ਕ੍ਰਾਈਟੀਰੀਆ ਮੀਟ ਕਰਕੇ ਆਪਣੀ AAT ਜਿੱਤ ਸਕਦੇ ਹੋ ਜੀ। ਤੇ ਜਦੋਂ ਤੁਸੀਂ AAT ਜਿੱਤ ਜਾਂਦੇ ਹੋ ਜੀ, ਤਾਂ ਮੈਂਬਰ ਉਹ ਟਿਕ ਲਾ ਕੇ ਕਿ ਭਾਈ ਇਹਨੇ ਇੰਗਲਿਸ਼ ਦੀ ਰਿਕੁਆਇਰਮੈਂਟ ਤੁਸੀਂ ਮੰਗੀ ਸੀ, ਹੁਣ ਇਹਨੇ ਉਹ ਪੂਰੀ ਕਰ ਦਿੱਤੀ ਆ, ਉਹ ਫਾਈਲ ਵਾਪਸ ਡਿਪਾਰਟਮੈਂਟ ਨੂੰ ਭੇਜ ਦਿੰਦਾ ਜੀ। ਤਾਂ ਡਿਪਾਰਟਮੈਂਟ ਬਾਕੀ ਸਾਰੇ ਕ੍ਰਾਈਟੀਰੀਆ ਚੈੱਕ ਕਰਦਾ ਜੀ, ਹੈਲਥ ਇੰਸ਼ੋਰੈਂਸ, ਤੁਹਾਡੀ COE, ਤੁਹਾਡੀ GT ਚੈੱਕ ਕਰਦਾ, ਤੇ ਬਾਕੀ ਜੇ ਸਾਰਾ ਕੁਝ ਠੀਕ ਹੁੰਦਾ ਜੀ, ਤਾਂ ਉਹ ਵੀਜ਼ਾ ਗ੍ਰਾਂਟ ਕਰਦਾ। ਜੇ ਉਹਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਤੁਹਾਡੇ ਤੋਂ ਮੰਗ ਲੈਂਦਾ। ਤੇ ਉਦੋਂ ਬਾਅਦ ਜੇ ਤੁਸੀਂ ਉਹ ਦੁਬਾਰਾ ਜਿਹੜੀ ਮੰਗੀ ਹੋਈ ਚੀਜ਼ ਪੂਰੀ ਨਹੀਂ ਕਰ ਦਿੱਤਾ, ਤੁਹਾਡਾ ਵੀਜ਼ਾ ਦੁਬਾਰਾ ਤੋਂ ਵੀ ਰਿਫਿਊਜ਼ ਹੋ ਸਕਦਾ ਜੀ। ਜੇ ਤੁਸੀਂ ਆਪਣੀ ਰਿਕੁਆਇਰਮੈਂਟ ਹੀ ਨਹੀਂ ਪੂਰੀ ਕਰ ਪਾਉਂਦੇ ਹੈਗੇ। ਠੀਕ ਹੋ ਗਿਆ ਜੀ। ਅੱਛਾ, ਇਹਦੇ ਰਿਗਾਰਡਿੰਗ ਜੇ ਕਿਸੇ ਦਾ ਕੋਈ ਹੋਰ ਸਵਾਲ ਹੋਵੇ AAT ਰਿਗਾਰਡਿੰਗ, ਉਹ ਆਪਣੇ ਸਵਾਲ ਹੁਣ ਪੁੱਛ ਸਕਦੇ ਨੇ। ਤੇ ਹੁਣ ਸਵਾਲਾਂ ਜਵਾਬਾਂ ਦਾ ਸੈਕਸ਼ਨ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ। ਤੁਸੀਂ ਆਪਣੇ ਸਵਾਲ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਕੰਟੀਨਿਊ ਕਰ ਸਕਦੇ ਹੋ ਪੁੱਛਣੇ। ਸਵਾਲ ਪੁੱਛਣ ਤੋਂ ਪਹਿਲਾਂ ਅਜੇ ਜੀ ਅਮਰਿਤਵੀਰ ਸਿੰਘ ਸੰਧੂ ਕਹਿ ਰਹੇ ਨੇ, ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ, ਰੀਸੈਂਟਲੀ ਗॉट ਵੀਜ਼ਾ ਫਰਮ ਬਾਂਸਲ ਇਮੀਗ੍ਰੇਸ਼ਨ, ਥੈਂਕ ਯੂ ਵੈਰੀ ਮਚ, ਹਾਈਲੀ ਰეკਮੈਂਡੇਬਲ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ ਜੀ।
ਵਿਸ਼ੂਤੀ ਵਿਸ਼ਨੂੰ ਜੀ ਅਮਨਪ੍ਰੀਤ ਪੁੱਛ ਰਹੇ ਨੇ, ਕਹਿੰਦੇ ਕਿ ਹੈਲੋ, ਆਈ ਐਮ ਡੂਇੰਗ ਬੈਚਲਰ ਆਫ IT ਹੇਅਰ, what else the options in IT, what else are the options? ਅੱਛਾ, ਜੇ ਤੁਸੀਂ IT ਕਰ ਰਹੇ ਹੋ ਵਿਸ਼ਨੂੰ ਜੀ, ਮੇਰੇ ਖਿਆਲ ਨਾਲ ਕਰੀ ਚੱਲੋ, ਵਧੀਆ ਆਪਸ਼ਨ ਹੈ ਕਿ ਕੁਝ ਹੋਰ ਵੀ ਆਪਸ਼ਨ ਪੁੱਛ ਰਹੇ ਨੇ। ਨਾਲੇ ਵਿਸ਼ੂ ਜੀ ਨਾਲ ਦੇਖੋ ਲੱਗਦੇ ਡਿਪੈਂਡ ਜੀ ਇਹਨਾਂ ਕਰਦਾ ਦੇ। ਜੀ ਹਾਂਜੀ ਪਲੀਜ਼। ਆਪਣੀ ਮੈਨੂੰ ਲੱਗਦਾ ਆਵਾਜ਼ ਦੀ ਥੋੜਾ ਜਿਹਾ ਲੈਗ ਹੈ। ਜੀ ਥੋੜਾ ਡਿਲੇ ਚੱਲ ਰਿਹਾ। ਹਾਂਜੀ IT ਵਧੀਆ, ਜਿਵੇਂ ਤੁਸੀਂ ਕਿਹਾ ਵਧੀਆ ਚੀਜ਼ਾਂ ਕਰੀ ਜਾਣੀ ਚਾਹੀਦੀ ਹੈ ਜੀ। ਹੁਣ PR ਦੇ ਵਿੱਚ ਦੇਖੋ ਦੋ ਤਰੀਕੇ ਨਾਲ PR ਪੈਂਦੀ ਹੈ ਜੀ। ਜਾਂ ਤਾਂ ਆਪਾਂ ਸਭ ਤੋਂ ਤੇਜ਼ ਭੱਜੀਏ ਜੀ, ਸਭ ਤੋਂ ਮੂਹਰੇ ਰਹੀਏ, ਆਪਾਂ 95 100 105 ਪੁਆਇੰਟ ਇਕੱਠੇ ਕਰੀਏ ਜੀ, ਪਹਿਲੀ ਆਪਸ਼ਨ ਜੀ। ਦੂਜੀ, ਜਾਂ ਆਪਾਂ ਸਟੇਟ ਸਪਾਂਸਰਸ਼ਿਪ ਲਈਏ ਜੀ। ਮੋਸਟਲੀ ਸਟੇਟ ਸਪਾਂਸਰਸ਼ਿਪ ਲਈ ਆਪਾਂ ਨੂੰ ਜੀ ਲੋਕਲ ਰੀਜਨਲ ਏਰੀਆ ਵਿੱਚ ਐਕਸਪੀਰੀਅੰਸ ਚਾਹੀਦਾ ਜੀ। ਤਾਂ ਇਹ ਦੋ ਚੀਜ਼ਾਂ ਨੇ ਜੀ। ਜੇ ਤੁਸੀਂ ਕੈਪੇਬਲ ਹੋ, ਤੁਹਾਨੂੰ ਲੱਗਦਾ ਤੁਹਾਡੇ ਕੋਲ ਜੌਬ ਸਿਕਿਉਰ ਹੈ ਰੀਜਨਲ ਏਰੀਆ ਦੇ ਵਿੱਚ, ਜਾਂ ਤੁਸੀਂ 100 ਪੁਆਇੰਟ ਕਰ ਸਕਦੇ ਹੋ, ਫਿਰ ਤਾਂ IT ਵਧੀਆ ਜੀ। ਨਹੀਂ ਤਾਂ ਡੈਫੀਨਿਟਲੀ ਕੋਈ ਨਾ ਕੋਈ ਆਪਸ਼ਨ ਆਪਾਂ ਨੂੰ ਨਾਲ ਲੈ ਕੇ ਚੱਲਣੀ ਪੈਣੀ ਹੈ ਜੀ। ਨਾਲ ਲੱਗਦੇ ਇਹ ਵੀ ਪੁੱਛ ਰਹੇ ਨੇ ਅਜੇ ਜੀ ਕਿ ਆਈ ਹੈਵ ਅਪਲਾਈਡ ਫॉर ਮਾਈ ਹਸਬੈਂਡਸ ਡਿਪੈਂਡੈਂਟ ਵੀਜ਼ਾ ਬਟ ਸਟਿਲ ਨੋ ਰਿਸਪੌਂਸ। ਸੋ ਮੈਨੂੰ ਲੱਗਦਾ ਆਫਸ਼ੋਰ ਦੇ ਨੇ ਤਾਂ ਥੋੜਾ ਉਹਨਾਂ ਨੂੰ ਟਾਈਮ ਲੱਗ ਰਿਹਾ, ਤੇ ਕਿੰਨਾ ਕੁ ਟਾਈਮ ਲੱਗ ਸਕਦਾ ਜੀ, ਕੋਈ ਆਈਡੀਆ? ਗੌਤਮ ਜੀ, ਆਫਸ਼ੋਰ ਡਿਪੈਂਡੈਂਟ ਵੀਜ਼ੇ ਨੂੰ ਤਕਰੀਬਨ ਸਾਲ ਦਾ ਟਾਈਮ ਲੱਗ ਰਿਹਾ ਜੀ। ਹੁਣ ਆਪਣੇ ਤਕਰੀਬਨ 8 ਮਹੀਨੇ ਤੋਂ ਲੈ ਕੇ ਸਾਲ ਵਾਲੇ ਵੀਜ਼ੇ ਨੇ ਤਕਰੀਬਨ ਖੁੱਲ ਰਹੇ ਨੇ ਜੀ, ਤੇ ਵੀਜ਼ੇ ਆ ਵੀ ਰਹੇ ਨੇ। ਬਟ ਦੁੱਖ ਦੀ ਗੱਲ ਇਹ ਹੈ ਜੀ, ਵੀਜ਼ੇ ਆ ਰਹੇ ਨੇ, ਫਲਾਈਟਾਂ ਨਹੀਂ ਚੱਲ ਰਹੀਆਂ, ਟਰੈਵਲ ਐਗਜ਼ੈਂਪਸ਼ਨ ਨਹੀਂ ਮਿਲ ਰਹੀ ਜੀ, ਤਾਂ ਵੀਜ਼ੇ ਆਉਣ ਤੋਂ ਬਾਅਦ ਵੀ ਬੰਦਾ ਉੱਥੇ ਹੀ ਸਟਕ ਹੋ ਜਾਂਦਾ ਜੀ। ਰੀਸੈਂਟਲੀ ਸਾਡਾ ਇੱਕ TR ਡਿਪੈਂਡੈਂਟ ਦਾ ਵੀਜ਼ਾ ਵੀ ਆਇਆ ਜੀ। ਡਿਪਾਰਟਮੈਂਟ ਨੇ 1 ਮਹੀਨੇ ਦਾ ਵੀਜ਼ਾ ਗ੍ਰਾਂਟ ਕਰ ਦਿੱਤਾ ਜੀ, ਨਵੰਬਰ ਤੱਕ। ਹੁਣ ਵੀਜ਼ਾ ਆ ਗਿਆ, ਹੈਪੀ, ਬਟ ਦੇ ਕਾਂਟ ਕਮ। ਸੋ ਵੀ ਉਸ ਤਰ੍ਹਾਂ ਦੀਆਂ ਵੀ ਸਮੱਸਿਆਵਾਂ ਹੋ ਸਕਦੀਆਂ ਨੇ। ਇੱਕ ਸਵਾਲ ਇਹ ਪੁੱਛ ਰਹੇ ਨੇ ਮਨਦੀਪ ਕੌਰ ਜੀ, ਕਹਿੰਦੇ ਡਿਪੈਂਡੈਂਟ TR2 ਸਟੂਡੈਂਟ ਵੀਜ਼ਾ ਮਿਲ ਸਕਦਾ? ਡਿਪੈਂਡੈਂਟ TR2 ਸਟੂਡੈਂਟ ਵੀਜ਼ਾ ਵਿਦਆਊਟ ਆਇਲਟਸ ਵਿਦ ਗੈਪ ਔਨਸ਼ੋਰ ਕੈਂਡੀਡੇਟ। ਕੋਈ ਪ੍ਰੋਬਲਮ ਹੀ ਨਹੀਂ ਜੀ। ਓਕੇ, ਲੋ ਹਰੀ ਝੰਡੀ ਉਹ ਦੇਤੀ ਹੈ ਜੀ। GT ਰਿਕੁਆਇਰਮੈਂਟ ਮੀਟ ਕਰ ਦਿਓ, ਬਿਨਾ ਆਇਲਟਸ ਤੋਂ ਆਪਾਂ ਕਰਵਾ ਸਕਦੇ ਹਾਂ ਜੀ, ਕੋਈ ਪ੍ਰੋਬਲਮ ਨਹੀਂ। ਚੱਕੋ ਮਨਦੀਪ ਜੀ, ਫੋਨ ਮਾਰੋ, ਹਲੇ ਨਾ ਮਾਰਿਓ, ਥੋੜੀ ਦੇਰ ਤੱਕ ਮਾਰਿਓ। ਬਾਂਸਲ ਇਮੀਗ੍ਰੇਸ਼ਨ ਦਾ ਫੋਨ ਨੰਬਰ 0406 560 960। ਸੋ 660 960 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਹਰਮਨ ਸਿੱਧੂ ਜੀ ਦਾ ਜਿਹੜਾ ਸਵਾਲ ਸੀਗਾ ਉਹ ਪਹਿਲਾਂ ਹੀ ਪੁੱਛ ਲਿਆ ਸੀਗਾ। ਪ੍ਰੀਤ ਖਹਿਰਾ ਜੀ ਪੁੱਛ ਰਹੇ ਨੇ, ਅੱਛਾ ਪੁੱਛ ਨਹੀਂ ਰਹੇ, ਉਹ ਵੀ ਇਹ ਦੱਸ ਰਹੇ ਨੇ, ਕਹਿੰਦੇ ਹਾਈਲੀ ਰეკਮੈਂਡੇਬਲ ਟੂ ਗੈਟ ਕੰਸਲਟੈਂਸੀ ਫਰੋਮ ਬਾਂਸਲ ਇਮੀਗ੍ਰੇਸ਼ਨ, ਦੇ ਐਕਸਪਲੇਨ ਵੈਰੀ ਵੈਲ। ਦਿਲਪ੍ਰੀਤ ਸਿੰਘ ਜੀ ਦੱਸ ਰਹੇ ਨੇ ਇਹ। ਥੈਂਕ ਯੂ ਦਿਲਪ੍ਰੀਤ ਜੀ, ਤੁਹਾਡੇ ਕਾਈਂਡ ਵਰਡਸ ਕੀਪ ਅਸ ਗੋਇੰਗ। ਅੱਛਾ, ਅਮਨਦੀਪ ਰੋਮਾਨਾ ਜੀ ਪੁੱਛ ਰਹੇ ਨੇ, ਕਹਿੰਦੇ ਮੇਰੀ ਸਟੱਡੀ ਦੀ COE ਦੇ ਅਕੋਰਡਿੰਗ 21 ਸਤੰਬਰ ਨੂੰ ਖਤਮ ਹੋ ਗਈ ਸੀ, ਬਟ ਹੁਣ ਕਰੋਨਾ ਵਾਇਰਸ ਕਰਕੇ ਕਾਲਜ ਓਪਨ ਨਹੀਂ ਹੋਏ। ਮੇਰੇ ਖਿਆਲ ਨਾਲ ਇਹਦਾ ਸਵਾਲ ਦਾ ਜਵਾਬ ਪਹਿਲਾਂ ਹੀ ਦੇਤਾ ਸੀਗਾ ਜੀ, ਪੁਰਾਣਾ ਸਵਾਲ ਅਪੀਅਰ ਹੋ ਰਿਹਾ। ਥੋੜਾ ਜਿਹਾ ਫੇਸਬੁੱਕ ਵੀ ਸਾਡੇ ਨਾਲ ਪਲੇ ਅਪ ਕਰ ਰਿਹਾ। ਸੋ ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਨੇ ਜੀ, ਉਮੀਦ ਕਰਦਾ ਕਿ ਉਹਨਾਂ ਨੇ ਸ਼ੋਅ ਸਾਰਾ ਸੁਣੇ ਰਹੇ ਹੋਣਗੇ। ਤੇ ਫੈਜ਼ਾਨ ਅਹਿਮਦ ਜੀ ਪੁੱਛ ਰਹੇ ਨੇ ਕਿ I lost my 491 visa 4 months ago, but now I lost my job. Do I need to update in the visa application? I got nominated on 1 year study in Tasmania, not employer sponsored. And how long 491 visa grant will take from now onwards? ਠੀਕ ਹੈ ਜੀ, ਜਿਵੇਂ ਆਪਾਂ ਪਾਰਟ ਦੇ ਵਿੱਚ ਜਵਾਬ ਦਿੰਦੇ ਆ ਜੀ। ਸਭ ਤੋਂ ਪਹਿਲੀ ਚੀਜ਼ ਜੀ, ਜਿਹੜਾ ਇਹਨਾਂ ਨੇ ਪੁੱਛਿਆ ਜੀ ਕਿ ਮੈਂ ਜੌਬ ਛੱਡ ਚੁੱਕਿਆ, ਕੀ ਮੈਨੂੰ ਫਾਈਲ ਦੇ ਵਿੱਚ ਅਪਡੇਟ ਕਰਨਾ ਚਾਹੀਦਾ, ਤਾਂ ਹਾਈਲੀ ਰਿਕਮੈਂਡ ਜੀ, ਜ਼ਰੂਰ ਅਪਡੇਟ ਕਰੋ ਜੀ ਆਪਣੀ ਫਾਈਲ ਦੇ ਵਿੱਚ। ਇਹਦੇ ਨਾਲ ਕੋਈ ਨੈਗੇਟਿਵ ਇਫੈਕਟ ਨਹੀਂ ਪੈਣਾ, ਬਟ ਕੀ ਸਮਾਂ ਕੀ ਕੇਸ ਅਫਸਰ ਨੂੰ ਪਤਾ ਲੱਗੂ ਵੀ ਤੁਸੀਂ ਕੀ ਕਰ ਰਹੇ ਹੋ। ਫਿਊਚਰ ਦੇ ਵਿੱਚ ਕੰਪਲਿਕੇਸ਼ਨਾਂ ਘਟਦੀਆਂ ਨੇ ਜੀ, ਤੇ ਵੀਜ਼ਾ ਜਲਦੀ ਆਊਗਾ, ਕਿਉਂਕਿ ਉਹਨਾਂ ਨੂੰ ਇਨਕੁਆਇਰੀ ਕਰਨ ਦੀ ਲੋੜ ਨਹੀਂ। ਜੇ ਆਪਾਂ ਆਪ ਹੀ ਅਪਫਰੰਟ ਹੋ ਕੇ ਸਾਰੀ ਇਨਫੋਰਮੇਸ਼ਨ ਦੇਵਾਂਗੇ ਜੀ, ਤਾਂ ਕੇਸ ਅਫਸਰ ਲਈ ਵੀ ਸੌਖਾ ਹੋ ਜਾਂਦਾ ਜੀ। ਤੇ ਦੂਸਰੀ ਗੱਲ ਜੀ, ਚਾਹੇ ਤੁਹਾਨੂੰ ਜਿਹਦੇ ਕਰਕੇ ਇੱਕ ਵਾਰ ਨੋਮੀਨੇਸ਼ਨ ਮਿਲੀ ਹੈ ਜੀ, ਤਾਂ ਨੋ ਪ੍ਰੋਬਲਮ ਆ ਜੀ, ਐਜੂਕੇਸ਼ਨ ਕਰਕੇ ਮਿਲੀ ਹੈ ਦੈਟ ਸ਼ੁੱਡ ਬੀ ਫਾਈਨ। ਤੁਸੀਂ ਜੌਬ ਨਹੀਂ ਹੈਗੀ ਤਾਂ ਨਹੀਂ ਹੈਗੀ, ਕਰੋਨਾ ਕਰਕੇ ਬਹੁਤ ਬੰਦਿਆਂ ਦੀ ਜੌਬ ਨਹੀਂ ਹੈਗੀ ਜੀ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਓਕੇ, ਇੱਕ ਸਵਾਲ ਇੱਥੇ ਸਟੂਡੀਓ ਨੰਬਰ ਦੇ ਉੱਤੇ ਪੁੱਛ ਰਹੇ ਨੇ 212, ਉਹ ਕਹਿ ਰਹੇ ਨੇ, ਕਹਿੰਦੇ ਸਰ ਮੇਰੀ TR 29 ਸਤੰਬਰ ਨੂੰ ਫਿਨਿਸ਼ ਹੋ ਗਈ, ਹੁਣ ਮੈਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੋਇਆ, ਪਰ ਵੇਟ ਕਰ ਰਿਹਾ ਸਟੇਟਸ ਓਪਨ ਹੋਣ ਦੀ, ਬਿਕੋਜ਼ ਮੇਰੇ ਕੋਲ 5 ਮੰਥਸ ਦਾ
ਸ਼ੈਫ ਦਾ ਐਕਸਪੀਰੀਅੰਸ ਹੈ ਇਨ ਰੀਜਨਲ ਕੁਇਨਜ਼ਲੈਂਡ ਐਂਡ ਪੋਜ਼ਿਟਿਵ ਸਕਿੱਲ ਅਸੈਸਮੈਂਟ ਵੀ ਹੈ ਐਂਡ ਸਟਿਲ ਜੌਬ ਚੱਲ ਰਹੀ ਹੈ, ਕੀ ਕਰਨਾ ਚਾਹੀਦਾ ਅਜੇ ਜੀ? ਵੇਟ ਕਰਨੀ ਚਾਹੀਦੀ ਹੈ ਗੌਤਮ ਜੀ। ਕੁਇਨਜ਼ਲੈਂਡ ਦੇ ਵਿੱਚ ਰੀਜਨਲ ਦੇ ਵਿੱਚ ਇਹਨਾਂ ਕੋਲ ਜੇ 5 ਮਹੀਨੇ ਐਕਸਪੀਰੀਅੰਸ ਹੈਗਾ ਤਾਂ ਬਹੁਤ ਵਧੀਆ ਗੱਲ ਹੈ ਜੀ। ਜੇ ਹੋਪਫੁਲੀ ਪਹਿਲਾਂ ਵਰਗੇ ਰੂਲ ਆ ਜਾਣਗੇ ਜੀ ਤਾਂ ਇਹਨਾਂ ਦੇ ਬਹੁਤ ਸਟਰੋਂਗ ਚਾਂਸ ਨੇ ਜੀ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਗੌਤਮ, ਜਿਵੇਂ ਸਾਡੇ ਕੋਲ ਵੀ ਆਉਂਦੇ ਆ ਕਈ ਜਿਹੜੇ ਆਪਣੇ ਭੈਣ ਭਰਾ ਨੇ ਜੀ, ਉਹਨਾਂ ਕੋਲ ਬਹੁਤ ਜ਼ਿਆਦਾ ਸਬਰ ਹੈ ਜੀ। ਉਹ ਵਿਚਾਰੇ ਬੈਠੇ ਹੀ ਨੇ ਜੀ, ਬਸ ਵੀ ਕੋਈ ਗੱਲ ਨਹੀਂ ਜੀ, ਜਦੋਂ ਆਣੀ ਆ ਜਾਂਦੀ। ਤੇ ਕਈ ਆਪਣੇ ਭੈਣ ਭਰਾ ਹੈਗੇ ਨੇ ਜਿਨ੍ਹਾਂ ਨੂੰ ਹੁੰਦਾ ਜੀ ਮੇਰੀ ਪੜ੍ਹਾਈ ਵੀ ਨਹੀਂ ਮੁੱਕੀ ਜੀ, ਬਸ ਮੈਂ TR ਨਹੀਂ ਪਾਣੀ, ਮੈਂ ਸਿੱਧੀ PR ਪਾਣੀ ਹੈ ਜੀ। ਤਾਂ ਮੈਂ ਆਪਣੇ ਭੈਣ ਭਰਾ ਨੂੰ ਕਹਿਣਾ ਚਾਹੁੰਦਾ ਜੀ ਵੀ ਥੋੜਾ ਜਿਹਾ ਸਿਸਟਮ ਨੂੰ ਫੋਲੋ ਕਰੋ ਜੀ। ਦੇਖੋ ਜ਼ਿਆਦਾ ਰਿਲੈਕਸ ਹੋਣ ਦਾ ਵੀ ਨਹੀਂ, ਵਿਜੀਲੈਂਟ ਰਹੋ, ਦੇਖੋ ਆਲੇ ਦੁਆਲੇ ਕੀ ਹੋ ਰਿਹਾ ਜੀ, ਬਟ ਕਾਲੀ ਵੀ ਨਾ ਕਰੋ। ਕੋਈ ਸ਼ਾਰਟਕਟ ਨਾ ਲਓ ਜੀ, ਕੋਈ ਉਰੇ ਮੈਜਿਕ ਪਿਲ ਨਹੀਂ ਦੇ ਸਕਦਾ ਜੀ। ਐਵੇਂ ਨਹੀਂ ਹੈਗਾ ਜੀ, ਜੇ ਕੋਈ 4 ਬੰਦੇ ਤੁਹਾਨੂੰ ਇੱਕ ਚੀਜ਼ ਕਹਿ ਰਹੇ ਨੇ ਜੀ ਤਾਂ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਜੇ ਤੁਸੀਂ ਰਜਿਸਟਰਡ ਬੰਦਿਆਂ ਨਾਲ ਗੱਲ ਕਰਦੇ ਹੋ ਉਹ ਸਹੀ ਹੀ ਹੋਊਗੀ। ਤੁਹਾਡਾ ਦੋਸਤ ਜਿਹੜਾ ਤੁਹਾਡੇ ਨਾਲ ਆਸਟ੍ਰੇਲੀਆ ਆਇਆ ਉਹਨੂੰ ਏਜੰਟ ਤੋਂ ਵੱਧ ਜਾਣਕਾਰੀ ਨਹੀਂ ਹੋ ਸਕਦੀ। ਜੇ ਕੋਈ 4 ਬੰਦੇ ਇੱਕ ਚੀਜ਼ ਕਹਿ ਰਹੇ ਨੇ ਵੀ ਭਾਈ 1 ਸਾਲ ਲੱਗੂ, 6 ਮਹੀਨੇ ਲੱਗਣਗੇ ਪੜ੍ਹਾਈ ਨੂੰ ਕਰਨ ਤੋਂ ਬਾਅਦ, ਸ਼ਾਇਦ ਉਹ 4 ਬੰਦੇ ਸਹੀ ਹੋਣਗੇ, ਨਾ ਕਿ ਇੱਕ ਅਨਰਜਿਸਟਰਡ ਬੰਦਾ ਜਾਂ ਤੁਹਾਡਾ ਦੋਸਤ ਜਿਹੜਾ ਕਹਿ ਰਿਹਾ ਜੀ ਕਿ ਬਈ ਤੁਸੀਂ ਐਂ ਕਰ, ਤੂੰ ਜਾ ਕੇ ਬਿਜ਼ਨਸ ਖੋਲ ਤੇ 2 ਮਹੀਨੇ ਵਿੱਚ ਪੱਕਾ। ਏਦਾਂ ਨਹੀਂ ਹੁੰਦੀਆਂ ਚੀਜ਼ਾਂ ਜੀ। ਪਲੀਜ਼ ਵਿਜੀਲੈਂਟ ਰਹੋ, ਰਿਲੈਕਸ ਵੀ ਨਾ ਹੋਵੋ ਤੇ ਸ਼ਾਰਟਕਟ ਵੀ ਨਾ ਚੂਜ਼ ਕਰੋ। ਵਿਜੀਲੈਂਟ ਰਹੋ, 1-2 ਬੰਦਿਆਂ ਤੋਂ, ਰਜਿਸਟਰਡ ਬੰਦਿਆਂ ਤੋਂ ਜ਼ਰੂਰ ਸਲਾਹ ਲਓ ਜੀ। ਤੇ ਉਦੋਂ ਬਾਅਦ ਗੂਗਲ ਤੁਹਾਡਾ ਫਰੈਂਡ ਆ, ਤੁਸੀਂ ਉਦੋਂ ਹੀ ਵੈਰੀਫਾਈ ਕਰ ਸਕਦੇ ਹੋ, ਜਾਂ ਗੂਗਲ ਤੋਂ ਦੇਖ ਕੇ ਉਹਨੂੰ ਕਿਸੇ ਰਜਿਸਟਰਡ ਬੰਦੇ ਤੋਂ ਵੈਰੀਫਾਈ ਜ਼ਰੂਰ ਕਰ ਲਓ ਜੀ, ਕਿਉਂਕਿ ਇਹ ਤੁਹਾਡਾ ਫਿਊਚਰ ਹੈ ਜੀ। ਹੁਣ ਬੜਾ ਦੁੱਖ ਲੱਗਦਾ ਗੌਤਮ ਜੀ ਜਦੋਂ ਬੰਦਾ ਕਹਿੰਦਾ ਜੀ ਮੈਂ 2006 ਚ ਆਇਆ ਸੀ, ਮੈਂ 2009 ਚ ਆਇਆ ਸੀ, ਮੈਂ 2011 ਚ ਆਇਆ ਸੀ ਜੀ, ਮੈਨੂੰ ਗਲਤ ਸਲਾਹ ਮਿਲ ਗਈ, ਮੇਰਾ ਫਿਊਚਰ ਖਰਾਬ ਹੋ ਗਿਆ। ਇੱਕ ਚੀਜ਼ ਆ ਜੀ, ਕਨਸੈਪਟ ਹੈ ਕੰਟਰੀਬਿਊਟਰੀ ਨੈਗਲੀਜੈਂਸੀ। ਸਰ ਜੀ ਕਿਸੇ ਦੇ ਉੱਤੇ ਦੇਖੋ, ਅੱਜ ਜੇ ਤੁਸੀਂ ਪੱਕੇ ਨਹੀਂ ਹੈਗੇ ਤਾਂ ਤੁਸੀਂ ਖਰਬੂਜੇ ਹੋ ਜੀ, ਸਮਝੋ ਮੇਰੀ ਗੱਲ। ਕਿਸੇ ਦੀ ਗਲਤੀ ਦੀ ਸਜ਼ਾ ਦਾ ਸਭ ਤੋਂ ਵੱਧ ਫਰਕ ਤੁਹਾਡੇ ਤੇ ਹੀ ਪੈਣਾ ਜੀ। ਤਾਂ ਪਲੇਇੰਗ ਡਮ, ਪਲੇਇੰਗ ਵਿਚਾਰਾ, ਜਾਂ ਆਪਾਂ ਕਹਿ ਲਓ ਵੀ ਭੋਲੇ ਬਣਨ ਦਾ ਕੋਈ ਫਾਇਦਾ ਨਹੀਂ ਜੀ। ਵਿਜੀਲੈਂਟ ਰਹੋ, ਸਾਨੂੰ ਪੁੱਛੋ, ਹੋਰ ਵੀ ਆਪਣੇ ਰਜਿਸਟਰਡ ਬੰਦੇ ਨੇ ਉਹਨਾਂ ਨੂੰ ਪੁੱਛੋ ਜੀ, ਤੇ ਵੈਰੀਫਾਈ ਕਰੋ ਤੇ ਉਸ ਤੋਂ ਬਾਅਦ ਐਕਟ ਕਰੋ। ਇੱਕ ਚੀਜ਼ ਜ਼ਰੂਰ ਆ ਜੀ, ਐਵਰੇਜ ਜੇ ਕਿ ਮੈਂ ਆਪਾਂ ਇੱਕ ਬੁੱਲਪਾਰ ਗੱਲ ਕਰ ਰਹੇ ਹਾਂ ਜੀ, ਵੀ ਤਕਰੀਬਨ 3 ਤੋਂ 4 ਸਾਲ ਬੰਦੇ ਨੂੰ ਲੱਗਦੇ ਨੇ ਜੀ ਪੱਕਾ ਹੋਣ ਨੂੰ। ਸਾਡੇ ਵੇਲੇ ਵੀ ਅੱਜ ਤੋਂ 10-15 ਸਾਲ ਪਹਿਲਾਂ ਵੀ ਉਹਨਾਂ ਟਾਈਮ ਲੱਗਦਾ ਸੀ ਜੀ। ਅੱਜ ਵੀ ਤਕਰੀਬਨ ਜੇ ਤੁਸੀਂ ਸਾਰਾ ਕੁਝ ਸਹੀ ਕਰਦੇ ਹੋ 3 ਤੋਂ 4 ਸਾਲ ਤਕਰੀਬਨ ਲੱਗ ਜਾਂਦੇ ਨੇ ਜੀ। ਬਹੁਤ ਲੱਕੀ ਹੁੰਦੇ ਨੇ ਜੀ ਕਈ ਬੰਦੇ ਜਿਹੜੇ ਇੰਡੀਆ ਤੋਂ ਹੀ PR ਹੋ ਕੇ ਆ ਜਾਂਦੇ ਨੇ ਜੀ, ਜਾਂ ਉਰੇ ਆ ਕੇ ਪਹਿਲੇ 6 ਮਹੀਨਿਆਂ ਦੇ ਵਿੱਚ PR ਹੋ ਜਾਂਦੇ ਨੇ ਜੀ। ਕੁਝ ਨੂੰ ਵੱਧ ਵੀ ਲੱਗ ਜਾਂਦਾ, ਪਰ ਇੱਕ ਐਵਰੇਜ ਫਿਗਰ, ਜੇ ਤੁਹਾਨੂੰ ਲੱਗਦਾ ਵੀ ਜੇ ਤੁਹਾਨੂੰ ਕੋਈ ਪਲਾਨ ਬਣਾ ਕੇ ਦੇ ਰਿਹਾ ਕੋਈ ਤੁਹਾਡਾ ਏਜੰਟ, ਜਾਂ ਤੁਸੀਂ ਆਪ ਕੁਝ ਦੇਖ ਰਹੇ ਹੋ ਵੀ ਭਾਈ ਜੇ ਮੈਂ ਆਹ ਚੀਜ਼ ਫੋਲੋ ਕਰੂੰਗਾ 3.5 ਜਾਂ 4 ਸਾਲ ਦੇ ਵਿੱਚ ਪੱਕਾ ਹੋ ਜਾਊਗਾ, ਤਾਂ ਤੁਸੀਂ ਤਕਰੀਬਨ ਰਾਈਟ ਟਰੈਕ ਤੇ ਹੋ ਜੀ। ਜੇ ਕੋਈ ਕਹਿ ਰਿਹਾ ਜੀ ਮੈਂ 6 ਮਹੀਨੇ ਚ ਪੱਕਾ ਕਰਵਾ ਦੂੰਗਾ ਜੀ, ਜਾਂ 1 ਸਾਲ ਦੇ ਵਿੱਚ ਹੀ ਕਰਵਾ ਦੂੰਗਾ, ਤੁਹਾਨੂੰ ਪੜ੍ਹਾਈ ਦੀ ਵੀ ਲੋੜ ਨਹੀਂ, ਜਾਂ ਕੋਈ 8 ਸਾਲ ਦਾ ਕੋਈ 4A2 ਦੇ ਵਿੱਚ ਤੁਹਾਨੂੰ ਸਪਾਂਸਰ ਕਰਵਾ ਕੇ ਕਰਾ ਰਿਹਾ, ਤਾਂ ਪਲੀਜ਼ ਬੀ ਕੇਅਰਫੁਲ ਜੀ। ਆਪਣਾ ਸਹੀ ਰਸਤਾ ਚੁਣੋ। ਸਬਰ, ਟਾਈਮ ਜਿਹੜਾ ਲੱਗਣਾ ਉਹ ਲੱਗਣਾ ਹੀ ਲੱਗਣਾ ਜੀ। ਸ਼ਾਰਟਕਟ ਲੈਣ ਦਾ ਕੋਈ ਫਾਇਦਾ ਨਹੀਂ। ਵਾਕਈ ਕੋਈ ਸ਼ਾਰਟਕਟ ਦਾ ਕੋਈ ਫਾਇਦਾ ਨਹੀਂ ਹੈਗਾ। ਸ਼ਾਰਟਕਟ ਦੇ ਨਾਲ ਕਿਸੇ ਨੂੰ PR ਇੱਥੇ ਮਿਲੀ ਵੀ ਨਹੀਂ ਹੈਗੀ। ਜੇ ਤੁਸੀਂ ਕਿਸੇ ਗਲਤ ਤਰੀਕੇ ਦੇ ਨਾਲ ਕਿਸੇ ਦਾ ਸੁਣਿਆ ਵੀ ਹੈ, ਤੁਹਾਨੂੰ ਨਹੀਂ ਪਤਾ ਹੈਗਾ ਉਹਨਾਂ ਦੀ ਫਾਈਲ ਦੇ ਵਿੱਚ ਕੀ ਲੱਗਿਆ ਕੀ ਨਹੀਂ ਲੱਗਿਆ। ਕਈ ਵਾਰ ਲੋਕ ਬਹੁਤ ਛੱਡ ਵੀ ਜਾਂਦੇ ਨੇ, ਸੋ ਧਿਆਨ ਜ਼ਰੂਰ ਰੱਖਿਆ ਕਰੋ, ਕਿਸੇ ਦੀ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰਿਆ ਕਰੋ। ਸਭ ਤੋਂ ਸਿਆਣੀ ਗੱਲ ਜਿਹੜੀ ਅਜੇ ਜੀ ਨੇ ਕਹੀ ਹੈ, ਪਹਿਲਾਂ ਆਪਣੇ ਅੱਖਾਂ ਖੋਲ ਕੇ, ਆਪਣਾ ਜ਼ਹਿਨ ਖੋਲ ਕੇ, ਦਿਮਾਗ ਖੋਲ ਕੇ, ਔਰ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਕੇ, ਨਾਲ ਦਾ ਜਿਹੜਾ ਤੁਹਾਡਾ ਰੂਮਮੇਟ ਹੈ ਜਾਂ ਜਿਹੜਾ ਤੁਹਾਡਾ ਕਲਾਸਮੇਟ ਹੈ ਉਹਦੀ ਸਲਾਹ ਦੇ ਨਾਲ ਨਹੀਂ। ਬਿਲਕੁਲ ਜੀ। ਜੋਬਨ ਰੰਧਾਵਾ ਜੀ ਨੂੰ ਬੜਾ ਫਿਕਰ ਹੈ ਅਜੇ ਜੀ, ਕਹਿੰਦੇ ਕਿ ਸਰ ਜੀ ਇਹ ਤਾਂ ਦੱਸ ਦਿਓ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਫਸੇ ਹੋਏ ਨੇ ਇੰਡੀਆ ਦੇ ਵਿੱਚ ਆ ਜਾਣਗੇ ਜਨਵਰੀ ਤੱਕ, 2021 ਦੇ ਮਿਡ ਤੱਕ ਆ ਜਾਣ ਚਾਹੇ, ਕੀ ਲੱਗਦਾ ਕੁਝ ਹੁਣ ਕੋਈ ਰਾਹ ਰਸਤੇ ਖੁੱਲ ਰਹੇ? ਜੋਬਨ ਇਹ ਕੱਲੇ ਜੋਬਨ ਜੀ ਦਾ ਕੰਸਰਨ ਨਹੀਂ ਹੈਗਾ ਗੌਤਮ ਜੀ, ਸਾਡਾ ਵੀ ਆ ਜੀ, ਮੈਨੂੰ ਲੱਗਦਾ ਤੁਹਾਡਾ ਵੀ ਆ ਜੀ। ਹਾਂਜੀ, ਹਰ ਇੱਕ ਬੰਦੇ ਜਿਹੜੀ ਕੋਵਿਡ ਨਾਲ ਜੀ ਹਰ ਇੱਕ ਬੰਦਾ ਇਨਫੈਕਟ ਹੋਇਆ ਜੀ, ਚਾਹੇ ਉਹ PR ਆ, ਚਾਹੇ ਸਿਟੀਜ਼ਨ ਆ ਜੀ, ਚਾਹੇ ਸਟੂਡੈਂਟ ਆ ਜੀ। ਕਿਉਂਕਿ ਹਰ ਇੱਕ ਬੰਦੇ ਦਾ ਜੀ ਭੈਣ ਭਰਾ, ਮਾਂ ਪਿਓ, ਦੋਸਤ ਮਿੱਤਰ ਸਟਕ ਹੋ ਗਏ ਨੇ ਜੀ। ਮੇਰਾ ਆਪਣਾ ਸਟਾਫ ਵਿਚਾਰਾ ਇੰਡੀਆ ਗਿਆ ਸੀਗਾ ਜੀ, ਉਹ ਸਟਕ ਆ ਜੀ। ਮੇਰੇ ਮਤਲਬ ਕਿ ਹਰ ਇੱਕ ਬੰਦਾ ਇਹਦੇ ਨਾਲ ਇਫੈਕਟ ਹੋਇਆ ਜੀ। ਪਰ ਕਿਤੇ ਨਾ ਕਿਤੇ ਦੇਖੋ ਜੀ, ਇੱਕ ਚੀਜ਼ ਮੈਂ ਐਪਰੀਸ਼ੀਏਟ ਕਰੂੰਗਾ ਆਸਟ੍ਰੇਲੀਆ ਦੀ ਜੀ। ਦੇਖੋ ਮੈਂ ਇਹ ਚੀਜ਼ ਤਾਂ ਕਹਿ ਸਕਦਾ ਕਿਉਂਕਿ ਮੈਂ ਵੀ ਇਹਨਾਂ ਦੇ ਟਰੈਵਲ ਬੈਨ ਤੋਂ ਅਫੈਕਟਡ ਆ ਜੀ।
ਜੀ ਫਿਰ ਵੀ ਆਸਟ੍ਰੇਲੀਆ ਹੈਜ਼ ਡਨ ਅ ਵੰਡਰਫੁਲ ਜੌਬ ਜੀ ਇਨ ਕੰਟੇਨਿੰਗ ਕੋਵਿਡ। ਦੇਖੋ ਤੁਸੀਂ ਮੀਡੀਆ ਵਾਲੇ ਬੰਦੇ ਹੋ ਜੀ, ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਕੀ ਨੰਬਰ ਨੇ ਜੀ, ਯੂਕੇ ਦੇ ਵਿੱਚ ਕੀ ਨੰਬਰ ਨੇ, ਅਮਰੀਕਾ ਦੇ ਵਿੱਚ ਕੀ ਨੰਬਰ ਨੇ, ਤੇ ਇੰਡੀਆ ਦੇ ਵਿੱਚ ਕੀ ਨੰਬਰ ਨੇ ਜੀ। ਸੈਕੰਡ ਵੇਵ ਚੱਲ ਦੇਖੋ ਵਿਕਟੋਰੀਆ ਜ਼ਰੂਰ ਅਸੀਂ ਕੰਟੇਨਡ ਬੈਠੇ ਆ, ਤੇ ਬਿਲਕੁਲ ਸਰ ਵਿਕਟੋਰੀਆ ਜ਼ਰੂਰ ਅਸੀਂ ਘਰਾਂ 'ਚ ਬੈਠੇ ਆ ਜੀ, ਪਰ ਹੋਪਫੁਲੀ ਇਸ ਹੋਪ ਨਾਲ ਕਿ ਅਗਲੇ ਹਫਤੇ ਤੋਂ ਤਕਰੀਬਨ ਥੋੜਾ ਜਿਹਾ ਕੁਝ ਖੁੱਲ ਜੂਗਾ ਜੀ। ਤੇ ਪਰ ਫਿਰ ਵੀ ਕਰੋਨਾ ਦਾ ਡਰ ਕਿਤੇ ਨਾ ਕਿਤੇ ਘਟ ਗਿਆ ਜੀ। ਸਾਨੂੰ ਹੁਣ ਆਪਣੇ ਕੰਮਾਂ ਕਾਰਾਂ ਦਾ, ਮੈਂਟਲ ਵੈਲਬੀਇੰਗ ਦਾ ਤੇ ਪੈਸੇ ਦਾ ਡਰ ਲੱਗ ਰਿਹਾ ਜੀ। ਆਸਟ੍ਰੇਲੀਆ ਨੇ ਕਰੋਨਾ ਦੇ ਵਾਇਰਸ ਦੇ ਡਰ ਨੂੰ ਬਹੁਤ ਘਟਾ ਦਿੱਤਾ ਜੀ। ਪਰ ਜੇ ਆਪਾਂ ਮੈਨੂੰ ਲੱਗਦਾ ਕੈਨੇਡਾ ਦੀਆਂ ਫਿਗਰਾਂ ਜਾਂ ਅਮਰੀਕਾ, ਯੂਕੇ ਦੀਆਂ ਫਿਗਰਾਂ, ਫਰਾਂਸ ਦੀਆਂ ਫਿਗਰਾਂ ਦੇਖੀਏ ਜੀ, ਤਾਂ ਮੇਰੇ ਹਿਸਾਬ ਨਾਲ ਵੀ ਸ਼ੁੱਡ ਬੀ ਥੈਂਕਫੁਲ ਟੂ ਆਸਟ੍ਰੇਲੀਅਨ ਗਵਰਨਮੈਂਟ ਜੀ। ਵਾਕਈ ਜੀ। ਇੱਥੇ ਅਜੇ ਜੀ ਕੁਝ ਆਖਰੀ 2-3 ਸਵਾਲ ਲਵਾਂਗੇ। ਅਮਨਪਾਲ ਜੀ ਪੁੱਛ ਰਹੇ ਨੇ, ਕਹਿੰਦੇ ਕਿ ਔਨਸ਼ੋਰ ਵੀਜ਼ਾ ਅਪਲਾਈਡ since May 2020. How long does it take for visa? As website says 65 to 75 days ਲੱਗਣਗੇ। ਪਲੀਜ਼ ਗਾਈਡ ਕਰ ਦਿਓ। ਵੀਜ਼ਾ ਕਿਹੜਾ ਗੌਤਮ ਜੀ? ਔਨਸ਼ੋਰ ਵੀਜ਼ਾ ਅਪਲਾਈਡ, ਮੈਨੂੰ ਕਹਿੰਦਾ ਸਟੂਡੈਂਟ ਵੀਜ਼ਾ ਹੀ ਦੀ ਗੱਲ ਕਰ ਰਹੇ ਹੋਣਗੇ ਜੀ ਇਹ। ਅੱਛਾ, ਵੀਜ਼ੇ ਤੇ ਵੀ ਡਿਪੈਂਡ ਕਰਦਾ ਨਾ ਅਮਨਪਾਲ ਜੀ ਥੋੜਾ ਜਿਹਾ। ਸਟੂਡੈਂਟ ਵੀਜ਼ਾ ਐਕਸਟੈਂਸ਼ਨ ਪਾਈ ਹੋਣੀ ਹੈ ਇਹਨਾਂ ਨੇ। ਨਹੀਂ, ਮਈ 2020 ਤੋਂ ਦੇਖੋ ਜੀ 1 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਦਾ ਟਾਈਮ ਲੱਗ ਰਿਹਾ ਜੀ। ਥੋੜਾ ਜਿਹਾ ਕਲੀਅਰ ਕਰ ਲਓ, ਜੇ ਆਪਣਾ ਥੋੜਾ ਜਿਹਾ ਕਲੀਅਰ ਕੁਐਸਚਨ ਲਿਖ ਦੋਗੇ, ਕਿਹੜਾ ਵੀਜ਼ਾ ਕਦੋਂ ਕੀ ਕਿਵੇਂ, ਥੋੜਾ ਜਿਹਾ ਡਿਟੇਲ ਦੇ ਵਿੱਚ ਜੇ ਪੁੱਛਣਾ, ਜੇ ਹੈਗਾ ਤੁਸੀਂ ਸਹੀ ਆਨਸਰ ਲੈਣਾ ਚਾਹੁੰਦੇ ਹੋ ਤਾਂ ਥੋੜਾ ਡਿਟੇਲ ਦੇ ਵਿੱਚ। ਦਲਜੀਤ ਜੀ ਪੁੱਛ ਰਹੇ ਨੇ, ਕਹਿੰਦੇ ਸਟੱਡੀ ਫਿਨਿਸ਼ ਇਨ ਨਵੰਬਰ 20 ਬਟ ਹੈਵ ਵੀਜ਼ਾ ਟਿਲ ਜੁਲਾਈ 21, ਅਗਲੇ ਸਾਲ ਦੇ ਜੁਲਾਈ ਮਹੀਨੇ ਤੱਕ। when I should apply for TR application? ਕਿਹੜਾ ਟਾਈਮ ਹੈ ਸਹੀ? within 6 months of your study sir। ਆਪਣੀ ਸਟੱਡੀ ਖਤਮ ਹੋਣ ਦੇ 6 ਮਹੀਨੇ ਦੇ ਵਿੱਚ ਵੀ TR ਅਪਲਾਈ ਕਰੋ। ਵੈਸੇ ਤਾਂ 3 ਮਹੀਨੇ 'ਚ ਅਪਲਾਈ ਕਰ ਦੇਣੀ ਚਾਹੀਦੀ ਹੈ ਜੀ, ਪਰ 6 ਮਹੀਨੇ ਸੇਫ ਨੇ ਜੀ। ਐਂਡ ਟਾਈਮ ਦੀ ਵੇਟ ਨਾ ਕਰੋ ਜੀ। ਨਿੱਕੀ ਜਿਹੀ ਗਲਤੀ ਤੁਹਾਡਾ ਸਾਰਾ ਫਿਊਚਰ ਡਿਰੇਲ ਕਰ ਸਕਦੀ ਹੈ ਜੀ। ਐਕਸਟਰਾ 2-3 ਮਹੀਨੇ ਲੈਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਜੀ। ਜੇ ਮੈਂ ਪਹਿਲਾਂ ਹੀ ਦੱਸਿਆ ਵੀ 3.5 ਤੋਂ 4 ਸਾਲ ਤਕਰੀਬਨ ਲੱਗ ਜਾਂਦੇ ਨੇ ਬੰਦੇ ਨੂੰ ਪੱਕਾ ਹੋਣ ਲਈ, ਤਾਂ ਜੇ 2 ਮਹੀਨੇ ਐਕਸਟਰਾ ਆਪਾਂ ਇਸ ਤਰ੍ਹਾਂ ਲੇਟ ਕਰਕੇ ਲੈ ਵੀ ਲਵਾਂਗੇ, ਉਹਦੇ ਨੈਗੇਟਿਵ ਕਨਸੀਕੁਐਂਸ ਬੜੇ ਜ਼ਿਆਦਾ ਹੋ ਸਕਦੇ ਨੇ ਜੀ। ਕਿਉਂਕਿ ਬੜੇ ਬੰਦੇ ਆਉਂਦੇ ਨੇ ਜੀ ਗੌਤਮ ਜੀ, ਵੀ ਲਾਸਟ ਡੇ ਅਪਲਾਈ ਕਰਨ ਲੱਗੇ ਸੀ, ਏਜੰਟ ਭੁੱਲ ਗਿਆ ਜੀ, ਡਿਪਾਰਟਮੈਂਟ ਦਾ ਸਿਸਟਮ ਖੜ ਗਿਆ, ਕਾਰਡ ਦੇ ਵਿੱਚ ਪੈਸੇ ਨਹੀਂ ਜੀ, ਡਿਕਲਾਈਨ ਹੋ ਗਿਆ, ਫਿਰ ਕੀ ਕਰਾਂਗੇ ਆਪਾਂ? ਵਾਕਈ ਯਾਰ, ਤੁਸੀਂ ਇੰਨਾ ਲੰਮਾ ਟਾਈਮ ਲਗਾ ਕੇ ਆਪਣੀ ਡਿਗਰੀ ਪੂਰੀ ਕੀਤੀ ਹੈ, ਤੇ ਹੁਣ ਉਹਨੂੰ ਵੇਟ ਕਰਕੇ ਕਿਉਂ ਇੰਨਾ ਇੱਕ ਮਾੜੀ ਛੋਟੀ ਜਿਹੀ ਗਲਤੀ ਕਰਕੇ ਕਿਉਂ ਖਰਾਬ ਕਰਨਾ ਸਾਰਾ ਕੰਮ? ਬਿਲਕੁਲ ਸਰ। ਅੱਛਾ, ਉਹਨਾਂ ਦਾ ਆਇਆ ਜਵਾਬ ਜੀ। ਅਮਨਪਾਲ ਜੀ ਕਹਿ ਰਹੇ ਨੇ ਅਜੇ ਜੀ ਕਿ ਸਟੂਡੈਂਟ ਵੀਜ਼ਾ ਕੀਤਾ ਸੀ ਅਪਲਾਈ ਔਨਸ਼ੋਰ ਮਈ 2020 ਦੇ ਵਿੱਚ। ਵੈਸੇ ਤਾਂ ਕਹਿੰਦੇ 65 ਤੋਂ 75 ਦਿਨ ਦੱਸਦੇ ਨੇ, ਹੁਣ ਕਿੰਨਾ ਕੁ ਹੋਰ ਟਾਈਮ ਲੱਗਾ? 2020 ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, 5 ਮਹੀਨੇ ਥੋੜਾ ਜਿਹਾ ਜ਼ਿਆਦਾ ਟਾਈਮ ਹੈ ਜੀ ਮਈ ਦੇ ਵਿੱਚ। ਬਟ ਫਿਰ ਵੀ ਤੁਸੀਂ ਫੋਲੋ ਅਪ ਪਾ ਸਕਦੇ ਹੋ ਜੀ। ਆਪਣੇ ਏਜੰਟ ਨੂੰ ਕਹੋ ਜੀ ਕਿ ਉਹ ਥੋੜਾ ਜਿਹਾ ਇੱਕ ਫੋਲੋ ਅਪ ਈਮੇਲ ਪਾ ਦੇਣਗੇ ਜੀ, ਤਾਂ ਜੇ ਕੋਈ ਪ੍ਰੋਬਲਮ ਵਗੈਰਾ ਹੋਊਗੀ ਤਾਂ ਆਪਾਂ ਨੂੰ ਪਤਾ ਲੱਗ ਜਾਊਗੀ ਜੀ। ਠੀਕ ਹੈ। ਇੱਕ ਮਨਪ੍ਰੀਤ ਜੀ ਪੁੱਛ ਰਹੇ ਨੇ, ਕਹਿੰਦੇ ਆਈ ਐਮ ਔਨ AAT ਆਫਟਰ ਰਿਫਿਊਜ਼ਲ ਆਫ ਸਟੂਡੈਂਟ ਵੀਜ਼ਾ, ਬਿਫੋਰ ਆਈ ਵਾਜ਼ ਔਨ TR ਔਰ ਲਾਈਟ ਵਹੀਕਲ ਆਟੋਮੋਟਿਵ। Now can I start study in diesel mechanic diploma, and what are the chances of getting student visa? Before I got refusal in business management diploma, ਜਿਹੜਾ ਅਪਲਾਈ ਕੀਤਾ ਸੀ ਉਹ ਚ ਰਿਫਿਊਜ਼ਲ ਆਲਰੇਡੀ ਹਾਸਲ ਕਰ ਚੁੱਕੇ ਨੇ। ਦੇਖੋ ਜੀ, ਐਟ ਦੀ ਐਂਡ ਆਫ ਦੀ ਡੇ ਮੈਨੂੰ ਇਹ ਨਹੀਂ ਪਤਾ ਵੀਜ਼ਾ ਤੁਹਾਡਾ ਕਿਉਂ ਰਿਫਿਊਜ਼ ਹੋਇਆ। ਚੱਲ ਜੇ ਆਪਾਂ ਸੇਫਲੀ ਅਸਿਊਮ ਕਰਕੇ ਚੱਲੀਏ, ਕਿਉਂਕਿ ਟਾਈਮ ਨਹੀਂ ਇਜਾਜ਼ਤ ਦਿੰਦਾ, ਕਿ ਥੋੜਾ GT ਕਰਕੇ ਹੋਇਆ ਜੀ, ਤਾਂ ਐਟ ਦੀ ਐਂਡ ਉਹਦੇ ਕਿਤੇ ਨਾ ਕਿਤੇ ਤੁਸੀਂ ਜਾਂ ਤੁਹਾਡਾ ਏਜੰਟ ਇਹ ਐਕਸਪਲੇਨ ਕਰਨ ਦੇ ਵਿੱਚ ਕਮੀ ਕਰ ਗਿਆ ਕਿ ਤੁਸੀਂ ਇਹ ਕੋਰਸ ਕਿਉਂ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹ ਕੋਰਸ ਦਾ ਕੀ ਫਾਇਦਾ ਹੋਊਗਾ ਜੀ, ਤੇ ਤੁਸੀਂ ਇਹ ਕੋਰਸ ਪੜ੍ਹ ਕੇ ਵਾਪਸ ਜਾਓਗੇ, ਇਸ ਦੀ ਕੀ ਗਾਰੰਟੀ ਹੈ ਜੀ? ਕਿਉਂਕਿ ਗੌਤਮ ਜੀ ਇਹ ਬੜਾ ਹੀ ਸਬਜੈਕਟਿਵ ਕੁਐਸਚਨ ਹੈ। ਸਬਜੈਕਟਿਵ ਦਾ ਮਤਲਬ ਹੈ ਕਿ ਕੇਸ ਅਫਸਰ ਨੇ ਤੁਹਾਡੇ ਸਿਰ ਦੇ ਵਿੱਚ ਦੇਖੋ ਨਾ, ਗੈਟ ਇਨ ਯੂਰ ਹੈਡ, ਮਤਲਬ ਕਿ ਬੇਸਿਕਲੀ ਉਹਨਾਂ ਨੇ ਤੁਹਾਡੀ ਥਾਂ ਤੇ ਬੈਠ ਕੇ ਸੋਚਣਾ ਕਿ ਇਹ ਬੰਦਾ ਜਿਹੜੀ ਚੀਜ਼ ਕੈਰੀਅਰ ਪਲਾਨ ਦੱਸ ਰਿਹਾ ਮੈਨੂੰ, ਜਾਂ ਕਿਹੜੇ ਕੰਮ ਕਹਿ ਰਿਹਾ, ਇਸ ਤੋਂ ਬਾਅਦ ਇੰਡੀਆ ਜਾਊਗਾ। ਹੁਣ ਜਾਣ ਦੀ ਗੱਲ ਤਾਂ ਜਦੋਂ ਜਾਊਗਾ ਉਹਦੀ ਪ੍ਰੂਫ ਹੋ ਸਕਦੀ ਆ, ਪੇਪਰਾਂ ਤੇ ਆਪਾਂ ਕਿਵੇਂ ਪ੍ਰੂਫ ਕਰ ਸਕਦੇ ਹਾਂ ਜੀ? ਸਭ ਤੋਂ ਮੇਨ ਚੀਜ਼ ਆ ਜੀ, 2 ਚੀਜ਼ਾਂ ਨੇ, ਇੱਕ ਤਾਂ ਕਿਉਂ ਪੜ੍ਹਨਾ ਤੇ ਵਾਪਸ ਜਾਣਾ। ਪਹਿਲੀ ਚੀਜ਼ ਆ ਜੀ ਕਿਉਂ ਪੜ੍ਹਨਾ, ਕਲੀਅਰ ਕੈਰੀਅਰ ਪਲਾਨ ਚਾਹੀਦਾ ਜੀ ਆਪਾਂ ਨੂੰ। ਇਸ ਤੋਂ ਬਾਅਦ ਆਪਾਂ ਕੀ ਕਰਾਂਗੇ? ਜੇ ਆਪਾਂ ਜੌਬ ਲੱਭਾਂਗੇ ਜੀ, ਜੌਬ ਕਰਨ ਬਾਰੇ ਸੋਚਦੇ ਹਾਂ ਤਾਂ ਇਹਨਾਂ ਨੂੰ ਅੱਜ ਦੀ ਸਿਚੁਏਸ਼ਨ ਦੱਸੋ ਕੇਸ ਅਫਸਰ ਨੂੰ
ਕਿ ਮੈਂ ਜਾ ਕੇ ਡੀਜ਼ਲ ਮਕੈਨਿਕ ਬਣੂਗਾ ਤੇ ਡੀਜ਼ਲ ਮਕੈਨਿਕ ਦੇ ਇੰਡੀਆ ਦੇ ਵਿੱਚ ਮੇਰੇ ਏਰੀਆ ਦੇ ਵਿੱਚ ਇੰਨੀਆਂ ਜੌਬਾਂ ਪੈਂਡਿੰਗ ਨੇ। ਇੰਟਰਨੈਟ ਤੋਂ ਸਾਰਾ ਡਾਟਾ ਮਿਲ ਜਾਂਦਾ ਜੀ। ਐਵਰੇਜ ਪੇ ਇੰਨੀ ਆ, ਐਵਰੇਜ ਖਰਚਾ ਇੰਨਾ, ਤੇ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਸਕਦੀ ਆ। ਜੇ ਮੈਂ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਜੀ ਤਾਂ ਇਹ ਵਾਲੀ ਇੰਡਸਟਰੀ, ਆਟੋਮੋਟਿਵ ਇੰਡਸਟਰੀ ਗਰੋਥ ਤੇ ਹੈ। ਮੇਰੀ ਏਰੀਆ ਦੇ ਵਿੱਚ ਇੰਨੀਆਂ ਵਰਕਸ਼ਾਪਾਂ ਨੇ ਜੀ, ਉਹਨਾਂ ਦੇ ਵਿੱਚ ਇੱਕ ਮੈਂ ਹੋਰ ਖੋਲੂੰਗਾ, ਇੰਨਾ ਕੰਮ ਹੈ ਤਾਂ ਮੈਨੂੰ ਇੰਨੇ ਪੈਸੇ ਬਣਨਗੇ ਤੇ ਮੈਂ ਆਪਣੀ ਜ਼ਿੰਦਗੀ ਵਧੀਆ ਗੁਜ਼ਾਰ ਸਕਦਾ। ਕਿ ਮੈਂ ਕਰਕੇ ਵਾਪਸ ਜਾਊਂਗਾ। ਵਾਪਸ ਜਾਣ ਲਈ ਉੱਥੇ ਪ੍ਰੋਪਰਟੀ ਸ਼ੋਅ ਕਰੋ ਜੀ, ਆਪਣੇ ਐਸਿਡ ਸ਼ੋਅ ਕਰੋ, ਆਪਣੇ ਭੈਣ ਭਾਈ ਕੋਈ ਵੀ ਹੈਗਾ ਜੀ ਉਹਦੇ ਬਾਰੇ ਸ਼ੋਅ ਕਰੋ ਕਿ ਮੇਰੇ ਫੈਮਿਲੀ ਟਾਈਜ਼ ਨੇ ਜੀ। ਤੇ ਉਦੋਂ ਬਾਅਦ ਜਿਵੇਂ ਆਪਾਂ ਬਿਜ਼ਨਸ ਪਲਾਨ ਦੀ ਗੱਲ ਕੀਤੀ, ਬਿਜ਼ਨਸ ਕਰਨਾ ਜੀ, ਤਾਂ ਉਹਦੇ ਲਈ ਦੱਸੋ ਜੀ ਮੇਰੇ ਕੋਲ ਉਰੇ ਜਗ੍ਹਾ ਪਈ ਹੈ। ਮਤਲਬ ਕਿ ਬੜੀਆ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਆਪਾਂ ਕਹਿ ਰਹੇ ਹਾਂ ਗੌਤਮ ਜੀ, ਵੀ ਹੈਵ ਟੂ ਪ੍ਰੂਵ ਇਟ ਇਨ ਅ ਪੀਸ ਆਫ ਪੇਪਰ। ਠੀਕ ਹੈ। ਬਹੁਤ ਹੀ ਅਸੀਂ ਸਟੂਡੈਂਟ ਵੀਜ਼ਾ ਕਰਦੇ ਹਾਂ ਜੀ, ਉਹਦੇ ਵਿੱਚ ਗੱਲਾਂ ਲਿਖੀਆਂ ਹੁੰਦੀਆਂ ਨੇ ਬਟ ਉਹਨਾਂ ਨੂੰ ਸਪੋਰਟ ਨਹੀਂ ਕੀਤਾ ਹੁੰਦਾ ਡਾਕੂਮੈਂਟ ਲਗਾ ਕੇ, ਜਿਹਦੇ ਕਰਕੇ ਰਿਫਿਊਜ਼ਲ ਵੱਧ ਜਾਂਦੇ ਨੇ ਜੀ। ਰਾਈਟ, ਬਹੁਤ ਸੋਹਣੀ ਐਡਵਾਈਸ ਅਜੇ ਜੀ, ਬਹੁਤ ਸ਼ੁਕਰੀਆ ਜੀ। ਮੈਨੂੰ ਲੱਗਦਾ ਅੱਜ ਸਮੇਂ ਦੀ ਕਮੀ ਦੇ ਕਰਕੇ ਅਸੀਂ ਹੋਰ ਸਵਾਲ ਜਵਾਬ ਨਹੀਂ ਲੈ ਸਕਾਂਗੇ। ਬਾਕੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ 0406 660 960 ਨੰਬਰ ਜਾਂ ਫਿਰ www.bansalimmigration.com.au। ਸੌਖਾ ਜਿਹਾ ਕੰਮ ਹੈ ਜੀ। ਐਡੀਲੇਡ ਔਰ ਮੈਲਬਨ ਵਾਲੇ ਦਫ਼ਤਰਾਂ ਦੇ ਵਿੱਚ ਅਪਰੋਚ ਵੀ ਕਰ ਸਕਦੇ ਹੋ ਬਾਂਸਲ ਇਮੀਗ੍ਰੇਸ਼ਨ ਦੇ। ਅਜੇ ਜੀ ਬਹੁਤ ਸ਼ੁਕਰੀਆ ਇੰਨੀ ਸੋਹਣੀ ਐਡਵਾਈਸ ਦੇਣ ਦੇ ਲਈ। ਔਰ ਮੈਨੂੰ ਲੱਗਦਾ ਹੈ ਕਿ ਸਾਰੇ ਸਰੋਤੇ ਜਿੰਨੇ ਵੀ ਲਿਸਨਰਸ ਜਿੰਨੇ ਵੀ ਜੁੜੇ ਹੋਏ ਸੀਗੇ ਸਭ ਨੂੰ ਉਹਨਾਂ ਦੀ ਵੈਲਿਊਏਬਲ ਤੁਹਾਡੀ ਜਿਹੜੀ ਦਿੱਤੀ ਹੋਈ ਫੀਡਬੈਕ ਹੈ ਕੰਮ ਜ਼ਰੂਰ ਆਏਗੀ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਗੌਤਮ ਜੀ, ਬਹੁਤ ਸ਼ੁਕਰੀਆ ਜੀ। ਸੋ ਅਜੇ ਬਾਂਸਲ ਜੀ ਸਾਡੇ ਨਾਲ ਇਸ ਵਕਤ ਤੱਕ ਸੀਗੇ ਜੀ ਬਾਂਸਲ ਇਮੀਗ੍ਰੇਸ਼ਨ ਤੋਂ। ਤੇ ਹੁਣ ਮੈਨੂੰ ਵੀ ਯਾਨੀ ਕਿ ਗੌਤਮ ਕਪਿਲ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਇੱਥੋਂ ਹੀ ਦਿਓ ਇਜਾਜ਼ਤ। ਫੇਸਬੁੱਕ ਦੇ ਨਾਲ ਜਿਹੜਾ ਰੇਡੀਓ ਦੇ ਉੱਤੇ ਪ੍ਰੋਗਰਾਮ ਹੈ ਉਹਦੇ ਤੋਂ ਵੀ ਆਪਾਂ ਫਿਲਹਾਲ ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ। ਸੋ ਫੇਸਬੁੱਕ